पंजाब दे 117 ਵਿੱਚੋਂ 95 ਐਮਐਲਏ ਜਿਹੜੇ ਨੇ ਉਹ ਕਰੋੜਪਤੀ ਆ। ਮੈਨੂੰ ਸੁਣਨ ਦੇ ਵਿੱਚ ਥੋੜਾ ਜਿਹਾ ਕਲੀਅਰ ਕਰ ਦਿਓ ਦੁਬਾਰਾ। ਪੰਜਾਬ 117 ਪੰਜਾਬ ਦੇ ਐਮਐਲਏਆਂ ਦੇ ਵਿੱਚੋਂ 95 ਐਮਐਲਏ 95 ਐਮਐਲਏ ਜਿਹੜੇ ਨੇ ਉਹ ਕਰੋੜਪਤੀ ਨੇ ਜਿਨ੍ਹਾਂ ਦੀ ਪ੍ਰਾਪਰਟੀ ਚਲ ਅਚਲ ਸੰਪत्ति 1 ਕਰੋੜ ਤੋਂ ਉੱਪਰ ਆ। ਪੰਜਾਬ ਦੀ ਜੇ ਗੱਲ ਕਰੂੰ ਜੀ ਤੇ 100% ਐਮਪੀ ਕਰੋੜਪਤੀ ਆ। 13 ਦੇ 13 ਪੰਜਾਬ ਦੇ ਵਿੱਚ 117 ਐਮਐਲਏ ਜੀ ਉਹਨਾਂ ਦੇ ਵਿੱਚੋਂ 81% ਕਰੋੜਪਤੀ ਜੀ। ਸਾਡੇ ਲੋਕ ਸਭਾ ਦੇ ਵਿੱਚ ਟੋਟਲ 542 ਦੇ ਵਿੱਚੋਂ 539 ਦਾ ਐਨਾਲਿਸਿਸ ਰਿਪੋਰਟ ਹੈ ਸਾਡੇ ਕੋਲ ਜੀ। ਉਹਦੇ ਵਿੱਚੋਂ 88% ਕਰੋੜਪਤੀ। ਰਾਜ ਸਭਾ ਦੇ ਵਿੱਚ 89% ਕਰੋੜਪਤੀ ਜੀ। ਤੇ ਮੈਨੂੰ ਦੱਸੋ ਗਰੀਬੀ ਦੀ ਗੱਲ ਕੌਣ ਕਰੂਗਾ? ਉਹਨਾਂ ਨੂੰ ਗਰੀਬੀ ਦਾ ਦਰਦ ਕਿੱਥੇ ਪਤਾ ਜੀ ਫਿਰ? 117 ਐਮਐਲਏ ਦੇ ਵਿੱਚੋਂ 16 ਐਮਐਲਏ ਇਦਾਂ ਦੇ ਨੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਚੱਲਦੇ ਨੇ। ਓਕੇ। ਔਰ ਉਹਨਾਂ ਦੀ ਰੇਸ਼ੋ ਜੇ ਮੈਂ ਗੱਲ ਕਰਾਂ ਪਰਸੈਂਟੇਜ ਤੇ ਉਹ 14% ਬਣਦੀ। ਔਰ ਉਸ ਤੋਂ ਇਲਾਵਾ 9% ਐਮਐਲਏ ਯਾਨੀ ਕਿ 11 ਐਮਐਲਏ 117 ਚੋਂ ਇਦਾਂ ਦੇ ਨੇ ਜਿਨ੍ਹਾਂ ਦੇ ਉੱਤੇ ਸੀਰੀਅਸ ਕ੍ਰਿਮੀਨਲ ਚਾਰਜ ਲੱਗੇ ਹੋਏ ਆ। ਸੀਰੀਅਸ ਦੇ ਵਿੱਚ ਕਿੱਦਾਂ ਦਾ ਆ ਜਾਂਦਾ? ਸੀਰੀਅਸ ਦੇ ਵਿੱਚ ਇੱਥੇ ਆਂਦਾ ਜੀ ਕਿ 5 ਸਾਲ ਤੋਂ ਵੱਧ ਜਿਹਦੇ ਵਿੱਚ ਸਜ਼ਾ ਹੋਵੇ, ਆਈਪੀਸੀ ਦੀਆਂ ਧਾਰਾ ਲੱਗਦੀਆਂ ਹੁਣ, ਉਹ ਚ 376 ਕਤਲ ਵੀ ਹੋ ਸਕਦਾ, ਕਤਲ, ਡਕੈਤੀ ਔਰ ਕਿਡਨੈਪਿੰਗ ਔਰ ਆਪਣੇ ਰੇਪ। 11 ਐਮਐਲਏ ਨੇ ਸਰ ਇਦਾਂ ਦੇ? 11 ਐਮਐਲਏ ਪੰਜਾਬ ਦੇ ਜਿਨ੍ਹਾਂ ਤੇ ਇਹ ਸੀਰੀਅਸ ਕੇਸ ਲੱਗੇ ਹੋਏ ਆ। ਪੰਜਾਬ ਦੇ 9% ਐਮਐਲਏ ਸੀਰੀਅਸ ਕ੍ਰਿਮੀਨਲ ਕੇਸ ਤੋਂ ਜੂਝ ਰਹੇ ਆ ਇਸ ਵੇਲੇ। ਤੁਸੀਂ ਵੀ ਦੱਸਿਆ ਬੀਬੀ ਰਜਿੰਦਰ ਕੌਰ ਭੱਠਲ 6 ਪੈਨਸ਼ਨਾਂ ਲੈ ਰਹੇ ਆ। 6 ਪੈਨਸ਼ਨਾਂ ਲੈ ਰਹੇ ਨੇ ਜੀ ਬੀਬੀ ਜੀ। ਔਰ ਉਸ ਤੋਂ ਬਾਅਦ ਇੱਕ ਸਾਡੇ ਨੇ ਸਰਵਨ ਸਿੰਘ ਫਲੋਰ ਜੀ, ਉਹ ਵੀ ਐਕਸ ਐਮਐਲਏ ਨੇ, ਉਹ ਵੀ 6 ਪੈਨਸ਼ਨਾਂ ਲੈ ਰਹੇ ਨੇ ਜੀ। ਔਰ ਇੱਕ ਸਾਡੇ ਪੰਜਾਬ ਦੇ ਪੂਰਵ ਖਜ਼ਾਨਾ ਮੰਤਰੀ ਵੀ ਰਹੇ ਨੇ ਲਾਲ ਸਿੰਘ ਜੀ, ਤੇ ਉਹ ਵੀ 6 ਪੈਨਸ਼ਨਾਂ ਲੈ ਰਹੇ ਨੇ। ਭਗਤ ਸਿੰਘ ਬਿਲਕੁਲ ਸਹੀ ਕਹਿੰਦੇ ਸੀਗੇ ਵੀ ਤੁਸੀਂ ਗੋਰਿਆਂ ਤੋਂ ਆਜ਼ਾਦ ਹੋ ਜਾਓਗੇ ਪਰ ਇੱਥੇ ਕਾਲੇ ਆ ਜਾਣੇ ਆ। ਔਰ ਉਹ ਆ ਚੁੱਕੇ ਆ। ਉਹ ਬੰਦਿਆਂ ਨੂੰ ਮੈਂ ਕਹਿੰਦਾ ਉਹ ਭਵਿੱਖ ਵੀ ਜਾਣਦੇ ਸੀਗੇ। ਉਹਨਾਂ ਨੇ ਪ੍ਰੈਜ਼ੈਂਟ ਲਈ ਤਾਂ ਲੜਿਆ ਹੀ ਲੜਿਆ, ਭਵਿੱਖ ਉਹਨਾਂ ਨੂੰ ਬੜਾ ਕਲੀਅਰ ਦਿਸ ਗਿਆ ਸੀਗਾ। ਸ਼ਾਇਦ ਇਸੇ ਲਈ ਉਹਨਾਂ ਨੇ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ। ਪੰਜਾਬ ਦੇ 117 ਐਮਐਲਏ ਵਿੱਚੋਂ ਜੀ 45 ਐਮਐਲਏ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੇ ਐਫੀਡੇਵਿਟ ਦੇ ਵਿੱਚ 5ਵੀਂ ਤੋਂ 12ਵੀਂ ਤੱਕ ਪੜ੍ਹੇ ਹੋਏ। ਪੁਰਾਣੇ ਲੀਡਰਾਂ 'ਚ ਵੀ ਅਨਪੜ੍ਹ ਸੀਗੇ, ਮਤਲਬ ਇਹ ਤੇ ਫਿਰ ਵੀ 5ਵੀਂ ਵਾਲੇ ਆ, ਉਹ ਤੇ ਕਈ ਪਹਿਲੀ ਦੂਜੀ ਵਾਲੇ ਵੀ ਹੋਣੇ ਆ ਜੀ। ਲੇਕਿਨ ਉਹਨਾਂ ਨੂੰ ਪੜ੍ਹਾਈ ਦੀ ਅਹਿਮੀਅਤ ਸੀਗੀ ਕਿ ਯਾਰ ਅਸੀਂ ਨਹੀਂ ਪੜ੍ਹੇ ਤਾਂ ਇਹਨਾਂ ਨੂੰ ਪੜ੍ਹਾਈਏ। ਲੇਕਿਨ ਇਹ ਕਹਿੰਦੇ ਆ ਵੀ ਭਾਂਡੇ 'ਚ ਵੜੇ ਨਾ ਤੇ ਅਸੀਂ ਪੜ੍ਹੇ ਆ ਤੇ ਨਾ ਸਾਨੂੰ ਕਿਸੇ ਦੀ ਲੋੜ ਹੈ। 539 ਐਮਪੀਆਂ ਦੀ ਇਹ ਰਿਪੋਰਟ ਕਾਰਡ ਆ ਜੀ। ਉਹਦੇ ਵਿੱਚੋਂ 233 ਐਮਪੀ ਇਦਾਂ ਦੇ ਆ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਦਰਜ ਆ। ਮਤਲਬ ਐਮਐਲਏ ਦਾ ਤਾਂ ਬੇੜਾ ਗਰਕ ਹੈਗਾ ਹੀ ਸੀਗਾ। ਉਹਨਾਂ ਨੂੰ ਤੇ ਛੱਡ ਦਿਓ ਜੀ। ਹੁਣ ਸਾਡੇ ਜਿਹੜੇ ਐਮਪੀ ਸਾਹਿਬ ਨੇ ਭਾਰਤ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਉਹਨਾਂ ਦਾ ਵੀ 200 ਕਿੰਨੇ 233 ਐਮਪੀ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਨੇ। ਔਰ ਜੇ ਮੈਨੂੰ ਇੱਕ ਪਰਸੈਂਟੇਜ 'ਚ ਗੱਲ ਕਰਾਂ ਤੇ 43% ਇੰਡੀਅਨ ਪਾਰਲੀਮੈਂਟ ਦੇ ਵਿੱਚ 43% ਐਮਪੀ ਜਿਹੜੇ ਨੇ ਉਹ ਕ੍ਰਿਮੀਨਲ ਕੇਸ ਰਿਕਾਰਡ ਵਾਲੇ ਬੈਠੇ ਨੇ ਪ੍ਰੈਜ਼ੈਂਟ ਰਾਈਟ ਨਾਓ, ਮੌਜੂਦਾ ਕਹਿ ਸਕਦੇ ਆ ਜੀ। ਔਰ ਉਹਨਾਂ ਦੇ ਵਿੱਚੋਂ 159 ਐਮਪੀ ਇਦਾਂ ਦੇ ਨੇ ਜਿਨ੍ਹਾਂ ਦੇ ਉੱਤੇ ਸੀਰੀਅਸ ਚਾਰजेस ਲੱਗੇ ਹੋਏ ਨੇ ਕ੍ਰਾਈਮ ਕੇਸਿਸ ਤੇ। ਰਾਜ ਸਭਾ ਤੋਂ ਐਮਪੀ ਨੇ ਮਹਿੰਦਰ ਪ੍ਰਸਾਦ ਜੀ ਬਿਹਾਰ ਤੋਂ। ਇਹਨਾਂ ਦੀ ਟੋਟਲ ਚਲ ਅਚਲ ਸੰਪत्ति ਜਿਹੜੀ ਆ ਉਹ 4000 ਕਰੋੜ ਪਲੱਸ ਹੈ। ਕਿਉਂਕਿ ਲੋਕ ਸਭਾ ਖੇਤਰ ਆ ਕੇਰਲਾ ਦਾ ਪਾਰਲੀਮੈਂਟ ਏਰੀਆ ਆ। ਉੱਥੋਂ ਦੇ ਐਮਪੀ ਨੇ ਡੀਨ ਸਾਹਿਬ ਜੀ। ਉਹਨਾਂ ਦੇ ਉੱਤੇ ਇਸ ਟਾਈਮ 204 ਮੁਕੱਦਮੇ ਦਰਜ ਨੇ ਇੱਕ ਐਮਪੀ ਦੇ ਉੱਤੇ, ਪਰ ਉਹ ਫਿਰ ਵੀ ਐਮਪੀ ਹੈ। ਔਰ ਵੱਡੀ ਗੱਲ ਇਹ ਆ ਕਿ ਉਹਨੂੰ ਰਾਜ ਸਭਾ ਨੇ ਨਹੀਂ ਬਣਾ ਕੇ ਭੇਜਿਆ, ਉਹਨੂੰ ਲੋਕਾਂ ਨੇ ਚੁਣ ਕੇ ਭੇਜਿਆ। ਔਰ ਇਹ ਉਹੀ ਹੈ, ਇਹ ਉਹੀ ਜਿਹੜਾ ਕੇਰਲਾ ਵਾ ਜਿਹਨੂੰ ਅਸੀਂ ਬਹੁਤ ਪੜ੍ਹਿਆ ਲਿਖਿਆ ਕਹਿੰਦੇ ਆ ਜੀ। ਅਸੀਂ ਤਾਂ ਕਹਿੰਦੇ ਆ ਜੀ ਸਾਰੀਆਂ ਸਟੇਟਾਂ ਕਹਿੰਦੀਆਂ ਜੀ ਕੇਰਲਾ ਦੇ ਵਿੱਚ ਤਾਂ ਐਜੂਕੇਸ਼ਨ ਬੜੀ ਆ, ਲੋਕ ਅਵੇਅਰ ਬੜੇ ਨੇ ਜੀ।
ਤੇ ਸਾਡੀ ਰਾਜਨੀਤੀ ਨੂੰ ਸੋਚਣ ਦੇ ਲਈ, ਸਾਡੇ ਫਿਊਚਰ ਨੂੰ, ਸਾਡੇ ਐਜੂਕੇਸ਼ਨ ਸਿਸਟਮ ਦੇ ਲਈ ਇਹਨਾਂ ਕੋਲ ਸਮਾਂ ਕਿੱਥੇ ਆ? ਸਰ ਯੂਥ ਤਿੰਨ ਕੰਮਾਂ 'ਚ ਆ। ਇੱਕ ਜਿਹੜਾ ਤੁਸੀਂ ਦੱਸਿਆ ਫੋਨਾਂ ਵਾਲੇ ਸਿਸਟਮ 'ਚ ਜੀ, ਦੂਜਾ ਉਹ ਲੱਗਾ ਹੋਇਆ ਬਾਹਰ ਜਾਣ 'ਚ, ਬਾਹਰ ਜਾਣ 'ਚ, ਤੀਜਾ ਨਸ਼ੇ ਆ, ਚੌਥਾ ਇਹਨਾਂ ਕੋਲ ਕੋਈ ਕੰਮ ਹੀ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦੇ। ਮੈਂ ਤਰਲੋਚਨ ਸਿੰਘ ਗਿੱਲਾਂ। ਅੱਜ ਸਮਾਂ ਜਿਹੜਾ ਚੱਲ ਰਿਹਾ ਉਹ ਇੰਨਾ ਕੁ ਭਿਆਨਕ ਚੱਲ ਰਿਹਾ ਕਿ ਕੋਵਿਡ-19 ਦੇ ਨਾਮ ਦੇ ਉੱਤੇ ਸਰਕਾਰਾਂ ਕਹਿ ਰਹੀਆਂ ਨੇ ਕਿ ਸਾਡਾ ਖਰਚਾ ਬੜਾ ਹੋ ਰਿਹਾ, ਅਸੀਂ ਜਿਹੜਾ ਸਾਡਾ ਖਜ਼ਾਨਾ ਵਾ ਉਹ ਖਾਲੀ ਹੋਇਆ ਪਿਆ ਵਾ, ਸਾਡੇ ਕੋਲੇ ਲੋਕਾਂ ਨੂੰ ਦੇਣ ਨੂੰ ਸਹੂਲਤਾਂ ਦੇ ਨਾਂ 'ਤੇ ਪੈਸਾ ਹੈ ਨਹੀਂ ਗਾ। ਪਰ ਸਮੇਂ-ਸਮੇਂ ਦੌਰਾਨ ਅਸੀਂ ਸਾਡੇ ਅਦਾਰੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਆ ਕਿ ਜਿਹੜੇ ਸਾਡੇ ਪੰਜਾਬ ਦੇ ਮੰਤਰੀਆਂ ਦਾ, ਸਰਕਾਰਾਂ ਦਾ, ਜਾਂ ਸਾਡੇ ਭਾਰਤ ਦੀਆਂ ਸਰਕਾਰਾਂ ਦੀਆਂ ਸੱਚਾਈਆਂ ਨੇ ਉਹ ਸਾਹਮਣੇ ਲਿਆਂਦੀਆਂ ਜਾਣ। ਸਾਡੇ ਲੋਕਾਂ ਦੀ ਅੱਜ ਕੁਝ ਮਾਨਸਿਕਤਾ ਇਦਾਂ ਦੀ ਬਣ ਗਈ ਆ ਕਿ ਜਿਹੜੀਆਂ ਸਰਕਾਰਾਂ ਦੇ ਕਾਰਨਾਮੇ ਕਹਿ ਸਕਦੇ ਆ, ਸਰਕਾਰਾਂ ਦੀਆਂ ਕਮੀਆਂ ਨੇ, ਉਹਨਾਂ ਨੂੰ ਦੇਖਣਾ ਹੀ ਨਹੀਂ ਚਾਹੁੰਦੇ, ਕਿਉਂਕਿ ਸਰਕਾਰਾਂ ਨੇ ਸਾਨੂੰ ਬੜੇ ਹੀ ਗੁੰਝਲਦਾਰ ਤਰੀਕੇ ਦੇ ਨਾਲ ਸਾਡੇ ਯੁਵਾ ਨੂੰ, ਸਾਡੇ ਯੂਥ ਨੂੰ ਬੜਾ ਹੀ ਹੋਰ ਪਾਸੇ ਲਾਇਆ ਹੋਇਆ। ਕੋਈ ਗਾਣਿਆਂ ਦੇ ਪਿੱਛੇ ਲੱਗਿਆ ਹੋਇਆ, ਕੋਈ ਕਹਿੰਦਾ ਉਹ ਕਿਹੜੀ ਭਾਬੀ ਨੇ ਕੀ ਕੀਤਾ, ਕਿਹੜੀ ਭੂਆ ਨੇ ਕੀ ਕੀਤਾ। ਪਰ ਪੰਜਾਬ ਦੇ ਵਿੱਚ ਜਿਹੜੀ ਹਾਲਾਤ ਨੇ ਗਰਾਊਂਡ ਲੈਵਲ ਦੇ ਉੱਤੇ ਉਹ ਇੰਨੇ ਕੁ ਮਾੜੇ ਨੇ ਕਿ ਆਮ ਬੰਦਾ, ਕਾਰੋਬਾਰੀ ਬੰਦਾ ਵੀ ਅੱਜ ਰੋ ਰਿਹਾ, ਇੱਕ ਦਿਹਾੜੀਦਾਰ ਵਾਲਾ ਵੀ ਰੋ ਰਿਹਾ, ਇੱਕ ਬਿਜ਼ਨਸਮੈਨ ਵੀ ਰੋ ਰਿਹਾ। ਪਰ ਉੱਥੇ ਹੀ ਜਿਹੜੇ ਸਾਡੇ ਪੰਜਾਬ ਦੇ ਲੀਡਰ ਨੇ, ਸਾਡੇ ਸੇਵਾਦਾਰ ਨੇ ਜੀ, ਉਹ ਕਹਿੰਦੇ ਪੰਜਾਬ ਦੇ ਅਸੀਂ ਜਾਂ ਭਾਰਤ ਦੇ MLA MP, ਉਹ ਕਹਿੰਦੇ ਜੀ ਅਸੀਂ ਸੇਵਾ ਕਰਨ ਦੇ ਲਈ ਰਾਜਨੀਤੀ ਦੇ ਵਿੱਚ ਆਉਨੇ ਆ। ਉਹ ਸੇਵਾਦਾਰ ਕਿੰਨੀ ਕੁ ਸੇਵਾ ਕਰਦੇ ਨੇ ਤੇ ਕਿੰਨਾ ਕੁ ਮੇਵਾ ਖਾਂਦੇ ਨੇ, ਉਹਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਸਮੇਂ-ਸਮੇਂ ਦੌਰਾਨ ਜਿਹੜੇ ਇੱਕ ਹਿੰਦੂ ਆਗੂ ਨੇ, RTI ਐਕਟਿਵਿਸਟ ਨੇ, ਅਜੇ ਸ਼ਰਮਾ ਜੀ, ਉਹ ਇਹ ਜਿਹੜੀਆਂ ਸੱਚਾਈਆਂ ਨੇ, ਸਰਕਾਰਾਂ ਦੀਆਂ ਨਾਕਾਮੀਆਂ ਕਹਿ ਸਕਦੇ ਆ, ਉਹ ਸਰਕਾਰਾਂ ਦੇ ਪਾਸੋਂ ਹੀ, ਸਰਕਾਰਾਂ ਦੇ ਘਰ ਦੇ ਵਿੱਚ ਹੱਥ ਪਾ ਕੇ RTI ਦੇ ਤਹਿਤ ਉਹ ਬਾਹਰ ਕੱਢਦੇ ਨੇ। ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਤੁਹਾਡੇ ਸਾਹਮਣੇ ਰੱਖੀਏ। ਪਰ ਇਸ ਤੋਂ ਬਾਅਦ ਸਟੈਪ ਕੀ ਆ, ਤੁਹਾਡਾ ਵੀ ਫਰਜ਼ ਬਣਦਾ ਕਿ ਇਹਨਾਂ ਜਾਣਕਾਰੀਆਂ ਨੂੰ ਸਮਝ ਕੇ ਉਹਨਾਂ ਅਖੌਤੀ ਲੀਡਰਾਂ ਨੂੰ, ਉਹਨਾਂ ਜਿਹੜੇ ਲੀਡਰ ਨੇ, ਜਿਹੜੇ ਅਸੀਂ ਸੇਵਾਦਾਰ ਆਪਣੇ ਆਪ ਨੂੰ ਜ਼ਾਹਰ ਕਰਦੇ ਨੇ, ਉਹਨਾਂ ਦੀਆਂ ਸੱਚਾਈਆਂ ਨੇ ਜਿਹੜੀਆਂ ਉਹ ਸਾਹਮਣੇ ਪਬਲਿਕ ਦੇ ਲਿਆਈਏ ਤੇ ਉਹਨਾਂ ਦੇ ਪ੍ਰਤੀ ਜਾਗਰੂਕ ਹੋਈਏ। ਸੋ ਪਹਿਲਾਂ ਸਵਾਗਤ ਕਰਦੇ ਹਾਂ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ ਪ੍ਰਾਈਮ ਮੁੱਦੇ ਤੇ। ਸਾਨੂੰ ਖੁਸ਼ੀ ਬੜੀ ਹੁੰਦੀ ਆ ਕਿ ਤੁਸੀਂ ਮਿਹਨਤ ਕਰਦੇ ਹੋ ਇੰਨੀ, ਜਦ ਕਿ ਜਿਹੜੇ ਅੱਜ ਦਾ ਸਮਾਂ ਵਾ ਹਰੇਕ ਬੰਦਾ ਆਪਣੇ ਆਪਣੇ ਕਾਰੋਬਾਰ ਦੇ ਲਈ, ਆਪਣੇ ਘਰ ਦੇ ਚਿੰਤਾ ਦੇ ਵਿੱਚ, ਬਿਜ਼ਨਸ ਦੇ ਚਿੰਤਾ ਦੇ ਵਿੱਚ ਲੱਗਿਆ ਹੋਇਆ। ਪਰ ਤੁਸੀਂ ਲੋਕਾਂ ਦੇ ਹੱਕਾਂ ਦੇ ਲਈ ਇੱਕ ਲੜਾਈ ਲੜ ਰਹੇ ਹੋ ਬੜੇ ਲੰਬੇ ਸਮੇਂ ਤੋਂ ਕਹਿ ਸਕਦਾ, ਜਿਹੜੀ ਕਿ RTI ਦੇ ਤਹਿਤ ਤੁਸੀਂ ਸਰਕਾਰਾਂ ਦੀਆਂ ਨਾਕਾਮੀਆਂ ਜਿਹੜੀਆਂ ਸਰਕਾਰਾਂ ਪਾਸੋਂ ਹੀ ਲੈ ਕੇ ਆਉਂਦੇ ਹੋ ਜੀ, ਉਹ ਤੁਸੀਂ ਆਪਣੀ ਜਾਨ ਦੀ ਇੱਕ ਤਰ੍ਹਾਂ ਕਹਿੰਦੇ ਵੀ ਬਾਜੀ ਲਾ ਕੇ ਇਹਨਾਂ ਸਰਕਾਰਾਂ ਦੇ ਨਾਲ ਟੱਕਰ ਲੈ ਰਹੇ ਹੋ। ਸਰਕਾਰਾਂ ਨਾਲ ਟੱਕਰ ਲੈਣੀ ਬੜੀ ਮੁਸ਼ਕਲ ਹੁੰਦੀ ਆ। ਇੱਕ ਧਿਰ ਜਿਹੜੀ ਹੁੰਦੀ ਆ, ਇੱਕ ਦੂਸਰੀ ਰਾਜਨੀਤਿਕ ਪਾਰਟੀ ਹੁੰਦੀ ਆ, ਉਹ ਵੀ ਮੁਸ਼ਕਲ ਸਮਝਦੀ ਆ ਕਿ ਅਸੀਂ ਸਰਕਾਰਾਂ ਨਾਲ ਮੌਜੂਦਾ ਨਾਲ ਨਾ ਪੰਗਾ ਲਈਏ। ਪਰ ਤੁਸੀਂ ਬੜੀ ਹੀ ਮਿਹਨਤ ਕਰਦੇ ਹੋ, ਅਸੀਂ ਤੁਹਾਡਾ ਇਸ ਚੀਜ਼ ਤੇ ਧੰਨਵਾਦ ਕਰਦੇ ਹਾਂ ਦਰਸ਼ਕਾਂ ਦੇ ਵੱਲੋਂ ਵੀ। ਸੋ ਅੱਜ ਕੀ ਨਵਾਂ ਲੈ ਕੇ ਆਏ ਹੋ? ਤਰਲੋਚਨ ਜੀ, ਸਭ ਤੋਂ ਪਹਿਲਾਂ ਆਪਾਂ ਨੂੰ ਦੇਖ ਰਹੇ ਪ੍ਰਾਈਮ ਮੁੱਦੇ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਬੜੀ ਕਲੀਅਰ ਅੱਜ ਇੱਕ ਜਾਣਕਾਰੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਤੁਸੀਂ ਮੈਨੂੰ ਇੱਕ ਗੱਲ ਕਹੀ ਹੁਣੇ ਕਿ ਮੈਂ ਬੜੇ ਮਿਹਨਤ ਕਰਕੇ ਲੈ ਕੇ ਆਉਣਾ ਜੀ। ਦੇਖੋ, ਇਹ ਮਿਹਨਤ ਉਦੋਂ ਸਫਲ ਹੁੰਦੀ ਆ ਜਦੋਂ ਇਹ ਪ੍ਰੋਪਰਲੀ ਲੋਕਾਂ ਤੱਕ ਪਹੁੰਚ ਜਾਵੇ, ਔਰ ਉਹਦੇ ਵਿੱਚ ਤੁਹਾਡੇ ਚੈਨਲ ਦਾ ਤੇ ਤੁਹਾਡਾ ਬਹੁਤ ਵੱਡਾ ਹੱਥ ਆ। ਮੇਰੀ ਮਿਹਨਤ ਕਿਸੇ ਕੰਮ ਦੀ ਨਹੀਂ ਹੋਣੀ ਸੀ ਜੇ ਤੁਸੀਂ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਮੇਰੀ ਮਦਦ ਨਾ ਕਰਦੇ।
ਜੀ। ਕਿਉਂਕਿ ਡਿਸ਼ ਜਿੱਦਾਂ ਜਿੰਨੀ ਮਰਜ਼ੀ ਸਵਾਦ ਬਣਾ ਲਓ, ਜੇ ਉਹ ਪਰੋਸੀ ਪ੍ਰੋਪਰਲੀ ਨਹੀਂ ਗਈ ਨਾ ਤੇ ਉਹਦਾ ਕੋਈ ਫਾਇਦਾ ਨਹੀਂ। ਇਹ ਕੜੀ ਆ ਸਰ, ਤੁਸੀਂ ਲੈ ਕੇ ਆਏ ਹੋ, ਅਸੀਂ ਲੋਕਾਂ ਸਾਹਮਣੇ ਪੇਸ਼ ਕਰੀਏ, ਤੇ ਇਹ ਤੀਜੀ ਕੜੀ ਇਹ ਵੀ ਆ ਕਿ ਉਹ ਦਰਸ਼ਕ ਤੇ ਉਹ ਲੋਕ ਨੇ ਜਿਹੜੇ ਉਹ ਵੀ ਅਵੇਅਰ ਹੋਣ। ਸਾਡੀ ਤੁਹਾਡੀ ਮਿਹਨਤ, ਸਾਡਾ ਦਿਖਾਉਣ ਦਾ ਮਕਸਦ ਉਹ ਤਾਂ ਪੂਰਾ ਹੋਣਾ। ਤਰਲੋਚਨ ਜੀ, ਇਸੇ ਲਈ ਮੈਂ ਕਹਿੰਦਾ ਕਿ ਧੰਨਵਾਦ ਦਾ ਪਾਤਰ ਮੈਂ ਕੱਲਾ ਨਹੀਂ ਆ ਜੀ, ਤੁਸੀਂ ਵੀ ਬਰਾਬਰ ਤੇ ਹੋ ਜੀ, ਤੇ ਤੁਹਾਡਾ ਚੈਨਲ ਵੀ ਜੀ। ਅੱਜ ਜਿਹੜੀ ਜਾਣਕਾਰੀ ਮੈਂ ਲੈ ਕੇ ਆਇਆ, ਮੈਂ ਅੱਜ ਦੀ ਜਾਣਕਾਰੀ ਲੈ ਕੇ ਆਇਆ, ਮੈਂ ਸਮਝਦਾ ਕਿ ਇਹ ਜਾਣਕਾਰੀ ਬਹੁਤ ਪਹਿਲਾਂ ਆਣੀ ਚਾਹੀਦੀ ਸੀ। ਪਹਿਲਾਂ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਅੱਜ ਦੀ ਜਿਹੜੀ ਜਾਣਕਾਰੀ ਆ ਉਹ ਮੇਰੇ ਇਕੱਲੇ ਦੀ ਮਿਹਨਤ ਨਹੀਂ ਹੈ ਜੀ। ਇੱਕ ਸੰਸਥਾ ਆ ਇੰਡੀਆ 'ਚ ਜਿਹਨੂੰ ਅਸੀਂ ADR ਕਹਿੰਦੇ ਆ। ADR, ਠੀਕ ਹੈ, ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮ। ਇਹ ਪੰਜਾਬ ਇੰਡੀਆ ਦੇ ਵਿੱਚ ਜਿੰਨੇ ਵੀ ਇਲੈਕਸ਼ਨਸ ਹੁੰਦੇ ਨੇ, ਗਰਾਊਂਡ ਤੋਂ ਲੈ ਕੇ ਰਾਜ ਸਭਾ, MP, MLA, ਸਾਰੇ ਸਟੇਟ ਅਸੈਂਬਲੀ ਵੀ ਈਵਨ, ਉਹ ਸਾਰਿਆਂ ਨੂੰ ਇਹ ਐਨਾਲਾਈਸਿਸ ਕਰਦੀ ਹੈ ਜੀ, ਔਰ ਉਹ ਰਿਪੋਰਟ ਈਅਰ ਵਾਈਜ਼ ਆਪਣੀ ਸਬਮਿਟ ਕਰਦੀ ਹੈ ਜੀ। ਔਰ ਮੈਂ ਸਮਝਦਾ ਕਿ ਔਰ ਇੰਡੀਪੈਂਡੈਂਟ ਸੰਸਥਾ ਆ, ਇਹ ਕੋਈ ਗਵਰਨਮੈਂਟ ਇੰਡੀਆ ਨੇ ਨਹੀਂ ਬਣਾਈ। ਜੀ, 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 ਬਿਲਕੁਲ। ਇਹ ਵੀ ਮੈਂ ਸਮਝਦਾ ਕਿ ਸਮਾਜ ਸੇਵੀਆਂ ਦੀ ਸੰਸਥਾ ਆ ਜਿਹੜੇ ਇਹੋ ਜਿਹੇ ਆંકੜੇ ਸਾਡੇ ਕੋਲ ਲੈ ਕੇ ਆਉਂਦੇ ਨੇ, ਜਿਹਦੇ ਵਿੱਚ ਇਹ RTI ਦੇ ਥਰੂ ਮੰਗਣਾ ਸਾਨੂੰ ਸਾਲ 2 ਸਾਲ ਲੱਗ ਜਾਂਦੇ ਨੇ। ਇਹ ਉਸ ਚੀਜ਼ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਰੱਖ ਦਿੰਦੇ ਨੇ। ਇਹਨਾਂ ਦਾ ADR ਦਾ ਜਿਹੜਾ ਸੋਰਸਸ ਆ, ਇਹ ਕੀ ਆ ਜੀ? ਇਹਨਾਂ ਦੇ ਰਿਸੋਰਸਸ 101% ਜੈਨੂਅਨ ਨੇ ਜੀ ਔਰ ਓਰੀਜਨਲ ਨੇ ਜੀ। ਉਹ ਹੈਗੇ ਆ ਐਫੀਡੇਵਿਟ ਜਿਹੜਾ ਕੋਈ MLA ਜਾਂ MP ਬਣਨ ਤੋਂ ਪਹਿਲਾਂ ਜਿਹੜਾ ਭਰਦਾ ਆ ਇਲੈਕਸ਼ਨ ਦੇ ਸਮੇਂ ਉਹਦੇ ਉੱਤੇ ਐਨਾਲਾਈਸਿਸ ਕਰਦੇ ਆ। ਇਹ ਵੀ ਕੋਈ ਆਪਣੇ ਕੋਲੋਂ ਨਹੀਂ ਆ ਔਰ ਨਾਲ ਉਹ ਵੇਰਵਾ ਵੀ ਦਿੰਦੇ ਆ ਵੀ ਅਸੀਂ ਇਹ ਰਿਪੋਰਟ ਕਿੱਥੋਂ ਲਈ ਆ। ਇਹ 100 ਕਹਿਣ ਦਾ ਵੀ ਜਦੋਂ ਉਹ ਇੱਕ MLA ਜਾਂ MP ਇਲੈਕਸ਼ਨ ਦਾ ਫਾਰਮ ਭਰਦਾ, ਉਹਦੇ ਨਾਲ ਇੱਕ ਐਫੀਡੇਵਿਟ ਲੰਗਾਉਂਦਾ ਹੁੰਦਾ ਕਿ ਮੇਰੇ ਕੋਲ ਇੰਨੇ ਕਰੋੜ ਦੀ ਪ੍ਰਾਪਰਟੀ ਆ, ਜੀ ਮੈਂ ਇੰਨਾ ਪੜਿਆ ਹੋਇਆ, ਇੰਨੇ ਮੇਰੇ ਤੇ ਕੇਸ ਚੱਲਦੇ ਆ, ਤੇ ਉਹ ਸਾਰਾ ਕੁਝ ਉਹਨੂੰ ਲਿਖ ਕੇ ਦੇਣਾ ਪੈਂਦਾ ਕਿਉਂਕਿ ਸੁਪਰੀਮ ਕੋਰਟ ਦੀ ਕਲੀਅਰ ਗਾਈਡਲਾਈਨ ਹੈ। ਜੀ, ਜੀ, ਜੀ। ਔਰ ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ, ਸੁਪਰੀਮ ਕੋਰਟ ਦੀ ਕਲੀਅਰ ਗਾਈਡਲਾਈਨ ਆ ਵੀ ਕੋਈ ਵੀ ਜਿਹੜਾ ਨੋਮੀਨੇਟਰ ਆ, ਜਿਹੜਾ ਇਲੈਕਸ਼ਨ ਲੜਨਾ ਚਾਹੁੰਦਾ ਆ, ਉਹ ਆਪਣੇ ਫਾਰਮ ਦਾ ਕੋਈ ਵੀ ਹਿੱਸਾ ਖਾਲੀ ਨਹੀਂ ਛੱਡ ਸਕਦਾ ਜੀ। ਲੇਕਿਨ ਭਾਰਤ ਦੇ ਵਿੱਚ ਅਣਗਹਿਲੀਆਂ ਹਜੇ ਵੀ ਹੋ ਰਹੀਆਂ ਨੇ ਜੀ। ਹੁਣ ਸਟਾਰਟਿੰਗ ਮੈਂ ਕਹੂੰਗਾ, ਇੱਥੇ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਸਰ ਨੇ ਜਿਹੜੀ ਇਹ ਜਾਣਕਾਰੀ ਲੈ ਕੇ ਆਂਦੀ ਆ ਪੂਰੀ ਭਾਰਤ ਲੈਵਲ ਦੀ ਲੈ ਕੇ ਆਂਦੀ ਆ ਜੀ। ਪਰ ਅਸੀਂ ਸਟਾਰਟਿੰਗ ਕਿੱਥੋਂ ਕਰਾਂਗੇ? ਪੰਜਾਬ ਤੋਂ ਜੀ। ਅਸੀਂ ਪੰਜਾਬ ਸੂਬੇ ਦੇ ਵਿੱਚ ਰਹਿੰਦੇ ਆ। ਪੰਜਾਬ ਦੇ ਜਿਹੜੇ ਮੌਜੂਦਾ MLA ਨੇ ਉਹ ਅਸੀਂ ਪਹਿਲਾਂ ਦੱਸ ਚੁੱਕੇ ਆ ਸਾਡੇ ਪ੍ਰੋਗਰਾਮ ਦੇ ਵਿੱਚ ਕਿ ਉਹ ਕਿੰਨੇ ਭੱਤੇ ਮਿਲਦੇ ਆ, ਉਹਨਾਂ ਨੂੰ ਕਿੰਨੀ ਤਨਖਾਹ ਮਿਲਦੀ ਆ। ਪਰ ਅੱਜ ਜਿਹੜੇ ਸਰ ਨੇ ਖੁਲਾਸਾ ਕਰਨਾ ਵਾ ਕਿ ਉਹ MLAਆਂ ਦੇ ਉੱਤੇ ਕਿੰਨੀ ਉਹਨਾਂ ਦੀ ਐਜੂਕੇਸ਼ਨ ਆ, ਕਿੰਨੇ ਉਹਨਾਂ ਦੇ ਉੱਤੇ ਕੇਸ ਚੱਲਦੇ ਨੇ, ਕਿੰਨੇ ਸੀਰੀਅਸ ਕੇਸ ਚੱਲਦੇ ਨੇ, ਤੇ ਕਿੰਨੇ MLA ਤੇ MP ਨੇ ਜਿਹੜੇ ਉਹ ਕਰੋੜਪਤੀ ਨੇ ਜੀ। ਸੋ ਪੰਜਾਬ ਤੋਂ ਸ਼ੁਰੂ ਕਰੋ ਸਰ, ਪਹਿਲਾਂ ਤਾਂ MLA ਦੱਸੋ। ਸਭ ਤੋਂ ਪਹਿਲਾਂ ਜੀ, ਪੰਜਾਬ ਦੇ ਵਿੱਚ 117 MLA ਤਰਲੋਚਨ ਜੀ, ਆਪਾਂ ਸਾਰੇ ਜਾਣਦੇ ਆ ਜੀ। ਹੁਣ ਇਹ 117 MLA ਦੇ ਵਿੱਚੋਂ 16 MLA ਇਦਾਂ ਦੇ ਨੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਚੱਲਦੇ ਨੇ। ਓਕੇ। ਔਰ ਉਹਨਾਂ ਦੀ ਰੇਸ਼ੋ ਜੇ ਮੈਂ ਗੱਲ ਕਰਾਂ ਪਰਸੈਂਟੇਜ ਤੇ ਉਹ 14% ਬਣਦੀ ਆ। 117 ਦੇ ਵਿੱਚੋਂ ਮਤਲਬ 16 ਤਾਂ ਹੈਗੇ ਨੇ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਜੀ। ਯਾਨੀ ਕਿ ਪੰਜਾਬ ਦੇ 14% MLA ਕ੍ਰਿਮੀਨਲ ਨੇ, ਜਿਨ੍ਹਾਂ ਤੇ ਕ੍ਰਿਮੀਨਲ ਕੇਸ ਚੱਲਦੇ ਪਏ ਆ ਪ੍ਰੈਜ਼ੈਂਟਲੀ, ਔਰ ਉਹ MLA ਬਣ ਚੁੱਕੇ ਨੇ। ਮਤਲਬ ਕੇਸ ਆ ਜਿਹੜਾ ਉਹ ਕੋਰਟ 'ਚ ਆ, ਕੋਰਟ ਦੇ ਵਿੱਚ ਆ। ਔਰ ਉਸ ਤੋਂ ਇਲਾਵਾ 9% MLA ਯਾਨੀ ਕਿ 11 MLA 117 ਚੋਂ ਇਦਾਂ ਦੇ ਨੇ ਜਿਨ੍ਹਾਂ ਦੇ ਉੱਤੇ ਸੀਰੀਅਸ ਕ੍ਰਿਮੀਨਲ ਚਾਰਜ ਲੱਗੇ ਹੋਏ ਆ। ਸੀਰੀਅਸ ਦੇ ਵਿੱਚ ਕਿੱਦਾਂ ਦਾ ਆ ਜਾਂਦਾ? ਸੀਰੀਅਸ ਦੇ ਵਿੱਚ ਇੱਥੇ ਆਂਦਾ ਜੀ ਕਿ 5 ਸਾਲ ਤੋਂ ਵੱਧ ਜਿਹਦੇ ਵਿੱਚ ਸਜ਼ਾ ਹੋਵੇ, IPC ਦੀਆਂ ਧਾਰਾ ਲੱਗਦੀਆਂ ਹੋਣ, ਉਹ 'ਚ 376 ਕਤਲ ਵੀ ਹੋ ਸਕਦਾ, ਕਤਲ, ਡਕੈਤੀ ਔਰ ਕਿਡਨੈਪਿੰਗ ਔਰ ਆਪਣੇ ਰੇਪ। 11 MLA ਨੇ ਸਰ ਇਦਾਂ ਦੇ? 11 MLA ਪੰਜਾਬ ਦੇ ਜਿਨ੍ਹਾਂ ਤੇ ਇਹ ਸੀਰੀਅਸ ਕੇਸ ਲੱਗੇ ਹੋਏ ਆ। ਪੰਜਾਬ ਦੇ 9% MLA ਸੀਰੀਅਸ ਕ੍ਰਿਮੀਨਲ ਕੇਸ ਤੋਂ ਜੂਝ ਰਹੇ ਆ ਇਸ ਵੇਲੇ ਜੀ। ਔਰ ਉਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਜਿਹੜੇ ਇਹ MLA ਇਸ ਵੇਲੇ ਲੜ ਰਹੇ ਨੇ, ਮੈਂ ਹੈਰਾਨਗੀ ਤੇ ਸਭ ਤੋਂ ਵੱਡੀ ਇਹ ਹੈ ਕਿ ਅਸੀਂ ਚੁਣ ਕੇ ਅਸੀਂ ਭੇਜਿਆ ਇਹਨਾਂ ਨੂੰ ਜੀ। ਬਿਲਕੁਲ। ਇਹ ਕੋਈ ਹੋਰ ਤੇ ਨਹੀਂ ਚੁਣਿਆ, ਇਹ ਕੋਈ ਆਪਣੇ ਘਰੋਂ MLA ਬਣ ਕੇ ਨਹੀਂ ਆਏ, ਬਿਲਕੁਲ ਅਸੀਂ ਇਹਨਾਂ ਨੂੰ ਬਣਾ ਕੇ ਭੇਜਿਆ। ਹੁਣ ਪੰਜਾਬ ਦੀ ਅਸੈਂਬਲੀ ਦੇ ਵਿੱਚ 14% MLA ਇਦਾਂ ਦੇ ਬੈਠੇ ਆ ਜਿਹੜੇ ਜਾਂ ਤੇ ਡਕੈਤ ਹੋਣੇ ਆ ਜੀ, ਜਾਂ ਰੈਪਿਸਟ ਹੋਣੇ ਨੇ, ਬਿਲਕੁਲ, ਤੇ ਜਾਂ ਉਹ ਕਿਡਨੈਪਰ ਨੇ ਜਾਂ ਮਰਡਰਰ ਨੇ ਜੀ। ਹੁਣ ਸਾਨੂੰ ਨਹੀਂ ਪਤਾ। ਹੁਣ ਤੁਸੀਂ ਦੱਸੋ ਕਾਨੂੰਨ ਕਿੱਦਾਂ ਦੇ ਬਣਨਗੇ ਪੰਜਾਬ 'ਚ? ਜਿਹੜੇ ਕਾਨੂੰਨ ਵੀ ਤਾਂ ਇਹਨਾਂ ਨੇ ਬਣਾਉਣੇ ਆ। ਹਾਂ ਬਿਲਕੁਲ ਜੀ, ਮੈਂ ਇਹੀ ਗੱਲ ਕਹਿਣ ਲੱਗਿਆ ਵੀ ਜਿਹੜੇ ਆਪ ਹੀ ਕ੍ਰਿਮੀਨਲ ਨੇ, ਸੀਰੀਅਸ ਕੇਸ ਚੱਲਦੇ ਨੇ, ਉਹ ਕਿਵੇਂ ਜਿਹੜੀਆਂ ਕ੍ਰਿਮੀਨਲ ਘਟਨਾਵਾਂ ਨੇ ਉਹਨਾਂ ਨੂੰ ਰੋਕ ਸਕਦੇ ਆ, ਜਾਂ
ਜਿਹੜੇ ਐਡੇ ਸਾਡੇ ਹੋ ਰਹੇ ਨੇ, ਕਤਲ ਹੋ ਰਹੇ ਨੇ, ਡਕੈਤੀਆਂ ਹੋ ਰਹੀਆਂ ਨੇ, ਉਹਨਾਂ ਦੇ ਕਾਨੂੰਨ ਪਾਸ ਨੇ, ਉਹ ਕਿੱਦਾਂ ਦੇ ਕਾਨੂੰਨ ਬਣਾਉਣਗੇ ਜੀ? ਸਰ ਦੇਖੋ ਹੁਣ ਕ੍ਰਿਮੀਨਲ ਦੇ ਜਿੱਥੇ ਕ੍ਰਾਈਮ ਆਉਂਦਾ ਉੱਥੇ ਫਾਈਨੈਂਸ ਤੇ ਆਉਂਦਾ ਕਿ ਨਹੀਂ ਆਉਂਦਾ? ਬਿਲਕੁਲ ਜੀ। ਤੇ ਹੁਣ ਫਾਈਨੈਂਸ ਦੇ ਉੱਤੇ ਇਹ ਕਹਿੰਦੇ ਪੰਜਾਬ ਕਰਜ਼ਾਈ ਆ, ਆਪਾਂ ਪਹਿਲਾਂ ਵੀ ਇਸ ਮੁੱਦੇ ਤੇ ਗੱਲ ਕੀਤੀ ਸੀ। ਬਿਲਕੁਲ ਜੀ। ਔਰ ਮੈਂ ਫਿਰ ਇੱਕ ਵਾਰੀ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਐਮਐਲਏ ਤਾਂ ਪਹਿਲਾਂ ਆਪਾਂ ਭੱਤਿਆਂ ਦੀ ਗੱਲ ਕੀਤੀ ਸੀ ਕਿ ਇੰਨੇ ਭੱਤੇ ਮਿਲਦੇ ਆ, ਕਿੰਨੀ ਤਨਖਾਹ ਮਿਲਦੀ ਆ, ਲੇਕਿਨ ਅੱਜ ਦੀ ਡੇਟ 'ਚ ਮੈਂ ਦੱਸਣਾ ਚਾਹੁੰਦਾ ਜਿਨ੍ਹਾਂ ਨੂੰ ਤਨਖਾਹ ਤੇ ਉਹ ਭੱਤੇ ਮਿਲਦੇ ਆ, ਪੰਜਾਬ ਦੇ 117 ਵਿੱਚੋਂ 95 ਐਮਐਲਏ ਜਿਹੜੇ ਨੇ ਉਹ ਕਰੋੜਪਤੀ ਆ। ਮੈਨੂੰ ਸੁਣਨ ਦੇ ਵਿੱਚ ਥੋੜਾ ਜਿਹਾ ਕਲੀਅਰ ਕਰ ਦਿਓ ਦੁਬਾਰਾ। ਪੰਜਾਬ 117 ਪੰਜਾਬ ਦੇ ਐਮਐਲਏਆਂ ਦੇ ਵਿੱਚੋਂ 95 ਐਮਐਲਏ 95 ਐਮਐਲਏ ਜਿਹੜੇ ਨੇ ਉਹ ਕਰੋੜਪਤੀ ਨੇ ਜਿਨ੍ਹਾਂ ਦੀ ਪ੍ਰਾਪਰਟੀ ਚਲ ਅਚਲ ਸੰਪत्ति 1 ਕਰੋੜ ਤੋਂ ਉੱਪਰ ਆ। ਔਰ ਜਿਹਨੂੰ ਮੈਂ ਪਰਸੈਂਟੇਜ ਦੇ ਵਿੱਚ ਗੱਲ ਕਰਾਂ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜੇ ਐਮਐਲਏ ਬੈਠੇ ਨੇ 81% ਜਿਹੜੇ ਨੇ ਉਹ ਕਰੋੜਪਤੀ ਨੇ। ਪਰ ਕਹਿੰਦੇ ਤਾਂ ਜੀ ਸੇਵਾਦਾਰ ਆ, ਉਹ ਕਹਿੰਦੇ ਅਸੀਂ ਸੇਵਾਦਾਰ, ਇਹ ਤੇ ਬਸ ਤੁਸੀਂ ਆਪ ਹੀ ਸਮਝ ਲਓ ਜੀ, ਇਹ ਸੇਵਾਦਾਰ ਕੋਈ ਨਹੀਂ ਹੈਗੇ। ਔਰ ਉਸ ਤੋਂ ਇਲਾਵਾ ਜਿਹੜੇ ਬਾਕੀ ਦੇ ਬਚਦੇ ਨੇ ਉਹ ਕੋਈ ਹਜ਼ਾਰਾਂ ਵਾਲੇ ਨਹੀਂ ਹੈਗੇ ਜੀ। ਉਹਨਾਂ ਦੀ ਪ੍ਰਾਪਰਟੀ ਐਨਾਲਾਈਸਿਸ ਉਹ 12% ਜਿਹੜੇ ਨੇ ਉਹ 25 ਲੱਖ ਤੋਂ 1 ਕਰੋੜ ਦੇ ਵਿੱਚ ਨੇ। ਮਤਲਬ ਹੈਗੇ ਨੇੜੇ ਤੇੜੇ ਨਹੀਂ, ਨੇੜੇ ਤੇੜੇ ਮਤਲਬ ਅਗਲੇ ਵਾਰੀ ਜਦੋਂ ਉਹਨਾਂ ਨੇ 2022 'ਚ ਭਰਨਾ ਤੇ ਉਹ ਕਰੋੜਪਤੀ 'ਚ ਆ ਜਾਣਗੇ, ਉਹਨਾਂ 'ਚ ਵੀ ਆ ਜਾਣਗੇ ਜੀ, ਆ ਜਾਣਗੇ। ਠੀਕ ਹੈ ਜੀ। ਤੇ ਇਹ ਮੈਨੂੰ ਦੱਸੋ ਪਹਿਲਾਂ ਤੇ ਇੰਨੇ ਭੱਤੇ ਲੈਣ ਦੇ ਲਾਇਕ ਹੈਗੇ ਨੇ? ਬਿਲਕੁਲ। ਕਿੱਦਾਂ ਹੋਣਾ ਚਾਹੀਦਾ? ਬਿਲਕੁਲ। ਪੰਜਾਬ ਦੇ ਵਿੱਚ ਅਸੀਂ ਕਹਿੰਦੇ ਜਦੋਂ ਇਹਨਾਂ ਤੋਂ ਕੋਈ ਫੰਡ ਮੰਗਦੇ ਆ ਕਿਸੇ ਸਕੀਮ ਦੇ ਤਹਿਤ, ਪੰਜਾਬ ਸਰਕਾਰ ਨੇ ਕਈ ਸਕੀਮਾਂ ਬੰਦ ਕਰ ਦਿੱਤੀਆਂ। ਜੇ ਬੰਦ ਨਹੀਂ ਕੀਤੀਆਂ ਤੇ ਫੰਡ ਰਿਲੀਜ਼ ਨਹੀਂ ਕਰ ਰਹੇ, ਉਹ ਜਿੱਦਾਂ ਬੁਢਾਪਾ ਪੈਨਸ਼ਨ ਲੈ ਲਓ, ਵਿਧਵਾ ਪੈਨਸ਼ਨ ਲੈ ਲਓ, ਬੇਰੋਜ਼ਗਾਰ ਭੱਤਾ ਲੈ ਲਓ, ਸ਼ਗਨ ਸਕੀਮ ਲੈ ਲਓ, ਬਥੇਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੇ ਜਾਂ ਤੇ ਬਿਲਕੁਲ ਬੰਦ ਕਰ ਦਿੱਤੀਆਂ ਨੇ ਜਾਂ ਹੋਈਆਂ ਨਾ ਹੋਈਆਂ ਇੱਕ ਬਰਾਬਰ ਨੇ। ਮੈਂ ਤੁਹਾਨੂੰ ਇੱਥੇ ਰੋਕੂੰਗਾ ਸਰ। ਤੁਸੀਂ ਕਹਿ ਰਹੇ ਹੋ ਕਿ 95 ਜਿਹੜੇ ਐਮਐਲਏ ਪੰਜਾਬ ਦੇ ਉਹ ਕਰੋੜਪਤੀ ਨੇ ਜੀ। ਉਸ ਤੋਂ ਜੋ ਥੋੜੇ ਜਿਹੇ ਥੱਲੇ ਨੇ ਤਾਂ ਉਹ ਵੀ ਨੇੜੇ ਤੇੜੇ ਹੀ ਨੇ ਜੀ। ਪਰ ਦੇਖਿਆ ਜਾਵੇ ਸਮੇਂ-ਸਮੇਂ ਸਰ ਇਹਨਾਂ ਨੂੰ ਤਨਖਾਹਾਂ ਵੀ ਦਿੰਦੇ ਨੇ ਸਰਕਾਰ, ਭੱਤੇ ਵੀ ਦਿੰਦੀ ਆ, ਟਾਈਮ ਸਰ ਪੂਰੇ ਦਿੰਦੀ ਆ ਜੀ। ਦੂਸਰਾ ਪੱਖ ਦੇਖਿਆ ਜਾਵੇ ਤਾਂ ਜਿਹੜਾ ਇੱਕ ਮੁਲਾਜ਼ਮ ਆ ਉਹ ਦਿਨ ਰਾਤ ਕੰਮ ਕਰਦਾ ਵਿਚਾਰਾ, ਪ੍ਰੈਸ਼ਰ ਦੇ ਹੇਠ ਕਰਦਾ, ਕੋਈ ਗਲਤੀ ਹੋ ਜਾਵੇ ਝੱਟ ਸਸਪੈਂਡ ਹੁੰਦਾ ਵਾ, ਕੋਈ ਉਸ ਤੋਂ ਸੀਰੀਅਸ ਗਲਤੀ ਹੋ ਜਾਵੇ ਝੱਟ ਡਿਸਮਿਸ ਹੁੰਦਾ ਵਾ। ਉਹਨਾਂ ਦੇ ਭੱਤਿਆਂ ਦੇ, ਉਹਨਾਂ ਦੀ ਸੈਲਰੀਆਂ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਜੀ। ਦੇਖੋ ਇਹ ਤਾਂ ਕੀਤੀ ਜਾ ਰਹੀ ਆ ਕਿਉਂਕਿ ਅਸੀਂ ਲੋਕ, ਮੈਂ ਸਮਝਦਾ ਸਾਡਾ ਜ਼ਮੀਰ ਮਰ ਚੁੱਕਾ ਜੀ। ਸਾਡਾ ਜ਼ਮੀਰ ਮਰ ਚੁੱਕਾ ਕਿਉਂਕਿ ਜਦੋਂ ਅਸੀਂ ਵੋਟ ਪਾਉਂਦੇ ਆ ਅਸੀਂ ਨਾ ਤੇ ਇਹ ਦੇਖਦੇ ਆ ਕਿ ਬੰਦਾ ਕਿੰਨਾ ਅਮੀਰ ਆ ਜੀ, ਅਸੀਂ ਇਹ ਨਹੀਂ ਦੇਖਦੇ ਕਿ ਇਹ ਬੰਦਾ ਕ੍ਰਿਮੀਨਲ ਰਿਕਾਰਡ ਵਾਲਾ ਆ ਜੀ, ਨਾ ਅਸੀਂ ਉਹਦਾ ਕਰੈਕਟਰ ਦੇਖਦੇ ਆ। ਉਸ ਸਮੇਂ ਦਾ ਅਸੀਂ ਉਸ ਵੇਲੇ ਪਾਰਟੀਆਂ ਦੇ ਮਗਰ ਲੱਗ ਕੇ ਜਾਂ ਆਪਣੇ ਪਰਿਵਾਰ ਦੇ ਜਾਂ ਯਾਰਾਂ ਦੋਸਤਾਂ ਦੇ ਮਗਰ ਲੱਗ ਕੇ ਅਸੀਂ ਉਹਨੂੰ ਵੋਟ ਪਾ ਦਿੰਦੇ। ਕੁਝ ਤਾਂ ਸ਼ਰਾਬਾਂ ਦੇ ਪਿੱਛੇ ਵੀ ਲੱਗ ਕੇ ਜਾਂਦੇ ਆ ਕਿ ਉਹ ਵੀ ਮੈਨੂੰ ਐ ਲੱਗਦਾ ਕਈ ਤਾਂ ਇਦਾਂ ਦੇ ਹੁੰਦੇ ਨੇ ਕਿ ਉਹ ਪਹਿਲਾਂ ਖੜ ਕੇ ਵੋਟ ਪਾਉਣ ਤੋਂ ਪਹਿਲਾਂ ਚੇਤੇ ਕਰਦਾ ਕਿ ਰਾਤ ਬੋਤਲ ਕੌਣ ਦੇ ਕੇ ਗਿਆ ਸੀ, ਉਹਨੂੰ ਹੀ ਪਾਵਾਂ ਜੀ। 3 ਦਿਨ ਪਹਿਲਾਂ ਜਿਹਦੀ ਪੀਤੀ ਆ ਲਾਤ ਜਿਹਦੀ ਪੀਤੀ ਉਹਨੂੰ ਯਾਦ ਹੀ ਨਹੀਂ ਰਹਿਣੀ ਜੀ ਉਹਨਾਂ ਨੂੰ, ਤੇ ਫਿਰ ਇਹ ਤਾਂ ਮੌਜਾਂ ਲੈਣਗੇ। ਬਿਲਕੁਲ ਲੈਣਗੇ, ਇਹ ਤੇ ਚਾਹੁੰਦੇ ਆ। ਇਹ ਗਲਤੀਆਂ ਸਾਡੀਆਂ ਨੇ। ਇਹ ਜੇ ਕਰੋੜਪਤੀ ਆ ਤਾਂ ਹੀ ਤੇ ਵੋਟਾਂ ਖਰੀਦਦੇ ਆ ਜੀ। ਇਹਨਾਂ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਐਕਟ ਨਹੀਂ ਆ। ਤੁਸੀਂ ਕਦੀ ਯਾਦ ਆਉਂਦਾ ਤੁਹਾਨੂੰ ਕਿ ਪਿਛਲੇ 50-70 ਸਾਲਾਂ ਦੇ ਇਤਿਹਾਸ, 70-80 ਸਾਲ ਸਾਨੂੰ ਆਜ਼ਾਦ ਹੋਏ ਨੂੰ ਹੋ ਗਏ ਜੀ, 70-80 ਸਾਲ ਦੇ ਇਤਿਹਾਸ ਦੇ ਵਿੱਚ ਕੋਈ ਐਮਐਲਏ ਸਸਪੈਂਡ ਹੋਇਆ ਹੋਵੇ? ਜੇ ਹੋਊਗਾ ਵੀ ਤੇ ਬੜਾ ਰੇਅਰਲੀ ਇੱਕਾ ਦੁੱਕਾ ਹੋਇਆ ਹੋਊਗਾ। ਇੰਨੇ ਸੀਰੀਅਸ ਕੇਸ ਜਾਣ ਹੀ ਨਹੀਂ ਦਿੰਦੇ ਜੀ ਕਿ ਉਹ ਸਸਪੈਂਸ਼ਨ ਤੱਕ ਹੋ ਜਾਵੇ। ਠੀਕ ਹੈ, ਲੇਕਿਨ ਐਮਐਲਏ ਕਦੀ ਸਸਪੈਂਡ ਹੋਇਆ ਤੁਹਾਨੂੰ ਯਾਦ ਨਹੀਂ ਆਊਗਾ, ਮੈਨੂੰ ਤੇ ਨਹੀਂ ਯਾਦ ਆਉਂਦਾ। ਜੇ ਹੋਇਆ ਤੇ ਕਿਤੇ ਬਹੁਤ ਰੇਅਰ ਰਿਸਰਚ ਕਰਨ ਤੇ ਕੋਈ ਇੱਕ ਅੱਧਾ ਲੱਭ ਆਵੇ ਤਾਂ ਮੈਂ ਕਹਿ ਨਹੀਂ ਸਕਦਾ। ਉਹ ਵੀ ਕਿਤੇ ਕੋਰਟ ਨੇ ਸਸਪੈਂਡ ਕੀਤਾ ਹੋਣਾ। ਜੇ ਇੱਥੇ ਕੋਈ ਅਧਿਕਾਰੀ ਕਿਸੇ ਮੰਤਰੀ ਦਾ ਚਲਾਨ ਕੱਢਦੇ ਉਹ ਝੱਟ ਸਸਪੈਂਡ ਹੋ ਜਾਂਦਾ, ਨਹੀਂ ਤੇ ਟ੍ਰਾਂਸਫਰ ਤੇ ਪੱਕੀ ਹੈ। ਤੇ ਉਹ ਇਹ ਚੀਜ਼ ਸਾਨੂੰ ਸਮਝਣੀ ਪੈਣੀ ਹੈ। ਇਹ ਹੁਣ ਮੈਂ ਇੱਥੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਕਲੀਅਰ ਕਰ ਦੇਣਾ ਜੀ, ਕਈ ਵਾਰੀ ਸੁਣਨ ਦੇ ਵਿੱਚ ਭੁਲੇਖਾ ਲੱਗ ਜਾਂਦਾ ਕਿ ਸਾਡੇ ਪੰਜਾਬ ਦੇ 117 ਐਮਐਲਏ ਦੇ ਵਿੱਚੋਂ 95 ਐਮਐਲਏ ਜਿਹੜੇ ਉਹ ਕਰੋੜਪਤੀ ਨੇ, ਜਿਹੜੇ ਪਿਛਲੇ ਪਾਸੇ ਰਹਿ ਗਏ ਉਹ ਨੇੜੇ ਹੀ ਨੇ, ਅਗਲੇ ਇਲੈਕਸ਼ਨਾਂ ਤੱਕ ਉਹ ਵੀ ਕਰੋੜਪਤੀ ਹੋ ਜਾਣਗੇ। ਤੇ ਉਸ ਤੋਂ ਬਾਅਦ ਇਦਾਂ ਦੇ ਨੇ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਚੱਲਦੇ ਨੇ, ਕੁਝ ਇਦਾਂ ਦੇ ਨੇ ਜਿਨ੍ਹਾਂ ਤੇ ਸੀਰੀਅਸ ਕ੍ਰਿਮੀਨਲ ਕੇਸ ਚੱਲਦੇ ਨੇ। ਔਰ ਸੌਰੀ ਤਰਲੋਚਨ ਜੀ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਜੀ, ਇਹ ਇਕੱਲੇ ਅਮੀਰ ਤੇ ਕ੍ਰਿਮੀਨਲ ਵੀ ਨਹੀਂ ਹੈਗੇ ਜੀ। ਅਨਪੜ੍ਹ ਹੋਣਾ ਕੋਈ ਮਾੜੀ ਗੱਲ ਨਹੀਂ ਜੀ, ਘੱਟ ਪੜ੍ਹਿਆ ਲਿਖਿਆ ਹੋਣਾ ਕੋਈ ਪਰ ਅਗਵਾਈ ਕਰਨ ਵਾਲਾ ਤਾਂ ਪੜ੍ਹਿਆ ਲਿਖਿਆ ਹੋਣਾ ਚਾਹੀਦਾ। ਇਹ ਸਾਡੀ ਸੋਚ ਹੁਣ ਬਣੀ ਆ। ਬਿਲਕੁਲ। ਲੇਕਿਨ ਮੈਂ ਕਹਿੰਦਾ ਅਗਰ ਕੋਈ ਬੰਦਾ ਬਹੁਤ ਜ਼ਿਆਦਾ, ਕਈ ਵਾਰੀ ਜ਼ਰੂਰੀ ਨਹੀਂ ਕਿ ਅਸੀਂ ਡਿਗਰੀ ਲੈ ਕੇ ਪੜ੍ਹਦੇ ਆ, ਸਾਨੂੰ ਸਮਾਜ ਬੜਾ ਕੁਝ ਸਿਖਾਉਂਦਾ, ਪ੍ਰੈਕਟੀਕਲ ਨੌਲੇਜ ਬੜੀ ਕੁਝ ਰਿਮਾਈਂਡਰ ਰੱਖਦੀ ਹੈ। ਬਿਲਕੁਲ ਆਉਂਦੀ ਹੈ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ 117 ਐਮਐਲਏ ਵਿੱਚੋਂ ਜੀ 45 ਐਮਐਲਏ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੇ ਐਫੀਡੇਵਿਟ ਦੇ ਵਿੱਚ 5ਵੀਂ ਤੋਂ 12ਵੀਂ ਤੱਕ ਪੜ੍ਹੇ ਹੋਏ ਨੇ। ਮਤਲਬ ਕਹਿ ਸਕਦੇ ਆ 12ਵੀਂ ਤੋਂ ਥੱਲੇ ਤੇ 5ਵੀਂ ਤੋਂ ਉੱਤੇ ਜੀ। ਕਿੰਨੇ ਐਮਐਲਏ ਦੱਸਿਆ ਤੁਸੀਂ? ਉਹ 45 ਐਮਐਲਏ, 38%। ਤੇ ਇਹਨਾਂ ਦੇ ਵਿੱਚੋਂ ਫਿਰ ਕੋਈ ਨਾ ਕੋਈ ਸਿੱਖਿਆ ਮੰਤਰੀ ਵੀ ਬਣਾਇਆ ਹੋਊਗਾ ਜੀ? ਕੋਈ ਵੱਡੀ ਗੱਲ ਨਹੀਂ।
5 ਤੋਂ 12ਵਾਂ ਪੜਿਆ ਹੋਇਆ ਜੀ, ਉਹ ਫਿਰ ਸਿੱਖਿਆ ਮੰਤਰੀ ਬਣ ਕੇ ਤਾਂ ਫਿਰ ਬੱਚਿਆਂ ਨੂੰ ਉਹੋ ਜਿਹੀ ਐਜੂਕੇਸ਼ਨ ਸਿਸਟਮ ਦੇਊਗਾ ਜੀ। ਲੇਕਿਨ ਇਸ ਟਾਈਮ ਜਿਹੜਾ ਸਾਡੇ ਸਿੱਖਿਆ ਮੰਤਰੀ ਨੇ ਜੀ, ਜਿਹੜੇ ਸਿੰਗਲਾ ਸਾਹਿਬ ਨੇ ਜੀ, ਉਹ ਗ੍ਰੈਜੂਏਟ ਤੋਂ ਅਬਵ ਨੇ, ਉਹ ਗ੍ਰੈਜੂਏਸ਼ਨ ਹੈ, ਉਹ ਉਸ ਤੋਂ ਵੀ ਅਬਵ ਨੇ। ਲੇਕਿਨ ਕੋਈ ਵੱਡੀ ਗੱਲ ਨਹੀਂ ਆ, ਕਿਉਂਕਿ ਜਦੋਂ ਮੰਤਰੀਆਂ ਦਾ ਬੰਦਰ ਬਾਂਟ ਚੱਲਦੀ ਹੈ ਨਾ, ਜੀ, ਮੈਨੂੰ ਆਹ ਮੰਤਰਾਲੇ ਚਾਹੀਦਾ, ਮੈਨੂੰ ਇਹ ਚਾਹੀਦਾ, ਰੌਲਾ ਪੈਂਦਾ ਆ, ਤੇ ਉਦੋਂ ਇਹ ਨਹੀਂ ਦੇਖਦੇ ਉਹ ਕਿੰਨਾ ਪੜ੍ਹਿਆ ਲਿਖਿਆ, ਉਹਦੀ ਕਾਬਲੀਅਤ ਨਹੀਂ ਦੇਖੀ ਜਾਂਦੀ, ਉਹ ਦੇਖਿਆ ਜਾਂਦਾ ਵੀ ਇਹ ਰੁਤਬਾ ਕਿੰਨਾ ਕੁ ਵੱਡਾ ਆ, ਇਹਦੇ ਪਿੱਛੇ ਐਮਐਲਏ ਕਿੰਨੇ ਆ, ਵੀ ਕੱਲ ਨੂੰ ਸਾਡੀ ਸਰਕਾਰ ਨੂੰ ਖਤਰਾ ਨਾ, ਉਹ ਦੇਖ ਕੇ ਉਹਨੂੰ ਮੰਤਰਾਲੇ ਦਿੱਤਾ ਜਾਂਦਾ ਆ। ਔਰ ਉਸ ਤੋਂ ਐਮਐਲਏ ਸਿਰਫ 5ਵੀਂ ਤੋਂ 12ਵੀਂ ਤੱਕ ਪਾਸ, 12ਵੀਂ ਤੱਕ ਪਾਸ ਆ। ਹੁਣ ਇੱਥੇ ਇੱਕ ਸਵਾਲ ਹੋਰ ਖੜਾ ਹੁੰਦਾ, ਇਹ ਕਹਿੰਦੇ ਆ ਜੀ ਯੂਥ ਨੂੰ ਅੱਗੇ ਆਉਣਾ ਚਾਹੀਦਾ। ਪੰਜਾਬ ਦਾ ਯੂਥ ਦਾ ਤੇ ਉਦਾਂ ਹੀ ਬੇੜਾ ਗਰਕ ਕਰ ਦਿੱਤਾ ਕਰਤਾ ਜੀ, ਕਰਤਾ ਆਲਮੋਸਟ ਹੋ ਗਿਆ, ਜਿਹੜਾ ਬਚਿਆ ਖੁਜਾ ਉਹ ਬਾਹਰ ਚਲ ਗਿਆ ਜੀ। ਆਉਣ ਵਾਲੇ ਟਾਈਮ ਦੇ ਵਿੱਚ ਮੈਂ ਦੇਖਦਾ ਕਿਹੜਾ ਯੂਥ ਇੱਥੇ ਦਿਸੂਗਾ। ਇੱਥੇ ਯੂਥ ਜਿਹੜਾ ਰਹਿ ਗਿਆ, ਜਾਂ ਤਾਂ ਉਹ ਫੋਨਾਂ ਤੇ ਲੱਗਿਆ ਹੈ, ਜਾਂ ਉਹ ਸਿੰਗਰਾਂ ਪਿੱਛੇ ਲੱਗਿਆ ਹੈ ਜੀ। ਫਲਾਣੇ ਸਿੰਗਰ ਨੇ ਅੱਜ ਫਲਾਣੇ ਨੂੰ ਗਾਲਾਂ ਕੱਢਦੀਆਂ ਜੀ, ਬਸ ਫਲਾਣੇ ਨੇ ਅੱਜ ਉਹਦੇ ਤੇ ਜਵਾਬ ਤੇ ਗਾਣਾ ਗਾਤਾ, ਹੋਰ ਕੁਝ ਨਹੀਂ ਹੈਗਾ ਇਹਨਾਂ ਕੋਲ ਮੁੱਦਾ। ਔਰ ਅੱਜ ਦੀ ਡੇਟ ਦੇ ਵਿੱਚ ਮੈਂ ਦੱਸਣਾ ਚਾਹੁੰਦਾ, ਪੰਜਾਬ ਦੇ 65 ਐਮਐਲਏ 56% ਐਮਐਲਏ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੀ ਉਮਰ 51 ਸਾਲ ਤੋਂ ਲੈ ਕੇ 80 ਸਾਲ ਤੱਕ ਦੱਸੀ ਹੈ। ਮਤਲਬ 50 ਸਾਲ ਤੋਂ ਬਾਅਦ ਤਾਂ ਬੰਦਾ ਯੂਥ 'ਚ ਰਹਿੰਦਾ ਹੀ ਨਹੀਂ ਹੈਗਾ ਜੀ, ਫਿਰ ਯੂਥ ਨੂੰ ਕੀ ਗਾਈਡੈਂਸ ਦੇਣਗੇ? ਮਤਲਬ ਪੰਜਾਬ ਦੇ 60 ਤੋਂ 65 ਐਮਐਲਏ ਇਹੋ ਜਿਹੇ ਨੇ ਜਿਹੜੇ 50 ਤੋਂ ਉੱਪਰ ਲੈ ਕੇ 80 ਤੱਕ ਨੇ, ਯਾਨੀ ਕਿਸੇ ਦੀ ਉਮਰ 70 ਆ, ਕਿਸੇ ਦੀ 75 ਆ, ਕੋਈ 78 ਆ, ਕੋਈ 65 ਆ, ਕੋਈ 60 ਆ। ਇੱਕ ਤਾਂ ਮਿਲਾ ਦਾ 80 ਤੋਂ ਵੀ ਵੱਧ ਨੇ, ਉਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਜਿਨ੍ਹਾਂ ਦੀ ਉਮਰ 80 ਤੋਂ ਵੱਧ ਨੇ, ਉਹ ਇੱਕੋ ਹੀ ਐਮਐਲਏ ਨੇ ਪੰਜਾਬ 'ਚ। ਐਮਐਲਏ ਆ ਜੀ। ਪਰ ਇਹ ਵੀ ਤਾਂ ਇੱਥੇ ਦੇਖਣ ਯੋਗ ਗੱਲ ਆ ਨਾ ਸਰ, ਕਿ ਜੇ 50 ਸਾਲ ਤੋਂ 80 ਸਾਲ ਤੱਕ ਦੇ ਜਿਹੜੇ ਬੰਦੇ ਨੇ ਉਹ ਅਗਵਾਈ ਕਰ ਰਹੇ ਨੇ ਯੂਥ ਦੀ, ਤਾਂ ਯੂਥ ਦਾ ਕੀ ਲੋੜਾਂ ਨੇ, ਕੀ ਉਹਨਾਂ ਨੂੰ ਸਮੇਂ 'ਚ ਨੌਕਰੀਆਂ ਚਾਹੀਦੀਆਂ ਨੇ, ਜਾਂ ਕੀ ਡਿਗਰੀ ਦੀ ਵੈਲਿਊ ਆ, ਉਹਨਾਂ ਨੂੰ ਕੀ ਪਤਾ ਲੱਗੂ ਜੀ? ਮੈਂ ਕਨਕਲੂਡ ਕਰਨਾ ਚਾਹੁੰਦਾ ਇੱਥੇ, ਜੀ। ਇੱਕ ਰਿਪੋਰਟ ਤੁਹਾਨੂੰ ਦੱਸ ਦਿੱਤੀ ਆ, ਲੇਕਿਨ ਹੁਣ ਇਹਦੇ ਮਾਇਨੇ ਕੀ ਆ ਪੰਜਾਬ 'ਚ? ਜੀ, ਯੂਥ ਨੂੰ ਰਿਪਰੈਜ਼ੈਂਟ ਕਰਨ ਲਈ ਯੂਥ ਲੀਡਰ ਚਾਹੀਦੇ ਆ। ਬਿਲਕੁਲ ਚਾਹੀਦਾ ਜੀ, ਕਿਉਂਕਿ ਜਿੱਦਾਂ ਦਾ ਬੰਦਾ ਹੋਊਗਾ ਉਹਦੀ ਸੋਚ ਉਹੀ ਸਮਝੇਗਾ। ਬਿਲਕੁਲ ਜੀ। ਸਾਡੇ ਇੱਥੇ ਯੂਥ ਲੀਡਰਾਂ ਦੀ ਕਮੀ ਹੈ, ਕਿਉਂਕਿ ਇੱਥੇ ਜਿਹੜੇ ਬਜ਼ੁਰਗ ਨੇ, ਮੈਂ ਉਹਨਾਂ ਦਾ ਆਪਾਂ ਚਲੋ ਮਾਨ ਸਨਮਾਨ ਪੂਰਾ ਆ, ਬਿਲਕੁਲ ਕਰਦੇ ਆ ਜੀ, ਲੇਕਿਨ ਇੱਕ ਟਾਈਮ ਦੇ ਉੱਤੇ ਘਰ ਦੇ ਵਿੱਚੋਂ ਵੀ ਬਜ਼ੁਰਗ ਰਿਟਾਇਰ ਹੁੰਦੇ ਆ ਕਿ ਨਹੀਂ ਹੁੰਦੇ? ਆਪਣੇ ਸਾਰਿਆਂ ਦੇ ਘਰੇ ਬਜ਼ੁਰਗ ਆ, ਉਹ ਇੱਕ ਟਾਈਮ ਇਹੋ ਜਿਹਾ ਆਉਂਦਾ, ਉਹ ਕਹਿੰਦੇ ਵੀ ਕਾਕਾ ਹੁਣ ਮੈਂ ਮੌਜ ਕਰਨੀ ਆ, ਤੂੰ ਕਮਾ ਤੂੰ ਖਾ ਤੇ ਨਾਲ ਮੈਨੂੰ ਵੀ ਦੇਖ। ਨਹੀਂ, ਪਰ ਮੈਂ ਤੁਹਾਡੀ ਇੱਥੇ ਗੱਲ ਵਿੱਚ ਹੀ ਰੋਕਦਾ ਵਾਂ, ਪਰ ਲੀਡਰ ਰਾਜਨੀਤੀ ਦੇ ਵਿੱਚ ਵੀ ਇਦਾਂ ਹੀ ਹੁੰਦਾ ਜੀ। ਇੱਕ ਮੰਤਰੀ ਆ ਜਿਹੜਾ ਉਹ ਥੋੜਾ ਜਿਹਾ ਬੁੜਾ ਹੁੰਦਾ, ਉਹ ਮੁੜ ਕੇ ਆਪਦੇ ਮੁੰਡੇ ਨੂੰ ਐਮਐਲਏ ਬਣਾ ਦਿੰਦਾ। ਇਹੀ ਤਾਂ ਰੋਲਾ ਹੈ ਜੀ, ਕਿ ਇੱਥੇ ਜਿਹੜਾ ਇਹਨਾਂ ਨੇ ਆਪਣਾ ਪੀੜ੍ਹੀ ਦਰ ਪੀੜ੍ਹੀ ਚਲਾਇਆ ਹੋਇਆ ਨਾ ਕੰਮ, ਉਹ ਹਜੇ ਅਸੀਂ ਉਸ ਤੋਂ ਬਾਹਰ ਨਹੀਂ ਨਿਕਲੇ। ਰਿਟਾਇਰ ਇਹ ਵੀ ਹੁੰਦੇ ਪਰ ਲੇਟ ਹੁੰਦੇ ਨੇ ਜੀ, ਮੈਨੂੰ ਲੱਗਦਾ। ਨਹੀਂ ਜੀ, ਮੈਂ ਤੇ ਆਪਣੀ ਲਾਈਫ 'ਚ ਕੋਈ ਰਿਟਾਇਰਮੈਂਟ ਦੇਖੀ ਨਹੀਂ ਇਹਨਾਂ ਦੀ। ਰਿਟਾਇਰ ਉਹ ਹੋਏ ਆ ਜਿਨ੍ਹਾਂ ਦੇ ਉੱਤੇ ਜਾਂ ਤੇ ਕੋਰਟ ਨੇ ਧੱਕਾ ਦੇ ਕੇ ਉਹਨਾਂ ਤੇ ਕਿਹਾ ਵੀ ਹੁਣ ਤੂੰ ਇਲੈਕਸ਼ਨ ਨਹੀਂ ਲੜ ਸਕਦਾ, ਰੋਕ ਲਾਤੀ ਜੀ, ਜਾਂ ਕਿਸੇ ਪਾਰਟੀ ਨੇ ਉਹਨੇ ਮੂੰਹ ਨਹੀਂ ਲਾਇਆ ਜੀ, ਜਾਂ ਕਿਸੇ ਜਨਤਾ ਦੀ ਕਚਹਿਰੀ ਵਿੱਚੋਂ 2-4 ਵਾਰ ਹਾਰ ਗਿਆ, ਉਸ ਤੋਂ ਬਾਅਦ ਵੀ ਉਹ ਟੇਕ ਕੇ ਨਹੀਂ ਬਹਿੰਦਾ, ਉਹ ਫਿਰ ਆਪਣੇ ਰਸੂਖ ਦਾ ਫਾਇਦਾ ਚੱਕ ਕੇ ਕੋਈ ਪੰਜਾਬ ਦੇ ਵਿੱਚ ਕੋਈ ਚੇਅਰਮੈਨ ਹੀ ਲੈ ਕੇ ਲੀਡਰੀ ਫੇਰ ਕਰਦਾ ਜੀ। ਠੀਕ ਹੈ, ਹਟਦਾ ਉਹ ਫੇਰ ਵੀ ਨਹੀਂਗਾ, ਅਫਸਰਾਂ ਤੇ ਰੋਬ ਤਾਂ ਫੇਰ ਬਣਿਆ ਰਹਿੰਦਾ। ਲੇਕਿਨ ਇੱਥੇ ਮੈਂ ਦੱਸਣਾ ਚਾਹਨਾ, ਯੂਥ ਨੂੰ ਰਿਪਰੈਜ਼ੈਂਟ ਕਰਨ ਲਈ ਯੂਥ ਲੀਡਰ ਦੀ ਲੋੜ ਆ, ਉਹ ਹੈ ਨਹੀਂ। ਜੇ ਆਪਾਂ ਗੱਲ ਕਰੀਏ, ਆਪਾਂ ਹਰ ਵਾਰੀ ਕਹਿੰਦੇ ਪੰਜਾਬ ਦੇ ਸਕੂਲਾਂ ਦੀ ਹਾਲਤ ਬੜੀ ਮਾੜੀ ਆ, ਉਹ ਭਾਜੀ ਹੋਣੀ ਆ। ਸਾਡੇ ਵਿੱਚ ਜਿਹੜੇ ਪੜ੍ਹੇ ਲਿਖੇ ਲੋਕ ਐਮਐਲਏ ਹੈ ਕਿੱਥੇ ਆ? ਜਿਹੜੀ ਅਗਵਾਈ ਕਰ ਰਹੇ ਨੇ, ਉਹ ਆਪ 5ਵੀਂ ਤੋਂ ਲੈ ਕੇ 12ਵੀਂ ਥੱਲੇ ਨੇ, ਉਹ ਕਿੱਦਾਂ ਯੂਨੀਵਰਸਿਟੀਆਂ ਬਣਾਉਣਗੇ? ਉਹਨੂੰ ਪੜ੍ਹਾਈ ਦੀ ਅਹਿਮੀਅਤ ਕਿੱਦਾਂ ਹੋਊਗੀ? ਜਦ ਕਿ ਜਿਹੜੇ ਸਾਡੇ ਪੁਰਾਣੇ ਸੀਗੇ, ਦੇਖੋ ਅਨਪੜ੍ਹ ਉਹਨਾਂ ਵਿੱਚ ਵੀ ਸੀਗੇ, ਪੁਰਾਣੇ ਲੀਡਰਾਂ 'ਚ ਵੀ ਅਨਪੜ੍ਹ ਸੀਗੇ, ਮਤਲਬ ਇਹ ਤੇ ਫੇਰ ਵੀ 5ਵੀਂ ਵਾਲੇ ਆ, ਉਹ ਤੇ ਕਈ ਪਹਿਲੀ ਦੂਜੀ ਵਾਲੇ ਵੀ ਹੋਣੇ ਆ, ਲੇਕਿਨ ਉਹਨਾਂ ਨੂੰ ਪੜ੍ਹਾਈ ਦੀ ਅਹਿਮੀਅਤ ਸੀਗੀ ਕਿ ਯਾਰ ਅਸੀਂ ਨਹੀਂ ਪੜ੍ਹੇ ਤਾਂ ਇਹਨਾਂ ਨੂੰ ਪੜ੍ਹਾਈਏ। ਲੇਕਿਨ ਇਹ ਕਹਿੰਦੇ ਆ ਵੀ ਭਾਂਡੇ 'ਚ ਵੜੇ, ਨਾ ਤੇ ਅਸੀਂ ਪੜ੍ਹੇ ਆ ਤੇ ਨਾ ਸਾਨੂੰ ਕਿਸੇ ਦੀ ਲੋੜ ਆ, ਨਾ ਯੂਨੀਵਰਸਿਟੀ ਬਣ ਰਹੀ ਹੈ। ਜੇ ਬਣ ਵੀ ਰਹੀਆਂ, ਹੁਣ ਇੱਥੇ ਹੋਰ ਗੱਲ ਆ, ਜੇ ਪ੍ਰਾਈਵੇਟ ਸਰਕਾਰੀ ਕੁਛ ਨਹੀਂ ਆ, ਜੇ ਪ੍ਰਾਈਵੇਟ ਸਕੂਲ ਔਰ ਪ੍ਰਾਈਵੇਟ ਯੂਨੀਵਰਸਿਟੀ ਬਣ ਰਹੀਆਂ ਤੇ ਉਹਨਾਂ ਦੇ ਵਿੱਚ ਇਹਨਾਂ ਦਾ ਇਨਡਾਇਰੈਕਟਲੀ ਸ਼ੇਅਰ ਹੋਊਗਾ ਤੇ ਜਾਂ ਇਹਨਾਂ ਦਾ ਆਪਦੀ ਹੋਊਗੀ, ਉਹ ਇੱਕ ਨਵਾਂ ਪੰਗਾ ਆ। ਉਸ ਤੋਂ ਬਾਅਦ ਗੱਲ ਕਰਦੇ ਪੰਜਾਬ ਦੇ ਵਿੱਚ ਗਰੀਬੀ ਦੀ, ਤੇ ਭਾਈ ਸਾਹਿਬ ਇੱਥੇ 81% ਐਮਐਲਏ ਤੇ ਕਰੋੜਪਤੀ ਨੇ ਜੀ। ਉਹਨਾਂ ਨੂੰ ਗਰੀਬਾਂ ਨਾਲ ਕੀ ਮਤਲਬ ਆ? ਗਰੀਬੀ ਦੇ ਲਈ ਉਹਨਾਂ ਨੂੰ ਕਦੀ ਕਿਸੇ ਐਮਐਲਏ ਨੇ ਕੋਵਿਡ-19 ਦੇ ਵਿੱਚ ਜਾ ਕੇ ਇਹ ਦੇਖਿਆ ਵੀ ਰਾਸ਼ਨ ਦੇ ਵਿੱਚ ਕਿੱਦਾਂ ਦੀ ਦਾਲ ਆ ਰਹੀ ਹੈ ਜੀ? ਕਈ ਜਗ੍ਹਾ ਤੋਂ ਮੈਂ ਦੇਖਿਆ ਵੀ ਜਿਹੜਾ ਦਾਣੇ ਵੰਡੇ ਗਏ ਨੇ, ਜਿਹੜਾ ਆਪਣੇ ਕਣਕ ਵੰਡੀ ਗਈ ਆ, ਉਹ ਉੱਲੀ ਵਾਲੀ ਸੀਗੀ। ਬਿਲਕੁਲ ਜੀ, ਠੀਕ ਆ, ਉਹਨੂੰ ਉੱਲੀ ਲੱਗੀ ਹੋਈ ਸੀਗੀ, ਉਹ ਗਲੀ ਹੋਈ ਸੀਗੀ, ਤੇ ਉਹ ਕਿਸੇ ਨੇ ਨਹੀਂ ਦੇਖਿਆ। ਲੇਕਿਨ ਕਿਉਂਕਿ ਇਹਨਾਂ ਦੇ ਆਪ ਦੇ ਘਰੇ ਸਾਲ 2-2 ਸਾਲ ਦੇ ਗੋਡਾਊਨ ਭਰੇ ਹੋਏ ਆ, ਉਹ ਤਾਂ ਕਰੋੜਪਤੀ ਨੇ ਤੇ ਗਰੀਬ ਦੀ ਕਿੱਦਾਂ ਸੁਣੂਗਾ ਕੋਈ? ਇਸ ਕਰਕੇ ਇੱਥੇ ਇਹ ਪੰਜਾਬ ਦੀ ਮੈਂ ਜੜ ਦੀ ਗੱਲ ਕਰ ਰਿਹਾ ਜੀ, ਕਿ ਇਹ ਜੜ੍ਹਾਂ ਇੱਥੋਂ ਹਿਲਣੀਆਂ ਨੇ ਇਹਨਾਂ ਦੀਆਂ। ਇਸ ਤੋਂ ਅੱਗੇ ਮੈਂ ਆਵਾਂਗਾ ਕਿ ਜਿਹੜੇ ਪੰਜਾਬ ਦੇ ਐਮਪੀ ਨੇ ਜਾਂ ਭਾਰਤ ਦੇ ਐਮਪੀ ਨੇ ਜੀ, ਉਹਨਾਂ ਬਾਰੇ ਵੀ ਦਰਸ਼ਕਾਂ ਨੂੰ ਜਾਣਕਾਰੀ ਦਿਓ, ਕਿਉਂਕਿ ਇਹ ਬੜੀ ਵਡਮੁੱਲੀ ਜਾਣਕਾਰੀ ਆ ਜੀ। ਸਾਨੂੰ ਦਰਸ਼ਕਾਂ ਨੂੰ ਇਹ
ਚਾਹੀਦੀ ਆ ਸੁਣਨਾ ਕਿ ਇਹਨਾਂ ਬਾਰੇ ਅਵੇਅਰ ਹੋਣਾ ਚਾਹੀਦਾ। ਅੱਗੇ ਵਾਰੀ ਵੋਟਾਂ ਨੂੰ ਆਉਣ ਤਾਂ ਪੁੱਛਣ ਇਹਨਾਂ ਨੂੰ ਜੀ ਜ਼ਰੂਰ। ਤਰਲੋਚਨ ਜੀ, ਇਹ ਜਾਣਕਾਰੀ ਇਦਾਂ ਦੀ ਆ ਜੀ ਜਿਹਨੂੰ ਮੈਂ ਇੰਨੀਆਂ ਆਰਟੀਆਈਆਂ ਪਾਈਆਂ, ਜੀ ਪਰ ਯਕੀਨ ਮੰਨਿਓ ਇਹਦੇ ਵਿੱਚ ਮੈਂ ਆਪਣੇ ਆਪ ਨੂੰ ਮੈਂ ਸਮਝਦਾ ਕਿ ਮੈਂ ਹਿੱਲ ਗਿਆ। ਮਤਲਬ ਬੜੀ ਹੀ ਮਨ ਨੂੰ ਠੇਸ ਪਹੁੰਚੀ, ਇਸ ਕਰਕੇ ਨਹੀਂ ਕਿ ਲੀਡਰਾਂ ਨੇ ਕਰਪਸ਼ਨ ਕੀਤਾ ਜਾਂ ਲੀਡਰਾਂ ਦੀ ਕੋਈ ਚਾਲ ਆ ਜੀ, ਇਸ ਕਰਕੇ ਠੇਸ ਪਹੁੰਚੀ ਕਿ ਕਿਹੜਾ ਲੋਕਤੰਤਰ ਆ, ਕਿਉਂਕਿ ਚੁਣ ਕੇ ਇਹਨਾਂ ਨੂੰ ਅਸੀਂ ਭੇਜਿਆ ਹੈ। ਬਿਲਕੁਲ ਜੀ, ਜਨਤਾ ਨੇ ਭੇਜਿਆ। ਠੀਕ ਹੈ, ਔਰ ਉਹ ਕੀ ਆ ਉਹ ਸੁਣੋਗੇ ਤੁਸੀਂ ਤੇ ਤੁਹਾਨੂੰ ਵੀ ਹੈਰਾਨਗੀ ਹੋਏਗੀ, ਔਰ ਜਿਹੜੇ ਦਰਸ਼ਕ ਇਹ ਸੁਣਨਗੇ ਉਹ ਮੇਰੇ ਖਿਆਲ ਨਾਲ ਘੱਟੋ ਘੱਟ 15-20 ਮਿੰਟ, ਜ਼ਿਆਦਾ ਨਹੀਂ ਮੈਂ ਕਹਿੰਦਾ 15-20 ਮਿੰਟ ਇਹ ਸਦਮੇ ਤੋਂ ਬਾਹਰ ਨਹੀਂ ਆ ਪਾਣਗੇ। ਸੋਚਣਗੇ ਵੀ ਇਹ ਹੋਇਆ ਅਸੀਂ ਬਣਾਇਆ, ਅਸੀਂ ਕੀ ਕੀਤਾ ਹੈ, ਬਣ ਗਏ, ਅਸੀਂ ਸੜਕਾਂ ਔਰ ਤੇ ਇਹ ਮੈਂ ਕਲੀਅਰ ਡਾਇਰੈਕਟ ਕਹਿਣਾ ਚਾਹੁੰਦਾ, ਇਹ ਤੁਹਾਡਾ ਕੀਤਾ ਹੋਇਆ ਵਾ, ਤੁਸੀਂ ਕੀਤਾ ਆ ਤੇ ਤੁਸੀਂ ਦੇਖਿਓ ਤੁਸੀਂ ਕੀ ਕੀਤਾ 2019 ਦੇ ਵਿੱਚ। ਮੈਂ ਕਿਸੇ ਪਾਰਟੀ ਦੀ ਕਿਸੇ ਦੀ ਗੱਲ ਨਹੀਂ ਕਰੂੰਗਾ, ਨਹੀਂ ਅਸੀਂ ਕਿਸੇ ਦੀ ਵਿਰੋਧਤਾ ਨਹੀਂ, ਲੇਕਿਨ ਮੈਂ ਇਹ ਦੱਸਦਾ ਕਿ ਸਾਡਾ ਲੋਕਤੰਤਰ ਕਿੱਥੇ ਖੜਾ ਆ, ਸਾਡਾ ਸੰਵਿਧਾਨ ਕਿੱਥੇ ਖੜਾ ਆ। ਬਿਲਕੁਲ ਜੀ। ਭਾਰਤ ਨੇ 2019 ਦੇ ਵਿੱਚ ਚੋਣਾਂ ਹੋਈਆਂ ਜੀ ਲੋਕ ਸਭਾ ਦੀਆਂ, ਉਹਦੇ ਵਿੱਚ ਇਹ ਜਿਹੜੀ ਰਿਪੋਰਟ ਆ ADR ਦੀ, ਇਹ ਰਿਪੋਰਟ ਜਿਹੜੀ ਆ ਇਹ 539 ਐਮਪੀਆਂ ਦੇ ਉੱਤੇ ਆ। 3 ਐਮਪੀਆਂ ਦੇ ਸ਼ਪਥ ਪੱਤਰ ਦੇ ਵਿੱਚ ਕੋਈ ਗੜਬੜੀ ਸੀਗੀ ਜਿਹਦੇ ਕਰਕੇ ਉਹ ਕਲੀਅਰ ਨਹੀਂ ਹੋਏ ਜੀ, ਪਰ ਉਹ ਐਮਪੀ ਬਣ ਗਏ, ਐਮਪੀ ਬਣ ਚੁੱਕੇ ਉਹ, ਤੇ 539 ਐਮਪੀਆਂ ਦੀ ਇਹ ਰਿਪੋਰਟ ਕਾਰਡ ਆ ਜੀ। ਉਹਦੇ ਵਿੱਚੋਂ 233 ਐਮਪੀ ਇਦਾਂ ਦੇ ਆ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਦਰਜ ਆ। ਮਤਲਬ ਐਮਐਲਏ ਦਾ ਤਾਂ ਬੇੜਾ ਗਰਕ ਹੈਗਾ ਹੀ ਸੀਗਾ, ਉਹਨਾਂ ਨੂੰ ਤੇ ਛੱਡ ਦਿਓ ਜੀ। ਹੁਣ ਸਾਡੇ ਜਿਹੜੇ ਐਮਪੀ ਸਾਹਿਬ ਨੇ ਭਾਰਤ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਭਾਰਤ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਉਹਨਾਂ ਦਾ ਵੀ 200 ਕਿੰਨੇ 233 ਐਮਪੀ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਨੇ। ਔਰ ਜੇ ਮੈਨੂੰ ਇੱਕ ਪਰਸੈਂਟੇਜ 'ਚ ਗੱਲ ਕਰਾਂ ਤੇ 43% 43% ਇੰਡੀਅਨ ਪਾਰਲੀਮੈਂਟ ਦੇ ਵਿੱਚ 43% ਐਮਪੀ ਜਿਹੜੇ ਨੇ ਉਹ ਕ੍ਰਿਮੀਨਲ ਕੇਸ ਰਿਕਾਰਡ ਵਾਲੇ ਬੈਠੇ ਨੇ ਪ੍ਰੈਜ਼ੈਂਟ ਰਾਈਟ ਨਾਓ, ਮੌਜੂਦਾ ਕਹਿ ਸਕਦੇ ਆ ਜੀ। ਔਰ ਉਹਨਾਂ ਦੇ ਵਿੱਚੋਂ 159 ਐਮਪੀ ਇਦਾਂ ਦੇ ਨੇ ਜਿਨ੍ਹਾਂ ਦੇ ਉੱਤੇ ਸੀਰੀਅਸ ਚਾਰजेस ਲੱਗੇ ਹੋਏ ਨੇ ਕ੍ਰਾਈਮ ਕੇਸਿਸ ਤੇ। ਇੱਥੇ ਦਰਸ਼ਕਾਂ ਨੂੰ ਇਹ ਦੱਸੋ ਸੀਰੀਅਸ ਚਾਰजेस ਹੁੰਦੇ ਕੀ ਨੇ? ਮੈਂ ਜਿਵੇਂ ਪਹਿਲਾਂ ਵੀ ਦੱਸਿਆ ਕਿ ਸੀਰੀਅਸ ਚਾਰਜਰ ਜਿਹਦੇ ਵਿੱਚ 5 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਜੀ, ਜਿਹੜੀਆਂ ਧਾਰਾਵਾਂ ਦੇ ਵਿੱਚ ਜੀ, ਉਹਦੇ ਵਿੱਚ ਮਰਡਰ, ਰੇਪਿਸਟ, ਡਕੈਤੀ, ਜੀ, ਚੁਣਾਵ ਦੇ ਦੌਰਾਨ ਗੜਬੜੀਆਂ। ਨਹੀਂ ਇਹਦੇ ਵਿੱਚ ਫਿਰ ਜਿਹੜੇ ਐਮਪੀ ਨੇ ਉਹਨਾਂ ਤੇ ਬਲਾਤਕਾਰ ਦੇ ਵੀ ਕੇਸ? ਮੈਂ ਤੁਹਾਨੂੰ ਕਲੀਅਰ, ਮੈਂ ਅੱਗੇ ਤੁਸੀਂ ਹੌਲੀ ਹੌਲੀ ਚੱਲੋ, ਮੈਂ ਤੁਹਾਨੂੰ ਦੱਸੂਗਾ ਕਿੰਨੇ ਨੇ। ਰੇਪਿਸਟ ਵੀ ਸਾਡੀ ਪੰਜਾਬ ਦੀ ਮੈਂਬਰ ਪਾਰਲੀਮੈਂਟ ਵਿੱਚ ਬੈਠੇ ਨੇ ਜਨਾਬ। ਤੇ ਸਾਡੀ ਸਰਕਾਰ ਤਾਂ ਕਹਿ ਰਹੀ ਹੈ ਜੀ ਬੇਟੀ ਪੜਾਓ ਬੇਟੀ ਬਚਾਓ। ਇਹ ਕਿੱਦਾਂ ਪੜਾਉਣਗੇ? ਪਹਿਲਾਂ ਜਿਹੜੇ ਬੈਠੇ ਆ ਉਹਨਾਂ ਤੋਂ ਤੇ ਆਪਣੀਆਂ ਬੇਟੀਆਂ ਬਚਾ ਲਓ। ਉਹੀ ਤਾਂ ਗੱਲ ਹੈ ਜੀ, ਬਲਾਤਕਾਰ ਦੇ ਵਾਲੇ ਵੀ ਹੈਗੇ। ਮੈਂ ਦੇਖੋ, ਮੈਂ ਤੁਹਾਨੂੰ ਕਲੀਅਰ ਦੱਸ ਦਿੰਨਾ, ਇਸ ਟਾਈਮ 30 ਐਮਪੀ, ਮੈਂ ਤੁਹਾਨੂੰ ਥੋੜਾ ਹਲਕਾ ਜਿਹਾ ਬਰੀਫ ਦੇ ਦੇਣਾ ਕਿਉਂਕਿ ਆ ਇੰਨਾ ਚਿੱਠਾ ਆ, ਜੇ ਮੈਂ ਸਾਰਾ ਖੋਲਣ ਬਹਿ ਗਿਆ ਇੱਥੇ ਇੱਕ ਮਹੀਨਾ ਨਹੀਂ ਸਾਡੀ ਇੰਟਰਵਿਊ ਮੁੱਕਣੀ ਜੀ। ਇਹ ਇੰਨਾ ਕੁਛ ਆ, ਮੈਂ ਪੜ ਕਮਲਾ ਹੋ ਗਿਆ ਜੀ। ਮੈਂ ਬਹੁਤ ਮੁਸ਼ਕਿਲ ਨਾਲ ਬਰੀਫਿੰਗ ਕਰਕੇ ਲਿਆਇਆ ਕਿ 30 ਐਮਪੀ ਇਸ ਟਾਈਮ ਇਦਾਂ ਦੇ ਨੇ ਆਪਣੇ ਮੈਂਬਰ ਪਾਰਲੀਮੈਂਟ ਦੇ ਵਿੱਚ, ਜਿਹੜੇ ਲੋਕ ਸਭਾ ਦੀ ਗੱਲ ਕਰ ਰਹੇ ਹਾਂ, ਹਜੇ ਰਾਜ ਸਭਾ ਤੇ ਸ਼ੁਰੂ ਨਹੀਂ ਕੀਤੀ, ਲੋਕ ਸਭਾ ਜਿਹੜੇ ਅਸੀਂ ਚੁਣ ਕੇ ਭੇਜੇ ਨੇ। ਬਿਲਕੁਲ 30 ਐਮਪੀ ਇਦਾਂ ਦੇ ਨੇ ਜਿਨ੍ਹਾਂ ਦੇ ਉੱਤੇ 307 ਦੇ ਪਰਚੇ ਦਰਜ ਨੇ, ਮਤਲਬ ਕਹ ਲਓ ਇਰਾਦਾ ਕਤਲ। ਵੈਰੀ ਗੁੱਡ। 19 ਐਮਪੀ ਇਦਾਂ ਦੇ ਨੇ ਜਿਨ੍ਹਾਂ ਦੇ ਉੱਤੇ ਘਰੇਲੂ ਹਿੰਸਾ, ਮਹਿਲਾ ਨਾਲ ਉਤਪੀੜਨ, ਤੇ 3 ਮੇਰੇ ਵੀਰ ਇਦਾਂ ਦੇ ਨੇ, ਵੀਰ ਤੇ ਮੈਂ ਕੀ ਕਹਾਂ, ਨੂੰ ਨਿਕਲਦਾ ਤੇ ਮੂੰਹ ਚੋਂ ਕੁਝ ਹੋਰ ਆ ਪਰ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਅਸੀਂ ਇੱਕ ਪਬਲਿਕ ਅਦਾਰੇ ਤੇ ਬੈਠੇ ਆ ਜੀ। 3 ਐਮਪੀ ਇੰਡੀਅਨ ਜਿਹੜੀ ਸਾਡੀ ਲੋਕ ਸਭਾ ਆ 2019 ਦੀ, ਉਹਦੇ ਵਿੱਚ ਇਦਾਂ ਦੇ ਜਿਨ੍ਹਾਂ ਦੇ ਉੱਤੇ IPC ਦੀ 376 ਧਾਰਾ ਲੱਗੀ ਹੋਈ ਹੈ, ਯਾਨੀ ਕਿ ਬਲਾਤਕਾਰ ਦਾ। ਉਹ ਕਹਿ ਸਕਦੇ ਆ ਕੋਸ਼ਿਸ਼ ਕੀਤੀ ਆ ਜਾਂ ਹੋ ਗਿਆ, ਉਹ ਕੋਰਟ ਦੇ ਮਾਨਜੋ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਵਾ, ਉਹ ਜੋ ਵੀ ਫੈਸਲਾ ਹੋਊਗਾ। ਦੇਖੋ ਕੋਰਟ ਦੇ ਕੇਸ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ, ਤੁਸੀਂ ਮੇਰੇ ਨਾਲੋਂ ਜ਼ਿਆਦਾ ਅੱਜ ਤੱਕ ਸਜ਼ਾ ਹੋਈ ਤਾਂ ਤੁਸੀਂ ਮੇਰੇ ਨਾਲੋਂ ਜ਼ਿਆਦਾ ਫੀਲਡ 'ਚ ਰਹਿੰਦੇ ਹੋ। ਬਿਲਕੁਲ ਜੀ, ਠੀਕ ਆ। ਤੁਸੀਂ ਦੱਸੋ ਅੱਜ ਤੱਕ ਕਿੰਨੇ MP MLA ਮਿਨਿਸਟਰਸ ਐਂਡ ਹੋਮ ਮਿਨਿਸਟਰ ਐਂਡ CM ਐਂਡ PM ਦੱਸੋ ਕਿੰਨਿਆਂ ਨੂੰ ਸਜ਼ਾਵਾਂ ਹੋਈਆਂ ਅੱਜ ਤੱਕ? ਕਿਤੇ ਕੋਈ ਟਾਮਾ ਮੋਸਟਲੀ ਜੇ ਹੋਈ ਵੀ ਆ ਤੇ ਉਹਦੀ ਥੋੜੇ ਦੇਰ ਬਾਅਦ ਉਹਦੀ ਜ਼ਮਾਨਤ ਹੋ ਜਾਂਦੀ, ਉੱਪਰਲੀ ਕੋਰਟ 'ਚ ਜਾ ਕੇ ਜ਼ਮਾਨਤ ਲੈਂਦਾ ਜਾਂ ਸਟੇ ਲੈ ਆਂਦਾ, ਉਹ ਇੰਨੀ ਦੇਰ ਤੱਕ ਚੱਲਦਾ ਰਹਿੰਦਾ ਆ ਜਿੰਨੀ ਦੇਰ 'ਚ ਉਹਦੀ ਡੈਥ ਹੋ ਜਾਂਦੀ ਹੈ, ਕਹਾਣੀ ਖਤਮ। ਬਿਲਕੁਲ ਜੀ, ਠੀਕ ਆ। ਉਸ ਤੋਂ ਬਾਅਦ 29 MP ਜੀ, 29 MP ਇੰਡੀਅਨ ਪਾਰਲੀਮੈਂਟ ਦੇ ਵਿੱਚ ਇਦਾਂ ਦੇ ਨੇ ਜਿਹੜੇ ਹੇਟ ਸਪੀਚ, ਭੜਕਾਊ ਭਾਸ਼ਣ ਦੇ ਪਰਚੇ ਦਰਜ ਨੇ ਉਹਨਾਂ ਤੇ। ਔਰ ਉਸ ਤੋਂ ਬਾਅਦ ਮੈਂ ਜਿਹੜੀ ਹੈਰਾਨਗੀ ਵਾਲੀ ਗੱਲ ਆ, ਦੇਖੋ ਤੁਸੀਂ ਇੱਥੇ ਕਹਿੰਦੇ ਆ ਤਰਲੋਚਨ ਜੀ ਅਸੀਂ ਸਾਰੇ ਪੜ੍ਹਦੇ ਆਏ ਆ ਕਿ ਇੰਡੀਆ ਦੇ ਵਿੱਚ ਅੱਗੇ ਨਾਲੋਂ ਅਵੇਅਰਨੈਸ ਬੜੀ ਆਈ ਆ ਵੋਟਰਾਂ 'ਚ ਜੀ ਜਦੋਂ ਦੀ ਸੋਸ਼ਲ ਮੀਡੀਆ ਆਈ ਆ। ਪਰ ਮੈਨੂੰ ਨਹੀਂ ਲੱਗਦਾ ਜੀ, ਮੈਨੂੰ ਤਾਂ ਐਂ ਲੱਗਦਾ ਵਾ ਕਿ ਜਿਹੜੀ ਅਵੇਅਰਨੈਸ ਆਈ ਆ ਉਹ ਵੋਟਾਂ ਦੇ
ਸੰਬੰਧ ਚ ਰਾਜਨੀਤੀ ਸੰਬੰਧੀ ਨਹੀਂ ਆਈ ਸਾਡੇ ਨੌਜਵਾਨਾਂ ਨੂੰ। ਮੈਂ ਕਿਹਾ ਸਰ ਮੈਂ ਇਹਨਾਂ ਨੇ- ਤੁਹਾਨੂੰ ਪ੍ਰੂਫ ਦਿੰਦਾ ਜੀ ਜੀ ਮੈਂ ਪ੍ਰੂਫ ਕਰਦਾ ਕਿ ਕੋਈ ਅਵੇਅਰਨੈਸ ਨਹੀਂ ਆਈ। ਇਹ ਅੱਗੇ ਨਾਲੋਂ ਬੇਵਕੂਫ ਹੋਏ ਨੇ, ਇਹ ਅੱਗੇ ਨਾਲੋਂ ਲਾਪਰਵਾਹ ਹੋਏ ਨੇ। ਜੀ ਇੰਡੀਆ ਦੀ ਜਨਤਾ ਲਾਪਰਵਾਹ ਹੋਈ ਅੱਗੇ ਨਾਲੋਂ, ਇਹਨਾਂ ਨੂੰ ਕੋਈ ਮਤਲਬ ਨਹੀਂ। ਮੈਂ ਤਾਂ ਕਹਿੰਦਾ ਇਹਨਾਂ ਨੂੰ ਬੋਲਣ ਦਾ ਵੀ ਹੱਕ ਨਹੀਂ ਹੈਗਾ ਕਿ ਸਾਡੇ ਨਾਲ ਮਾੜਾ ਹੋਇਆ। ਨਹੀਂ ਫਿਰ ਉਹ ਇੱਕ ਕੰਪਨੀ ਨੇ ਇਹਨਾਂ ਨੂੰ ਸਿਮ ਦੇਤੇ ਜੀ ਫ੍ਰੀ, ਉਹ ਡਾਟਾ ਫ੍ਰੀ ਦੇਤਾ ਜੀ। ਉਹ ਕਹਿੰਦੇ ਅਸੀਂ ਇਹਨਾਂ ਚ ਬਾੜਤੇ, ਉਹਨਾਂ ਨੂੰ ਸੋਚਣ ਦੀ ਮਜਬੂਰ, ਉਹ ਸੋਚਣ ਦਾ ਟਾਈਮ ਹੀ ਨਹੀਂ ਉਹਨਾਂ ਕੋਲ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ ਤੁਹਾਡੀ। 2009 ਦੇ ਵਿੱਚ ਜਦੋਂ ਐਮਪੀ ਦੀਆਂ ਚੋਣਾਂ ਹੋਈਆਂ, ਲੋਕ ਸਭਾ ਦੀਆਂ ਚੋਣਾਂ ਹੋਈਆਂ ਜੀ, ਉਹਦੇ ਵਿੱਚ 58% ਐਮਪੀ ਇਦਾਂ ਦੇ ਸੀਗੇ ਜਿਹੜੇ ਕਰੋੜਪਤੀ ਸੀਗੇ। ਓਕੇ, ਹੁਣ ਗੱਲ ਨੂੰ ਤੁਸੀਂ ਸੁਣਿਓ ਜਰਾ। ਸਮਝ ਗਿਆ ਜੀ। 2009 ਦੇ ਵਿੱਚ 58% ਐਮਪੀ ਕਰੋੜਪਤੀ ਸੀਗੇ ਜੀ ਤੇ 34% ਇਦਾਂ ਦੇ ਸੀਗੇ 2014 ਵਿੱਚ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਸੀਗੇ। ਇਹ 9 ਦੀ ਗੱਲ ਕਰ ਰਿਹਾ ਮੈਂ। 2009 ਦੀ 2009 ਦੇ ਵਿੱਚ 30% ਅਪਰਾਧਿਕ ਮਾਮਲੇ ਜੀ ਤੇ 58% ਕਰੋੜਪਤੀ। ਜੀ 2014 ਦੀਆਂ ਚੋਣਾਂ ਹੋਈਆਂ ਲੋਕ ਸਭਾ ਦੀਆਂ, ਜੀ ਉਹਦੇ ਵਿੱਚ 34% ਅਪਰਾਧਿਕ ਮਾਮਲੇ ਜੀ ਤੇ 82% ਕਰੋੜਪਤੀ ਹੋ ਗਏ। ਮਤਲਬ 5 ਸਾਲਾਂ ਦੇ ਵਿੱਚ ਉਹ ਵਾਧਾ ਹੋ ਗਿਆ, ਵਾਧਾ ਹੋ ਗਿਆ। ਇਨਕਮ ਦੇ ਤੇ 2019 ਦੇ ਵਿੱਚ ਜਿਹੜੇ ਕਰੋੜਪਤੀ ਨੇ ਉਹ 88% ਹੋ ਗਏ। ਓਕੇ, ਉੱਥੇ ਕੀ ਸਟੇਬਲ ਤੇ ਔਰ ਜਿਹੜੇ ਅਪਰਾਧਿਕ ਮਾਮਲੇ ਵਾਲੇ ਐਮਪੀ ਸੀ ਉਹ 43% ਹੋ ਗਏ। ਇਹ ਕਿਹੜੀ ਅਵੇਅਰਨੈਸ ਹੋਰ ਵੱਧ ਗਏ ਜੀ? ਇਹ ਕਿਹੜੀ ਅਵੇਅਰਨੈਸ ਆਈ ਹੈ ਸਾਡੇ ਵਿੱਚ? ਇਹਦਾ ਮਤਲਬ ਸਰਕਾਰਾਂ ਨੇ ਜਿਹੜੀਆਂ ਜੀ ਉਹ ਬੜੇ ਹੀ ਸਾਜ਼ਿਸ਼ ਦੇ ਤਹਿਤ ਸਾਡੇ ਯੂਥ ਨੂੰ, ਸਾਡੇ ਵੋਟਰਾਂ ਨੂੰ ਉਹ ਭਰਮਾ ਕੇ ਉਹਨਾਂ ਨੂੰ ਸੋਚਣ ਹੀ ਨਹੀਂ ਦਿੰਦੀ ਜੀ। ਤਾਂ ਹੀ ਮੈਨੂੰ ਨਾ ਇੱਥੇ ਇੱਕ ਮੈਂ ਪਬਲਿਕ ਦੇ ਵਿੱਚ ਇੱਕ ਧਾਰਨਾ ਦੇਖੀ ਆ ਭਾਜੀ, ਜੇ ਕੋਈ ਚੰਗਾ ਬੰਦਾ ਰਾਜਨੀਤੀ ਦੇ ਵਿੱਚ ਆ ਜਾਂਦਾ ਨਾ, ਉਹਨੂੰ ਕਹਿੰਦੇ ਤੂੰ ਕਿੱਧਰਲੇ ਪਾਸੇ ਪੈ ਗਿਆ। ਸੱਚਾਈ ਹੈ। ਜਦ ਕਿ ਜੇ ਸਾਡੇ ਚੰਗੇ ਮੁੰਡੇ, ਨੌਜਵਾਨ ਯੂਥ ਸਾਡਾ ਰਾਜਨੀਤੀ ਵਿੱਚ ਆਊਗਾ ਤਾਂ ਸੁਧਾਰ ਹੋਊਗਾ ਯਾਰ, ਉਹ ਸੋਚਣਗੇ ਸਮਾਜ ਦੇ ਲਈ। ਮੈਨੂੰ ਮੇਰੇ ਫਰੈਂਡ ਸਰਕਲ ਜੀ ਤੇ ਜਿਹੜੇ ਮੇਰੇ ਫੈਮਿਲੀ ਫਰੈਂਡ ਨੇ, ਜੀ ਫਾਦਰ ਸਾਹਿਬ ਹੋਣਾ ਦੇ ਜਿਹੜੇ ਬਜ਼ੁਰਗ ਨੇ, ਉਹ ਕਹਿੰਦੇ ਤੂੰ ਕਿਹੜੇ ਕੰਮਾਂ 'ਚ ਪਿਆ ਕਾਕਾ, ਜੀ ਨੁਕਸਾਨ ਕਰਾ ਲੂੰਗਾ। ਜੀ ਔਰ ਨਾਲੇ ਇਹਨਾਂ 'ਚ ਰਿਜ਼ਲਟ ਕੁਛ ਨਹੀਂ ਨਿਕਲਣਾ। ਉਹ ਕਹਿੰਦੇ ਅਸੀਂ ਦੁਨੀਆ ਦੇਖੀ ਆ, ਲੋਕਾਂ ਨੇ ਸੁਧਰਨਾ ਨਹੀਂਗਾ। ਤੇ ਮੈਂ ਉਹਨਾਂ ਦਾ, ਮੇਰਾ ਤਾਂ ਇੱਕੋ ਜਵਾਬ ਹੁੰਦਾ ਕਿ ਮੈਂ ਕਰਮ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦਾ। ਮੈਂ ਆਪਣਾ ਕੰਮ ਕਰੂੰਗਾ। ਮੈਨੂੰ ਤੁਹਾਡੀ ਇੱਕ ਗੱਲ ਯਾਦ ਆਉਂਦੀ ਹੈ ਇਸ ਚੀਜ਼ ਤੇ। ਇੱਕ ਕਿਸੇ ਨੇ ਉਹ ਕਹਾਣੀ ਦੱਸੀ ਸੀ ਨਾ ਕਿ ਜੰਗਲ ਦੇ ਵਿੱਚ ਅੱਗ ਲੱਗੀ ਹੋਈ ਸੀ ਜੀ, ਉਹ ਚਿੜੀ ਵਿਚਾਰੀ ਚੁੰਝ ਭਰ ਸੜਦੀ ਸੀ ਤੇ ਕਿਸੇ ਨੇ ਕਿਹਾ ਕਿ ਤੇਰੀ ਇੰਨੇ ਨਾਲ ਕਿਹੜਾ ਅੱਗ ਬੁਝਣੀ ਆ। ਪਰ ਉਹ ਕਹਿੰਦੀ ਸੀ ਕਿ ਜਦੋਂ ਹਿਸਟਰੀ ਲਿਖੀ ਜਾਊ, ਇਤਿਹਾਸ ਲਿਖਿਆ ਜਾਊ ਤਾਂ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਚ ਆਊਗਾ, ਅੱਗ ਲਾਉਣ ਵਾਲਿਆਂ ਚ। ਬਿਲਕੁਲ ਸਹੀ ਗੱਲ। ਕੋਈ ਨਹੀਂ, ਇਸ ਚੀਜ਼ ਦਾ ਸਾਨੂੰ ਖੁਸ਼ੀ ਆ ਜੀ। ਤੁਸੀਂ ਇਸ ਚੀਜ਼ ਦਾ ਥੋੜਾ ਜਿਹਾ ਸੰਘਰਸ਼ ਕਰਦੇ ਹੋ, ਅਸੀਂ ਉਸ ਚੀਜ਼ ਨੂੰ ਪੇਸ਼ ਕਰ ਦਿੰਦੇ ਆ। ਕੋਈ ਨਾ ਸਮਾਂ ਆਊਗਾ, ਇਤਿਹਾਸ ਲਿਖਿਆ ਜਾਊਗਾ ਕਿ ਇੱਕ ਅਜੇ ਸ਼ਰਮਾ ਸੀ ਜੋ ਕੁਝ ਨਾ ਕੁਝ ਕੋਸ਼ਿਸ਼ ਉਸ ਸਮੇਂ ਕਰਦਾ ਰਿਹਾ ਸੀ। ਸਾਡੇ ਬੱਚੇ ਆਉਣ ਵਾਲੇ ਸਮੇਂ 'ਚ ਇਹ ਨਹੀਂ ਕਹਿਣਗੇ ਸੀਗੇ ਕਿ ਪਿਤਾ ਜੀ ਤੁਹਾਡੇ ਕੋਲ ਤਾਂ ਸਾਰਾ ਕੁਝ ਸੋਸ਼ਲ ਮੀਡੀਆ ਸੀ, ਕੈਮਰੇ ਸੀ, ਤੁਸੀਂ ਕਿਉਂ ਨਹੀਂ ਬੋਲੇ। ਦੇਖੋ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਤਰਲੋਚਨ ਜੀ, ਇਹਦੇ ਵਿੱਚ ਇੱਕ ਬੰਦੇ ਨੇ ਟੌਪ ਕੀਤਾ ਆ ਜੀ। ਮਤਲਬ ਕੇਸਾਂ 'ਚ, ਕ੍ਰਿਮੀਨਲ ਕੇਸਾਂ ਦੇ ਵਿੱਚ ਜਾਂ ਮੈਂ ਉਹਦਾ ਗੱਲ ਇੱਥੇ ਜ਼ਰੂਰ ਕਰੂੰਗਾ ਭਾਵੇਂ ਜੋ ਮਰਜ਼ੀ ਹੋਵੇ। ਬਿਲਕੁਲ ਕਰਨੀ ਚਾਹੀਦੀ ਹੈ ਜੀ, ਕਰਨੀ ਚਾਹੀਦੀ। ਇੱਕ ਐਮਪੀ ਨੇ ਜੀ, ਡੀਨ ਸਾਹਿਬ ਉਹਨਾਂ ਦਾ ਨਾਮ ਆ। ਡੀਨ ਸਾਹਿਬ ਮੈਂ ਕੋਲੋਂ ਲਾ ਰਿਹਾ। ਡੀਨ ਉਹਨਾਂ ਦਾ ਨਾਮ ਆ। ਕਿੱਥੋਂ ਨੇ ਜੀ? ਇਹ ਕੇਰਲਾ ਦੇ ਵਿੱਚ ਇਡੁੱਕੀ ਐਮਪੀ ਖੇਤਰ ਆ, ਲੋਕ ਸਭਾ ਖੇਤਰ ਆ। ਇਡੁੱਕੀ ਏਰੀਆ ਵਾ ਮਤਲਬ, ਇਡੁੱਕੀ ਲੋਕ ਸਭਾ ਖੇਤਰ ਆ ਕੇਰਲਾ ਦਾ, ਪਾਰਲੀਮੈਂਟ ਏਰੀਆ ਆ। ਉੱਥੋਂ ਦੇ ਐਮਪੀ ਨੇ ਡੀਨ ਸਾਹਿਬ ਜੀ। ਉਹਨਾਂ ਦੇ ਉੱਤੇ ਇਸ ਟਾਈਮ 204 ਮੁਕੱਦਮੇ ਦਰਜ ਨੇ ਇੱਕ ਐਮਪੀ ਦੇ ਉੱਤੇ, ਪਰ ਉਹ ਫਿਰ ਵੀ ਐਮਪੀ ਹੈ। ਔਰ ਵੱਡੀ ਗੱਲ ਇਹ ਆ ਕਿ ਉਹਨੂੰ ਰਾਜ ਸਭਾ ਨੇ ਨਹੀਂ ਬਣਾ ਕੇ ਭੇਜਿਆ, ਉਹਨੂੰ ਲੋਕਾਂ ਨੇ ਚੁਣ ਕੇ ਭੇਜਿਆ। ਔਰ ਇਹ ਉਹੀ ਹੈ, ਇਹ ਉਹੀ ਜਿਹੜਾ ਕੇਰਲਾ ਵਾ ਜਿਹਨੂੰ ਅਸੀਂ ਬਹੁਤ ਪੜ੍ਹਿਆ ਲਿਖਿਆ ਮੰਨਦੇ। ਪੜ੍ਹਿਆ ਲਿਖਿਆ ਕਹਿੰਦੇ ਆ ਜੀ, ਅਸੀਂ ਤਾਂ ਕਹਿੰਦੇ ਆ ਜੀ ਸਾਰੀਆਂ ਸਟੇਟਾਂ ਕਹਿੰਦੀਆਂ ਜੀ ਕੇਰਲਾ ਦੇ ਵਿੱਚ ਤਾਂ ਐਜੂਕੇਸ਼ਨ ਬੜੀ ਆ, ਲੋਕ ਅਵੇਅਰ ਬੜੇ ਨੇ ਜੀ। ਜੀ, ਇਹ ਡੀਨ ਕੁਰੀਓਕੋਸੀ ਇਹਨਾਂ ਦਾ ਪੂਰਾ ਨਾਮ ਆ। ਕੇਰਲਾ ਇਡੁੱਕੀ ਦੇ ਵਿੱਚ ਨੇ 204 ਇਹਨਾਂ ਦੇ ਟੋਟਲ ਅਪਰਾਧਿਕ ਮਾਮਲੇ ਦਰਜ ਨੇ। ਔਰ ਜਿਹੜੀ ਗੰਭੀਰ ਆਈਪੀਸੀ ਧਾਰਾ ਨੇ ਉਹ 37 ਲੱਗੀਆਂ ਨੇ ਇਹਨਾਂ 'ਚ। ਅੱਛਾ ਜੀ। ਤੇ 887 अन्य ਆਈਪੀਸੀ, ਯਾਨੀ ਕਿ ਹੋਰ ਦੂਜੀਆਂ ਜਿਹੜੀਆਂ ਆਈਪੀਸੀ, ਯਾਨੀ ਕਿ ਇਸ ਬੰਦੇ ਦੇ ਉੱਤੇ ਟੋਟਲ 1000 ਤੋਂ ਵੱਧ ਆਈਪੀਸੀ ਦੀਆਂ ਧਾਰਾ ਲੱਗੀਆਂ ਹੋਈਆਂ ਨੇ। ਪਰ ਹੈਗਾ ਫਿਰ ਵੀ ਐਮਪੀ, ਸੇਵਾਦਾਰ ਆ, ਗਰੀਬ ਮਾਤੜ ਵਿਚਾਰਾ। ਹੋਊਗਾ ਕਰੋੜਪਤੀ ਵੈਸੇ। ਉਹ ਬਿਲਕੁਲ ਕਰੋੜਪਤੀ। ਪਰ ਇੱਥੇ ਮੰਨਦੇ ਹੋ ਕਿ ਵੋਟਾਂ ਵੇਲੇ ਫਿਰ ਧੱਕਾ ਵੀ ਕਰਦੇ ਹੋਣਗੇ ਜਿਨ੍ਹਾਂ ਦੇ ਉੱਤੇ ਇੰਨੇ ਪਰਚੇ ਦਰਜ ਨੇ ਜੀ? ਸਰ ਇਹਦੇ ਵਿੱਚ ਉਹਨਾਂ ਨੇ ਕਲੀਅਰ ਲਿਖਿਆ ਆ ਕਿ ਇਹਦੇ ਵਿੱਚ ਜਿਹੜੇ ਕਲੀਅਰ ਕ੍ਰਾਈਮ ਨੇ ਉਹਦੇ ਵਿੱਚ ਚੁਣਾਵ ਦੇ ਵਿੱਚ ਗੜਬੜੀ ਵੀ ਆ ਰਿਹਾ ਵਾ। ਅੱਛਾ ਜੀ। ਹਾਂਜੀ, ਚੁਣਾਵ ਦੇ ਹੁਣ ਮੈਂ ਤੁਹਾਨੂੰ ਕਲੀਅਰ ਦੱਸਦਾ, ਇਸ ਟਾਈਮ ਸਾਡੀ ਲੋਕ ਸਭਾ ਦੇ ਵਿੱਚ ਉਹ ਲੋਕ ਬੈਠੇ ਨੇ ਜਿਹੜੇ ਰੇਪਿਸਟ ਨੇ ਜੀ, ਜਿਹੜੇ ਉਹਨਾਂ ਦੇ ਵਿੱਚੋਂ ਸਾਰੇ ਦੀ ਗੱਲ ਤੇ ਨਹੀਂ ਕਰ ਸਕਦੇ, ਜਿਹੜੇ 43% ਚੰਗੇ ਵੀ ਹੈਗੇ ਨੇ, ਜਿਹੜੇ 43% ਦੀ ਆਪਾਂ ਗੱਲ ਕਰ ਰਹੇ ਕ੍ਰਿਮੀਨਲ ਕੇਸ ਵਾਲਿਆਂ ਦੀ,
ਉਹਨਾਂ ਦੇ ਵਿੱਚੋਂ ਡਕੈਤ ਵੀ ਨੇ, ਡਕੈਤੀ ਦੇ ਮਾਮਲੇ ਵੀ ਦਰਜ ਨੇ ਜਨਾਬ ਉਹਨਾਂ ਤੇ। ਡਕੈਤੀ ਦੇ ਡਕੈਤ ਬੈਠੇ ਨੇ ਜੀ, ਚੁਣਾਵਾਂ ਦੇ ਵਿੱਚ ਗੜਬੜੀ ਕਰਾਉਣ ਵਾਲੇ ਬੈਠੇ ਨੇ, ਹੇਟ ਸਪੀਚ ਭੜਕਾਊ ਭਾਸ਼ਣ ਯਾਨੀ ਕਿ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲੇ ਬੈਠੇ ਨੇ ਜਾਤ ਪਾਤ ਦੇ ਨਾਮ ਤੇ ਜੀ। ਉਸ ਤੋਂ ਬਾਅਦ ਉਹਨਾਂ ਤੇ ਜਿਹੜੇ ਕਿਡਨੈਪਿੰਗ ਨੇ, ਜਿਨ੍ਹਾਂ ਨੇ ਕਿਡਨੈਪਿੰਗ ਤੱਕ ਕੀਤੀ ਆ, ਉਹ ਐਮਪੀ ਵੀ ਉੱਥੇ ਬੈਠੇ ਹੋਏ ਨੇ। ਚਲੋ ਅਸੀਂ ਉਹਨਾਂ ਨੂੰ ਹਜੇ, ਹੁਣ ਇਹ ਵੀ ਇੱਕ ਸਾਡਾ ਲਾਅ ਇਦਾਂ ਦਾ ਬਣਿਆ ਹੋਇਆ ਵਾ ਕਿ ਕਹਿੰਦੇ ਵੀ ਵਿਦਆਊਟ ਜਜਮੈਂਟ ਆਫ, ਜਦ ਤੱਕ ਉਹਨਾਂ ਦਾ ਦੋਸ਼ ਸਾਬਤ ਨਹੀਂ ਹੁੰਦਾ, ਮਤਲਬ ਅਸੀਂ ਕਹਿੰਦੇ ਉਹਨਾਂ ਨੂੰ ਸਜ਼ਾ ਨਹੀਂ ਹੁੰਦੀ, ਉਹਨਾਂ ਚਿਰ ਅਸੀਂ ਉਹਨਾਂ ਨੂੰ ਦੋਸ਼ੀ ਕਹਿ ਨਹੀਂ ਸਕਦੇ। ਪਰ ਅਸੀਂ ਇੰਨਾ ਕਿ ਤਾਂ ਕਹਿ ਸਕਦੇ ਹਾਂ ਕਿ ਕੇਸ ਚੱਲਦੇ ਨੇ, ਕੇਸ ਚੱਲਦੇ ਆ ਜੀ, ਕੇਸ ਤਾਂ ਚੱਲਦੇ ਔਰ ਔਨ ਰਿਕਾਰਡ ਉਹਨਾਂ ਨੇ ਆਪ ਦੱਸਿਆ, ਅਸੀਂ ਕਿਹੜਾ ਕੋਲੋਂ ਦੱਸ ਰਹੇ ਹਾਂ। ਦੋਸ਼ ਲੱਗੇ ਉਹਨਾਂ ਦੇ, ਉਹਨਾਂ ਨੇ ਆਪਦੇ ਐਫੀਡੇਵਿਟ ਦੇ ਵਿੱਚ ਇਹ ਗੱਲ ਲਿਖੀ ਆ ਕਿ ਦੋਸ਼ ਕੋਈ ਗੱਲੀ ਬਾਤੇ ਨਹੀਂ ਜੀ, ਪਰਚੇ ਕੱਟ ਕੇ ਆ। ਉਹੀ ਕਹਿੰਦਾ ਨਾ ਜੀ, ਉਹਨਾਂ ਨੇ ਪੇਪਰ ਦੇ ਵਿੱਚ ਆਪਦੇ ਹੱਥੀਂ ਲਿਖਿਆ ਨਾ ਕਿ ਸਾਡੇ ਤੇ ਆਹ ਕੇਸ ਆ ਜੀ, ਇੰਨੇ ਅਸੀਂ ਕਰੋੜਪਤੀ ਆ। ਔਰ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣਾ ਚਾਹੁੰਦਾ, ਜੀ। ਹੁਣ ਇੱਥੇ ਮੈਂ ਆਮ ਜਨਤਾ ਨੂੰ ਮੈਂ ਕਲੀਅਰ ਮੰਨਦਾ ਹਾਂ ਜੀ, ਉਹ ਕਿਉਂ ਆ। ਜੀ, ਇਹਨਾਂ ਨੇ ਇੱਕ ਸਰਵੇ ਕਰਾਇਆ ਜੀ, ਲੋਕ ਸਭਾ ਦੇ ਚੋਣਾਂ ਦੇ ਦੌਰਾਨ, ਏਡੀਆਰ ਨੇ ਜੀ। ਉਹ ਸਰਵੇ ਕਾਹਦਾ ਸੀਗਾ ਕਿ ਤੁਸੀਂ ਲੋਕਾਂ ਨੂੰ ਜਾ ਕੇ ਪੁੱਛਿਆ, ਦਿਮਾਗ ਚੋਂ ਗੁਲਾਮੀ ਨਹੀਂ ਨਿਕਲੀ, ਸਾਡਾ ਸਰੀਰ ਆਜ਼ਾਦ ਹੋਇਆ, ਦਿਮਾਗ ਨਹੀਂ ਹੋਇਆ। ਬਿਲਕੁਲ। ਔਰ 4.7% ਲੋਕਾਂ ਨੇ ਕਿਹਾ ਜੀ ਸਾਫ਼ ਛਵੀ ਵਾਲਾ ਬੰਦਾ ਜਿੱਤੂਗਾ। ਸਿਰਫ 4.7% 4.7 ਲੋਕਾਂ ਨੇ, ਹਾਂਜੀ, ਪੂਰੇ ਜਿਹੜਾ ਪਾਰਲੀਮੈਂਟ ਏਰੀਆ ਵਾ ਸਾਡਾ ਦੇਸ਼ ਆ ਪੂਰਾ, ਹਾਂਜੀ, ਸਿਰਫ 4.7% ਲੋਕ ਕਹਿੰਦੇ ਨੇ ਵੀ ਜਿਹੜੇ ਨਵੇਂ ਨੇ ਜਾਂ ਇਮਾਨਦਾਰ ਨੇ ਉਹ ਜਿੱਤਣੇ ਚਾਹੀਦੇ ਆ ਜੀ। ਤੇ 15.5% ਜਿਹੜੇ ਨੇ ਉਹ ਕਹਿੰਦੇ ਜੀ ਵੀ ਇਹ ਕਰੋੜਪਤੀ ਦੇ ਕ੍ਰਿਮੀਨਲ ਹੀ ਸਾਨੂੰ ਕ੍ਰਿਮੀਨਲ ਜਿੱਤਣੇ ਚਾਹੀਦੇ। ਤੇ ਜਿਹੜੇ ਕਰੋੜਪਤੀ ਵਾਲੇ ਆ ਉਹ ਵੀ ਸਰਵੇ ਹੋਇਆ ਜੀ, ਉਹ ਕਹਿੰਦੇ ਜੀ 21% ਜਿਹੜਾ ਵਾ ਉਹ ਐਮਪੀ ਬਣੂਗਾ ਜਿਹੜਾ 1 ਕਰੋੜ ਤੋਂ ਵੱਧ ਆ, ਲੋਕੀ ਉਹਦੇ ਨਾਲ ਸੀਗੇ। ਠੀਕ ਹੈ ਜੀ। ਔਰ ਜਿਹੜਾ ਮਤਲਬ 10 ਲੱਖ ਤੋਂ ਥੱਲੇ ਵਾਲਾ ਸੀਗਾ ਉਹਦੇ ਚਾਂਸਸ 1% ਸੀ, ਗਰੀਬ ਕਹਿ ਸਕਦੇ ਆ ਉਹ ਤਾਂ 1% ਸੀਗਾ, 1% ਸੀਗਾ। ਤੇ ਫਿਰ ਇਹਦਾ ਕਿਤੇ ਮਤਲਬ ਇਹ ਵੀ ਤਾਂ ਨਹੀਂ ਕਿ ਸਾਡੇ ਲੋਕ ਵੀ ਲਾਲਚੀ ਹੋ ਗਏ ਨੇ। ਮੈਂ ਤੇ ਕਹਿੰਦਾ ਕਿ ਜੇ ਕਰੋੜਪਤੀ ਹੈਗਾ ਤਾਂ ਕੁਝ ਦਊਗਾ। ਅੱਜ ਤਰਲੋਚਨ ਜੀ, ਅੱਜ ਇਸ ਜਨਤਾ ਦੀ ਕਚਹਿਰੀ ਵਿੱਚ ਅਸੀਂ ਇਕੱਲੇ ਲੀਡਰਾਂ ਨੂੰ ਜ਼ਿੰਮੇਦਾਰ ਨਹੀਂ ਠਹਿਰ ਸਕਦੇ ਜੀ। ਉਹ ਕਿਹੜਾ ਕਹਾਂ ਮਸ਼ੀਨ ਚੱਕ ਕੇ ਆਪ ਭੱਜ ਕੇ ਜਾ ਕੇ ਵੋਟਾਂ ਪਾ ਲਿਆ ਜੀ। ਅਸੀਂ ਅੱਜ ਮੈਂ ਕਲੀਅਰ ਕਹਿਣਾ, ਅਸੀਂ ਚੁਣਿਆ, ਲੋਕਾਂ ਨੇ ਚੁਣਿਆ। ਹਾਂ, ਉਹਦੇ ਵਿੱਚੋਂ ਸ਼ਾਇਦ ਮੈਂ ਵੀ ਹੋ ਸਕਦਾ, ਤੁਸੀਂ ਵੀ ਹੋ ਸਕਦੇ, ਸਾਰੇ ਹੋ। ਲੇਕਿਨ ਤੇ ਫਿਰ ਇੱਥੇ ਇਹ ਤਾਂ ਨਹੀਂਗਾ ਕਿਤੇ ਕਿ ਜਦੋਂ ਵੋਟਾਂ ਆਉਂਦੀਆਂ ਨੇ ਉਹ 5-4 ਦਿਨਾਂ ਦਾ ਖਾਣ ਪੀਣ ਜਾਂ ਪੈਸੇ ਦੀ ਖਾਤਰ ਲੈ ਕੇ ਵੋਟ ਪਾ ਕੇ ਉਸ ਤੋਂ ਬਾਅਦ 5 ਸਾਲ ਫਿਰ ਇਹ ਕਿਹੜੇ ਹੱਕ ਮੰਗਦੇ ਆ ਜੀ? ਅਸੀਂ ਬਣਾਏ ਨੇ ਜੀ ਉਹ। ਸਰ ਹੱਕ ਰਾਈਟ ਹੀ ਨਹੀਂ ਹੈਗਾ ਇਹਨਾਂ। ਤੇ ਫਿਰ ਉਹ ਜਿਹੜੇ ਜਦੋਂ ਐਮਐਲਏ ਤੋਂ ਹੱਕ ਲੈਣ ਜਾਂਦੇ ਉਹ ਵੀ ਕਹਿੰਦਾ ਹੋਊਗਾ ਪੈਸੇ ਲੈ ਕੇ ਤਾਂ ਵੋਟਾਂ ਪਾਈਆਂ ਤੁਸੀਂ। ਛੋਟੀ ਜੀ ਐਗਜ਼ਾਮਪਲ ਦਿੰਦਾ ਤਰਲੋਚਨ ਜੀ, ਮੈਂ ਤੇ ਤੁਸੀਂ ਆਪਾਂ ਦੋਨੇ ਮੰਨ ਲਓ ਇਲੈਕਸ਼ਨ 'ਚ ਖੜੇ ਹੁੰਨੇ ਆ ਜੀ, ਤੇ ਸਾਡੇ ਕੋਲ 4 ਬੰਦੇ ਹੁੰਦੇ ਆ, 20 ਬੰਦੇ ਹੁੰਦੇ ਆ, ਅਸੀਂ ਉਹਨਾਂ ਤੋਂ 1000 2-2000 ਰੁਪਇਆ ਦੇ ਕੇ ਵੋਟਾਂ ਖਰੀਦੀਆਂ ਜਾਂ ਸ਼ਰਾਬ ਦੇ ਕੇ ਖਰੀਦੀ ਆ ਜੀ। ਤੇ ਕੱਲ ਨੂੰ ਜਦੋਂ ਅਸੀਂ ਜਿੱਤ ਗਏ ਜੀ, ਤੇ ਕੀ ਉਹ ਸਾਡੇ ਕੋਲ ਕਿਹੜੇ ਮੂੰਹ ਨਾਲ ਆਣ ਕੇ ਕਹਿਣਗੇ ਵੀ ਸਾਡੀ ਨਾਲੀ ਖਰਾਬ ਆ, ਬੰਦ ਸੀਵਰੇਜ ਬੰਦ ਆ, ਸਾਡੀ ਸੜਕ ਨਹੀਂ ਬਣਦੀ? ਉਹ ਕਿਹੜੇ ਮੂੰਹ ਨਾਲ ਕਹਿਣਗੇ? ਜਿੱਦਾਂ ਹੀ ਕਹਿਣਗੇ ਕਿ ਬਈ ਤੂੰ ਕਿੱਦਾਂ ਕਹਿ ਰਿਹਾ ਬਾਈ। ਮੈਂ ਇੱਥੇ ਨਾਮ ਨਹੀਂ ਲੈਂਦਾ, ਕੁਛ ਤਾਂ ਐਮਐਲਏ ਇਦਾਂ ਦੇ ਨੇ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਜਿਹੜੇ ਮੂਹਰੇ ਬੰਦੇ ਲਾਏ ਹੁੰਦੇ ਨਾ ਜੀ, ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਵੋਟਰਾਂ ਦੇ ਆਧਾਰ ਕਾਰਡ ਦੇ ਨੰਬਰ ਲਏ ਹੋਏ ਨੇ ਕਿ ਇਹਨੂੰ ਇੰਨੇ ਪੈਸੇ ਦਿੱਤੇ, ਇਹਨੂੰ ਇੰਨੇ ਪੈਸੇ ਦਿੱਤੇ ਹੋਏ। ਸਰ ਇਦਾਂ ਦੇ ਬਹੁਤ ਕੁਝ ਨੇ ਜੀ, ਉਹਨਾਂ ਦੇ ਕੋਲ ਪੂਰੀ ਰਿਪੋਰਟ ਆ। ਜਿਹੜੇ ਇਹਨਾਂ ਦੇ ਗੁਰਗੇ ਆ ਨਾ ਲੀਡਰਾਂ ਦੇ, ਤੁਸੀਂ ਕਦੀ ਨੋਟ ਕਰਿਓ, ਮੈਂ ਵੈਸੇ ਬੜਾ ਡੀਪਲੀ ਦੇਖਿਆ ਜੀ ਇਲੈਕਸ਼ਨ ਦੇ ਵਿੱਚ, ਐਮਪੀ ਔਰ ਐਮਐਲਏ ਮੈਂ ਦੋਨੇ ਇਲੈਕਸ਼ਨ ਦੇਖਿਆ, ਐਮਸੀ ਵੀ ਦੇਖੀਆਂ ਜੀ, ਕਿ ਇਹ ਲੀਡਰ ਜਿਹੜੇ ਫਾਈਨੈਂਸ ਦਾ ਡਿਪਾਰਟਮੈਂਟ ਜਿਹੜੇ ਬੰਦੇ ਕੋਲ ਹੁੰਦਾ ਨਾ ਇਹਨਾਂ ਦਾ, ਜਦੋਂ ਚੋਣਾਂ ਹੁੰਦੀਆਂ ਜੀ, ਉਦੋਂ ਇਹ ਕਿਸੇ ਕਾਰਜਕਰਤਾ ਦੇ ਹੱਥ 'ਚ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਇਹਨਾਂ ਦੇ ਆਪ ਦੇ ਬੰਦੇ ਹੁੰਦੇ ਆ। ਔਰ ਉਹ ਬੰਦੇ ਮੋਸਟਲੀ ਉਸ ਸਟੇਟ ਤੋਂ ਨਹੀਂ ਹੁੰਦੇ, ਮਤਲਬ ਦੂਜੀ ਜਗ੍ਹਾ ਤੋਂ ਆਉਂਦੇ ਆ, ਦੂਜੀ ਜਗ੍ਹਾ ਤੋਂ ਉਹਨਾਂ ਦੇ ਰਿਸ਼ਤੇਦਾਰ ਹੁੰਦੇ ਆ ਜੀ, ਜਿਹੜੇ ਜਿਨ੍ਹਾਂ ਤੇ ਉਹ ਬਲਾਈਂਡ ਟਰਸਟ ਕਰ ਸਕਦੇ ਆ ਜੀ, ਤੇ ਉਹ ਕੰਟਰੋਲ ਰੂਮ 'ਚ ਉਹਨਾਂ ਨੇ ਬਿਠਾਏ ਹੁੰਦੇ ਆ। ਉਹ ਤਾਂ ਕਰਦੇ ਹੋਣਗੇ ਨਾ ਵੀ ਜੇ ਇੱਥੇ ਵਾਲਾ ਕੋਈ ਲਾਤਾ ਉਹ ਤਾਂ ਆਪਦੇ ਘਰੇ ਹੀ ਦੇ ਜਾਊ ਬਸ। ਤੇ ਇਹ ਮੈਂ ਬੜਾ ਡੀਪਲੀ ਦੇਖਿਆ ਇਸ ਚੀਜ਼ ਨੂੰ, ਕਿ ਉਹ ਕਿਉਂਕਿ ਹੁਣ ਡਾਇਰੈਕਟਲੀ ਉਹ ਸ਼ਰੇਆਮ ਤੇ ਦਿੰਦੇ ਨਹੀਂਗੇ, ਪਰ ਦੇਖੋ ਸ਼ਰੇਆਮ ਹੀ ਆ, ਜੇ ਲੋਕੀ ਲੈਂਦੇ ਆ ਤੇ ਉਹ ਦਿੰਦੇ ਆ। ਮੈਂ ਕਹਿੰਦਾ ਮੈਨੂੰ ਖਰੀਦ ਕੇ ਦਿਖਾਵੇ ਕੋਈ। ਬਿਲਕੁਲ ਜੀ, ਤੁਸੀਂ ਕਹਿ ਦੋ ਤੁਹਾਨੂੰ ਕੋਈ, ਜਦ ਅਸੀਂ ਵਿਕਣ ਨੂੰ ਤਿਆਰ ਨਹੀਂ ਹੈਗੇ। ਇੱਕ ਵੋਟ ਦਾ ਤਾਂ ਹੱਕ ਆ ਸਾਡੇ ਕੋਲੇ, ਜਿਹੜਾ ਸਾਡੇ ਪੱਲੇ ਰਹਿ ਕੀ ਗਿਆ, ਆ ਇਹਨੂੰ ਲੋਕਤੰਤਰ ਕਹਿੰਦੇ ਯਾਰ ਆਪਾਂ। ਇਹ ਕਿਹੜਾ ਲੋਕਤੰਤਰ? ਕ੍ਰਿਮੀਨਲ ਸਾਡੇ ਬੈਠੇ ਆ, ਕਰੋੜਪਤੀ ਸਾਡੇ ਬੈਠੇ ਆ, ਅਨਪੜ੍ਹ ਸਾਡੇ ਬੈਠੇ ਆ ਜੀ, ਤੇ ਫਿਰ ਅਸੀਂ ਦੇਸ਼ ਨੂੰ ਕਿੱਥੋਂ ਚਲਾ ਲਾਂਗੇ? ਨਹੀਂ ਚੱਲਣਾ, ਇਹ ਬੜਾ ਔਖਾ ਹੋ ਗਿਆ। ਔਰ ਮੈਂ ਅੱਜ ਕਲੀਅਰ ਕਹਿਣਾ, ਅੱਜ ਪਹਿਲੀ ਵਾਰੀ ਮੈਂ ਤੁਹਾਡੀ ਕਚਹਿਰੀ ਵਿੱਚ ਇਸ ਜਨਤਾ ਦੀ ਕਚਹਿਰੀ ਦੱਸਣਾ ਚਾਹੁੰਦਾ, ਅੱਜ ਫਸਟ ਟਾਈਮ ਮੈਂ ਲੀਡਰਾਂ ਦੇ ਉੱਤੇ ਮੇਰਾ ਇਲਜ਼ਾਮ ਲਾਉਣ ਨੂੰ ਦਿਲ ਨਹੀਂ ਕਰਦਾ। ਲੀਡਰਾਂ ਦਾ ਕੀ ਕਸੂਰ ਆ ਜੀ? ਉਹਨਾਂ ਨੇ ਤਾਂ ਉਹ ਸਾਡੇ ਕੋਲ ਜਿਹੜਾ ਦਿੱਤਾ ਤੁਸੀਂ ਲੈ ਆ ਤੇ ਵੋਟਾਂ ਪਾਈਆਂ। ਸਾਡੇ ਕੋਲ ਜਿਹੜਾ ਪ੍ਰਾਈਮ ਬਟਨ ਆ ਨਾ, ਜਿਹੜਾ ਜ਼ਬਰਦਸਤ ਆ, ਉਹ ਅਸੀਂ ਨੱਪਣ ਦੀ ਬਜਾਏ ਅਸੀਂ ਗਲਤ ਨੱਪਿਆ। ਇੱਕ ਮੈਂ ਗੱਲ ਹੋਰ ਦੱਸਾਂ ਜੀ, ਇੱਥੇ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ਨੇ ਇੱਕ ਸਾਨੂੰ ਬੜੀ ਵਧੀਆ ਪਾਵਰ, ਇੱਕ ਸਾਨੂੰ ਹੱਕ ਦਿੱਤਾ ਸੀਗਾ ਕਿ ਜਿਹੜੀ ਤੁਹਾਡੀ ਵੋਟ ਆ ਉਹ ਤੁਸੀਂ ਲੁੱਕ ਕੇ ਪਾ ਸਕਦੇ ਹੋ ਜੀ, ਤੁਸੀਂ ਓਲੇ ਦੇ ਵਿੱਚ ਪਾ ਸਕਦੇ ਹੋ। ਬਿਲਕੁਲ। ਕੀ ਕਹੋਗੇ ਕਿ ਜਿਹੜੀ ਜਨਤਾ ਵਾ
ਉਹ ਇੰਨੀ ਇਮਾਨਦਾਰ ਆ ਕਿ ਜੀ ਤੋਂ ਦਾਰੂ ਲਈ ਆ ਜਾਂ ਜੀ ਤੋਂ ਪੈਸੇ ਲਏ ਆ ਉਹ ਉੱਲੇ ਜਾ ਕੇ ਉਹਨੂੰ ਹੀ ਵੋਟ ਪਾਉਂਦੀ ਆ ਵੀ ਜੇ ਤੁਸੀਂ ਲੈ ਹੀ ਲਿਆ ਪੈਸਾ ਲੈ ਲਿਆ ਜਾਂ ਦਾਰੂ ਲੈ ਲਿਆ ਜਾਂ ਕੁਛ ਲਾਲਚ ਜਾਂ ਕੋਈ ਡਰਾਵਾ ਤੁਹਾਨੂੰ ਕਿਹੜਾ ਕੋਈ ਵੋਟ ਪਾਉਣ ਵੇਲੇ ਦੇਖਦਾ ਉੱਥੇ ਜਾ ਕੇ ਤਾਂ ਸਹੀ ਬੰਦਾ ਚੁਣ ਲਓ। ਦੇਖੋ ਮੈਂ ਤੁਹਾਨੂੰ ਇਹਦੇ ਬਾਰੇ ਇੱਕ ਦੱਸਣਾ ਚਾਹੁੰਦਾ ਭਾਜੀ। ਮੈਂ ਇਹਦੇ ਬਾਰੇ 2-3 ਇਹੋ ਜਿਹੇ ਬੰਦਿਆਂ ਨਾਲ ਮੈਂ ਮਿਲਿਆ ਜੀ, ਕਿਉਂਕਿ ਜਦੋਂ ਆਪਾਂ ਕੋਈ ਇਦਾਂ ਦੇ ਕੰਮ ਕਰਦੇ ਤੇ ਸਾਨੂੰ ਇਹੋ ਜਿਹੇ ਬੰਦਿਆਂ ਨੂੰ ਮਿਲਣਾ ਵੀ ਪੈਂਦਾ। ਉਹ ਬੰਦੇ ਜਿਨ੍ਹਾਂ ਵਿੱਚੋਂ 2 ਸੀਗੇ ਤੇ ਉਹਨਾਂ ਦੋਨਾਂ ਦੀ ਡੈਥ ਹੋ ਚੁੱਕੀ ਆ ਜੀ। ਇੱਕ ਉਹਨਾਂ ਦੇ ਲੰਗਸ ਦੀ ਡਿਸੀਜ਼ ਕਰਕੇ ਜੀ ਉਹ ਡੈਥ ਹੋ ਚੁੱਕੀ ਉਹਨਾਂ ਦੀ। ਉਹ ਬੰਦਿਆਂ ਨੇ ਉਹ ਕਹਿੰਦੇ ਜੀ ਸਾਡੇ ਕੋਲੋਂ ਵੋਟਾਂ ਖਰੀਦੀਆਂ ਗਈਆਂ ਸੀਗੀਆਂ ਜੀ ਜੀ ਜੀ। ਕਈ ਆਫਰ ਆਏ ਤੇ ਮੈਂ ਕਿਹਾ ਤੁਸੀਂ ਵੇਚੀ? ਕਹਿੰਦਾ ਜੀ ਅਸੀਂ ਨਹੀਂ ਵੇਚੀ। ਪਰ ਮੈਂ ਕਿਹਾ ਖਰੀਦਣ ਕੌਣ ਆਇਆ? ਉਹਨੇ ਮੈਨੂੰ ਬਕਾਇਦਾ ਨਾਮ ਦੱਸੇ ਜੋ ਕਿ ਮੈਂ ਇੱਥੇ ਨਹੀਂ ਦੱਸ ਸਕਦਾ। ਨਹੀਂ ਦੱਸ ਸਕਦੇ ਆਪਾਂ। ਉਹ ਕਹਿੰਦੇ ਜੀ ਮੈਨੂੰ ਉਹਨਾਂ ਲੋਕਾਂ ਨੇ ਵੋਟ ਮੈਨੂੰ ਵੇਚਣ ਆਏ, ਮੈਨੂੰ ਖਰੀਦਣ ਆਏ, ਪਰ ਮੈਂ ਨਹੀਂ ਵੇਚੀ। ਮੈਂ ਕਿਹਾ ਮੇਰਾ ਸੇਮ ਤੁਹਾਡੇ ਵਾਲਾ ਸਵਾਲ ਸੀਗਾ ਜੀ। ਮੈਂ ਕਿਹਾ ਮੰਨ ਲੈ, ਮੈਂ ਕਿਹਾ ਯਾਰ ਜੇ ਤੂੰ ਪੈਸੇ ਲੈ ਲੈਂਦਾ ਉਹਨਾਂ ਨੂੰ ਕਿੱਦਾਂ ਪਤਾ ਲੱਗਣਾ ਸੀ ਵੀ ਤੈਨੂੰ ਇਹ ਮਿਲ ਗਈ ਹੈ ਵੀ ਹਾਂ ਅੰਦਰ ਵੋਟ ਕਿਹਨੂੰ ਪਾਈ ਆ? ਉਹ ਮੈਨੂੰ ਦੱਸਦਾ, ਕਹਿੰਦਾ ਭਾਜੀ ਉਹ ਪਹਿਲਾਂ ਸੋਹਾਂ ਪਵਾਉਂਦੇ ਨੇ। ਅੱਛਾ ਜੀ। ਉਹ ਸਾਡੇ ਕੋਲੋਂ ਸੋਹਾਂ ਪਵਾਉਂਦੇ ਨੇ ਧਾਰਮਿਕ ਤੌਰ ਤੇ, ਬੱਚਿਆਂ ਦੇ ਤੌਰ ਤੇ। ਔਰ ਉਸ ਤੋਂ ਬਾਅਦ ਇੱਕ ਤੁਸੀਂ ਕਦੀ ਨੋਟ ਕੀਤਾ ਹੋਵੇ ਜਦੋਂ ਗਿਣਤੀ ਬਾਹਰ ਨਿਕਲਦੀ ਆ ਜੀ, ਜਦੋਂ ਗਿਣਤੀ ਆਉਂਦੀ ਆ ਐਮਐਲਏ ਐਮਪੀਸ ਦੀ ਤੇ ਉਹ ਇੱਕ ਬੂਥ ਲੈਵਲ ਤੇ ਗਿਣਤੀ ਆਉਂਦੀ ਆ। ਬਿਲਕੁਲ ਆਉਂਦੀ ਹੈ ਜੀ। ਵਾਰਡ ਲੈਵਲ ਤੇ ਨਹੀਂ ਆਉਂਦੀ। ਨਹੀਂ ਆਉਂਦੀ, ਬੂਥ ਲੈਵਲ ਬੂਥ ਲੈਵਲ ਇੱਕ ਬੂਥ ਦੇ ਵਿੱਚ 200-300 ਤੋਂ ਵੱਧ ਵੋਟਾਂ, 500 ਤੋਂ ਵੱਧ ਨਹੀਂ ਹੁੰਦੀਆਂ ਜੀ। ਤੇ ਉੱਥੇ ਬੜਾ ਕਲੀਅਰ ਅੰਦਾਜ਼ਾ ਲੱਗ ਜਾਂਦਾ। ਉਹਦੇ ਵਿੱਚ ਦੋ ਚਾਰ ਮਹੱਲੇ ਹੁੰਦੇ ਆ। ਮੈਂ ਤੁਹਾਨੂੰ ਗੱਲ ਰੋਕਣੀ ਚਾਹਾਂਗਾ, ਜਦੋਂ ਲੀਡਰ ਸੌਹਾਂ ਖਾ ਕੇ ਮੁੱਕਰ ਸਕਦੇ ਆ ਤਾਂ ਕੀ ਗੱਲ ਇਹ ਕਿਉਂ ਨਹੀਂ ਮੁੱਕਰ ਸਕਦੇ? ਇਹ ਇਸ ਲਈ ਬੰਦਾ ਤਾਂ ਚੰਗਾ ਚੁਣ ਲੈਣ। ਨਹੀਂ, ਇਹ ਬਹੁਤ ਸੱਚੇ ਸੁੱਚੇ ਲੋਕ ਆ ਨਾ ਭਾਜੀ। ਇਹ ਬੜੇ ਇੰਨੇ ਇਮਾਨਦਾਰ ਨੇ, ਜੇ ਬੋਤਲ ਲੈ ਲਈ ਆ ਤਾਂ ਵੋਟ ਫਿਰ ਉੱਥੇ ਹੀ ਪਾਉਣੀ ਆ, ਜਾਂ ਪੈਸੇ ਲੈ ਲਿਆ ਤਾਂ ਬਹੁਤ ਉੱਥੇ। ਮਾਰਾ ਇਹ ਕਹਿੰਦੇ ਸਾਡੇ ਆਪ ਦਾ ਘਰ ਅੱਗ ਲੱਗ ਜਵੇ ਜੀ, ਸਾਡਾ ਦੇਸ਼ ਉੱਜੜ ਜਵੇ, ਸਾਡੇ ਬੱਚਿਆਂ ਦਾ ਪਰ ਸਾਡੀ ਜ਼ਬਾਨ ਨਹੀਂ ਜਾਣੀ ਚਾਹੀਦੀ। ਹਾਂ, ਸਾਡੀ ਜ਼ਬਾਨ ਨਹੀਂ ਚਾਹੀਦੀ। ਸਾਡੇ ਬੱਚੇ ਅਨਪੜ੍ਹ ਰਹਿੰਦੇ ਆ, ਭੁੱਖੇ ਮਰ ਜਾਣ। ਔਰ ਉਸ ਤੋਂ ਇਲਾਵਾ ਮੈਂ ਇਹਨਾਂ ਨੂੰ ਕਈਆਂ ਨੂੰ ਪੁੱਛਿਆ ਵੀ 1000 2000 5000 ਦਿੰਦਾ ਹੋਊ ਕੋਈ ਤੁਹਾਨੂੰ ਇਲੈਕਸ਼ਨ ਲੜਨ ਲਈ ਜੀ, ਕਿ 5 ਸਾਲ ਤੁਹਾਡੇ ਲੰਘ ਜਾਣਗੇ? ਗੁਜ਼ਾਰਾ ਹੋ ਜੂ ਉਹਦੇ ਨਾਲ? ਕਿਉਂ ਆਪਣੀ ਜ਼ਮੀਰ ਨੂੰ ਵੇਚਦੇ ਹੋ? ਇਹਨਾਂ ਲੋਕਾਂ ਕੋਲ ਕੋਈ ਜਵਾਬ ਨਹੀਂ ਸੀਗਾ। ਪਰ ਜਿੱਥੋਂ ਤੱਕ ਐਤਕੀ ਲੱਗੇ ਹੋਏ ਆ ਜੀ, ਸ਼ਾਇਦ ਉਮੀਦ ਆ, ਪਰ ਮੈਂ 100% ਹਜੇ ਵੀ ਨਹੀਂ ਕਹਿ ਸਕਦਾ। ਨਹੀਂ, ਮੈਨੂੰ ਤਾਂ ਹਜੇ ਵੀ ਨਹੀਂ ਲੱਗਦੀ ਜੀ। ਸਾਡਾ ਜੂਤ ਤਾਂ ਲੱਗਿਆ ਫੋਨਾਂ ਦੇ ਵਿੱਚ। ਉਹ ਫਲਾਨਾ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਫਲਾਨੀ ਭਾਬੀ ਕੀ ਕਿਤੇ ਨੱਚਦੀ ਆ ਤੇ ਉਹ ਫਲਾਨਾ ਸ਼ਟਰਾਂ ਵਾਲਾ ਕਿਹੜਾ ਕਰਦਾ ਵਾ ਜਾਂ ਉਹ ਕੀ ਕਰਦਾ ਵਾ। ਤੇ ਸਾਡੀ ਰਾਜਨੀਤੀ ਨੂੰ ਸੋਚਣ ਦੇ ਲਈ, ਸਾਡੇ ਫਿਊਚਰ ਨੂੰ, ਸਾਡੇ ਐਜੂਕੇਸ਼ਨ ਸਿਸਟਮ ਦੇ ਲਈ ਇਹਨਾਂ ਕੋਲ ਸਮਾਂ ਕਿੱਥੇ ਆ? ਸਰ ਯੂਥ 2-3 ਕੰਮਾਂ 'ਚ ਆ। ਇੱਕ ਜਿਹੜਾ ਤੁਸੀਂ ਦੱਸਿਆ ਫੋਨਾਂ ਵਾਲੇ ਸਿਸਟਮ 'ਚ ਜੀ, ਦੂਜਾ ਉਹ ਲੱਗਾ ਹੋਇਆ ਬਾਹਰ ਜਾਣ 'ਚ, ਤੀਜਾ ਨਸ਼ੇ ਆ, ਚੌਥਾ ਇਹਨਾਂ ਕੋਲ ਕੋਈ ਕੰਮ ਹੀ ਨਹੀਂ ਹੈਗਾ। ਮਤਲਬ ਸਰਕਾਰਾਂ ਵੀ ਬੜੇ ਤਰੀਕੇ ਦੇ ਨਾਲ ਇਹਨਾਂ ਨੂੰ ਇਹਨਾਂ ਚਾਰਾਂ ਕੰਮਾਂ ਦੇ ਵਿੱਚ ਉਲਝਾ ਕੇ ਰੱਖੀ ਇਹ ਟ੍ਰੈਪ ਆ ਜੀ। ਕਿ ਜੇ ਇਹਨਾਂ ਨੇ ਕਿਤੇ ਇਹ ਹਟ ਗਏ ਇਹਨਾਂ ਚੀਜ਼ਾਂ ਤੋਂ ਤਾਂ ਇਹ ਹੱਕ ਮੰਗਣ ਲੱਗ ਜਾਣਗੇ। ਸਰ ਇਹਨਾਂ ਨੇ ਸਾਨੂੰ 3 ਕੈਟਾਗਰੀਆਂ 'ਚ ਵੰਡਿਆ ਹੋਇਆ ਜੀ। ਉਹ ਕਹਿੰਦੇ ਸਭ ਤੋਂ ਪਹਿਲਾਂ ਯੂਥ ਆ ਜੀ, ਤੇ ਯੂਥ ਨੂੰ ਪਤਾ ਕਿ ਅੱਜ ਕੱਲ ਨੀਡ ਕੀ ਆ। ਨੀਡ ਕੀ ਆ? ਠੀਕ ਹੈ, ਹੁਣ ਮੈਂ ਇੱਥੇ ਕਨਕਲੂਡ ਕਰਨਾ ਚਾਹੁੰਦਾ, ਕੈਪਟਨ ਸਾਹਿਬ ਨੇ ਜਿਹੜੇ ਆ ਸਮਾਰਟਫੋਨ ਵੰਡੇ ਨੇ ਜੀ, ਮੈਨੂੰ ਇਨਡਾਇਰੈਕਟਲੀ ਰਿਸ਼ਵਤ ਮੰਨਦਾ ਆ। ਬਿਲਕੁਲ ਹੈਗੀ ਆ ਜੀ। ਇਹਨਾਂ ਨੇ +2 ਵਾਲੇ ਕਿਉਂ ਚੁਣੇ? ਜੀ, ਕਿ +2 ਵਾਲੇ ਹੀ ਕਲਾਸਾਂ ਲਾਉਂਦੇ ਨੇ? ਕਲਾਸਾਂ ਲਾਉਂਦੇ ਆ ਜੀ। ਕਹਿੰਦੇ +2 ਵਾਲੇ ਤੇ ਕਲਾਸਾਂ ਨਹੀਂ ਲਾਉਂਦੇ ਜੀ, ਸਟੱਡੀ ਹੋਰ ਵੀ ਹੋ ਰਹੀ ਹੈ, ਸਾਰੇ ਕਿਤੇ ਹੋ ਰਹੀ ਹੈ ਜੀ। ਇਹਨਾਂ ਨੇ +2 ਵਾਲੇ ਇਸ ਕਰਕੇ ਚੁਣੇ ਕਿਉਂਕਿ ਆਪਾਂ ਸਾਰੇ ਪੜ੍ਹੇ ਹੋਏ ਆ, +2 ਆਪਾਂ ਸਾਰਿਆਂ ਨੇ ਕੀਤੀ ਹੋਈ ਆ ਜੀ। ਇਹ +2 ਦੇ ਵਿੱਚ ਤਕਰੀਬਨ ਇਹੋ ਜਿਹੇ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਏਜ ਜਿਹੜੀ ਆ 15 16 17। ਬਿਲਕੁਲ, ਹੁਣ ਉਹਨਾਂ ਨੇ ਅੱਗੇ ਬਾਰੇ ਸੋਚਣਾ ਹੁੰਦਾ ਵਾ। 2022 ਦੇ ਵਿੱਚ ਆ 1,73,000 ਜਿਹੜੇ ਇਹਨਾਂ ਨੇ ਸਮਾਰਟਫੋਨ ਵੰਡੇ ਆ, ਇਹ 1,73,000 ਲੋਕ ਮੋਰ ਦੈਨ 90% ਇਹ 2022 ਦੇ ਵਿੱਚ ਇਹ 18 ਸਾਲ ਤੋਂ ਅਬਵ ਹੋ ਜਾਣੇ ਆ ਤੇ ਹੋ ਜਾਣਿਆ। ਇਹਨਾਂ ਨੇ ਵੋਟਾਂ ਲੈਣੀਆਂ ਨੇ, ਵੋਟਾਂ ਲੈਣੀਆਂ। ਨੰਬਰ 2 ਨਿਕੰਮੇ ਵੀ ਕਰਤੇ, ਨਿਕੰਮੇ ਕਰ ਵੀ ਮੋਬਾਈਲਾਂ ਦੇ ਵਿੱਚ ਵੜ ਕੇ ਰਹਿ ਜਾਓ ਜੀ, ਸੋਚਿਓ ਨਾ ਕੁਝ, ਸੋਚਿਓ ਨਾ। ਉਸ ਤੋਂ ਬਾਅਦ ਦੂਜੀ ਗੱਲ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ, ਇਹ ਮੈਂ ਲੋਕਾਂ ਨੂੰ ਸਮਝਾ ਰਿਹਾ ਕਿ ਜੇ ਅਸੀਂ ਵੀ ਮਿਡਲ ਕਲਾਸ ਆ, ਜੇ ਅਸੀਂ ਸੋਚ ਸਕਦੇ ਹਾਂ ਤਾਂ ਤੁਸੀਂ ਵੀ ਸੋਚ ਸਕਦੇ ਹੋ ਜੀ। ਕੈਪਟਨ ਸਾਹਿਬ ਨੇ ਫੋਨ ਦੇ ਉੱਤੇ ਆਪਣੀਆਂ ਫੋਟੋਆਂ ਲਾਤੀਆਂ ਜੀ। ਕੀ ਗੱਲ ਪੰਜਾਬ ਸਰਕਾਰ ਦੀ ਫੋਟੋ ਨਹੀਂ ਲੱਗਦੀ ਸੀ ਉੱਥੇ? ਜੀ, ਪੰਜਾਬ ਸਰਕਾਰ ਦਾ ਲੋਗੋ ਨਹੀਂ ਲੱਗਦਾ ਸੀ? ਸਾਡੇ ਭਾਰਤ ਦਾ ਲੱਗ ਸਕਦਾ ਸੀ, ਸਾਡੇ ਇੰਡੀਆ ਦਾ ਲੱਗ ਜਾਂਦਾ, ਪੰਜਾਬ ਸਰਕਾਰ ਦੀ ਲਾ ਦਿੰਦੀ, ਪੰਜਾਬੀਅਤ ਦਾ ਲਾ ਦਿੰਦੀ, ਜਾਂ ਕੋਈ ਪੰਜਾਬੀ ਦੇ ਨਾਂ ਤੇ ਕੋਈ ਮੈਸੇਜ ਦੇ ਦਿੰਦੇ ਲੋਕਾਂ ਨੂੰ, ਜਾਂ ਸਟੂਡੈਂਟ ਦੇ ਲਈ ਕੋਈ ਸਲੋਗਨ ਲਾ ਦਿੰਦੇ ਜਿਹਦੇ ਨਾਲ ਉਹ ਥੋੜੇ ਮੋਟੀਵੇਟ ਹੁੰਦੇ, ਜਾਂ ਕਿਸੇ ਹੋਰ ਜਿਹਨੇ ਪੰਜਾਬ ਦੇ ਲਈ ਕੁਝ ਕੀਤਾ ਹੋਵੇ ਉਹਦੇ ਨਾਂ ਤੇ, ਭਗਤ ਸਿੰਘ ਦੇ ਨਾਂ ਤੇ ਕੁਝ ਲੋਗੋ ਲਾ ਦਿੰਦੇ। ਜੇ ਫੋਟੋ ਹੀ ਲਾਣੀ ਸੀ ਲੋਕਾਂ ਨੂੰ ਇੱਕ ਅੱਛਾ ਮੈਸੇਜ ਤੇ ਜਾਂਦਾ। ਇਹਦਾ ਮਤਲਬ ਬਾਦਲ ਸਾਹਿਬ ਸਾਈਕਲਾਂ ਤੇ ਫੋਟੋਆਂ ਲਾ ਦਿੰਦੇ ਨੇ, ਕੈਪਟਨ ਸਾਹਿਬ ਨੇ ਮੋਬਾਈਲਾਂ ਤੇ ਲਾਤੀਆਂ। ਕੈਟਾਗਰੀ ਇੱਕੋ ਹੀ ਆ। ਔਰ ਫਿਰ ਇਹਨਾਂ ਦੇ ਵਿੱਚ ਜਦੋਂ ਉਹ ਇਲੈਕਸ਼ਨ ਹੋਣੇ ਆ, ਚੋਣ ਜਾਬਤਾ ਲੱਗਣਾ, ਅੱਜ ਦੇਖਿਓ, ਅੱਜ ਓਪੋਜੀਸ਼ਨ 'ਚ ਕੋਈ ਬੰਦਾ ਬੋਲਿਆ ਕਿ ਕੈਪਟਨ ਸਾਹਿਬ ਨੇ ਸਮਾਰਟਫੋਨ ਦੇ ਡੱਬੇ ਤੇ ਸਮਾਰਟਫੋਨ ਦੀ ਬੈਕ ਸਾਈਡ ਦੇ ਉੱਤੇ ਕਿੱਦਾਂ
ਫੋਟੋ ਲਾਤੀ, ਜਦੋਂ ਜਿੱਦਾਂ ਮੈਂ- ਹੀ ਨਹੀਂ, ਚੋਣ ਨਹੀਂ, ਜਾਬਤਾ ਲੱਗਣਾ। ਮੈਂ ਤੁਹਾਨੂੰ ਇੱਥੇ ਰੋਕੂੰਗਾ। ਜਦੋਂ ਪਿਛਲੇ ਇਲੈਕਸ਼ਨ ਦੇ ਵਿੱਚ ਇਹੀ ਜਿਹੜੀ ਅੱਜ ਸਰਕਾਰ ਸੱਤਾ ਦੇ ਵਿੱਚ ਆ, ਇਹਨਾਂ ਦੇ ਮੰਤਰੀਆਂ ਨੇ ਰੌਲਾ ਬੜਾ ਪਾਇਆ ਸੀ ਕਿ ਐਂਬੂਲੈਂਸ ਦੇ ਉੱਤੇ ਬਾਦਲ ਨੇ ਆਪਦੀ ਫੋਟੋ ਕਿਉਂ ਲਾਈ ਹੈ, ਔਰ ਉਹ ਬਾਅਦ ਚੋਂ ਲਵਾਈ ਵੀ ਗਈ ਸੀ, ਲਹਾਈ ਸੀਗੀ ਜੀ। ਕੋਰਟ ਦੇ ਵਿੱਚ ਇੱਕ ਕੇਸ ਚੱਲਿਆ ਸੀ। ਤੇ ਅੱਜ ਖੁਦ ਮੋਬਾਈਲਾਂ ਤੇ ਫੋਟੋਆਂ ਲਾ ਦੇ ਰਹੇ ਆ। ਇਹੀ ਤੇ ਮੇਰਾ ਰੋਲਾ ਆ। ਮੈਂ ਯੂਥ ਕਾਂਗਰਸ ਨੂੰ ਵੀ ਇਹ ਸਵਾਲ ਕੀਤਾ ਸੀਗਾ ਜੀ। ਵੀ ਮੈਂ ਸੋਸ਼ਲ ਮੀਡੀਆ ਦੇ ਥਰੂ, ਕਿਉਂਕਿ ਮੇਰੇ ਕੋਲ ਕੋਈ ਮਾਧਿਅਮ ਨਹੀਂ ਹੈ, ਜੀ। ਤੇ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਉਸ ਵੇਲੇ ਤੁਸੀਂ ਧਰਨੇ ਵੀ ਲਾਏ ਸੀਗੇ। ਬਿਲਕੁਲ ਲਾਏ ਸੀ। ਪੰਜਾਬ ਯੂਥ ਕਾਂਗਰਸ ਨੇ ਧਰਨੇ ਲਾਏ ਸੀ, ਪ੍ਰਦਰਸ਼ਨ ਕੀਤੇ ਸੀਗੇ ਕਿ ਇਹ ਸਿੱਧੇ ਤੌਰ ਤੇ ਵੋਟਰਾਂ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਹੈ। ਕਰਨ ਦੀ ਕੋਸ਼ਿਸ਼ ਆ। ਤੇ ਅੱਜ ਤੁਸੀਂ ਕੀ ਕਰ ਰਹੇ ਹੋ? ਤੇ ਤੁਸੀਂ ਵੀ ਉਸੇ ਕੈਟਾਗਰੀ ਦੇ ਵਿੱਚ ਆ ਰਹੇ ਹੋ, ਤੁਸੀਂ ਫੋਟੋ ਲਾ ਕੇ ਦੇ ਮੈਂ ਕਿਉਂ ਕਹਿਣਾ ਕਿ ਇਹ ਕੁੱਤੀ ਚੋਰਾਂ ਨਾਲ ਰਲੀ ਹੋਈ ਆ। ਬਿਲਕੁਲ ਰਲੀ ਹੋਈ ਆ। ਇਹ ਸਭ ਰਲੇ ਮਿਲੇ ਨੇ ਭਾਈ ਸਾਹਿਬ, ਇੱਥੇ ਕਿਸੇ ਨੇ ਕੁਝ ਨਹੀਂ ਕਰਨਾ। ਉਹ ਕਹਿੰਦੇ ਵੀ ਉਹ ਭੰਡਾ ਭੰਡਾਰੀਆ ਕਿੰਨਾ ਕਪਾ ਤੇ ਇੱਕ ਮੁੱਠੀ ਚੱਕ ਲਾ ਤੇ ਦੂਜੀ ਬਿਲਕੁਲ ਸਹੀ ਤਿਆਰ। ਗੱਲ। 5 ਸਾਲ ਤੂੰ ਰਾਜ ਕਰ ਲਾ, 5 ਸਾਲ ਤੂੰ ਕਰ ਲਾ, ਤੀਜਾ ਨਾ ਕੋਈ ਆਉਣ ਦੇਈਏ। ਬਿਲਕੁਲ ਸਹੀ ਗੱਲ ਆ ਜੀ। ਇਹਨਾਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਨੇ, ਆਪਸ ਵਿੱਚ ਇਕੱਠੇ ਲੰਚ ਕਰਦੇ ਆ। ਸਾਡੇ ਵਾਲੇ ਮਹੱਲਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਸਿਰ ਪਾੜੀ ਜਾਂਦੇ ਆ ਕਿ ਤੂੰ ਕਾਂਗਰਸੀ ਆ, ਉਹ ਅਕਾਲੀ ਆ। ਥਾਣਿਆਂ 'ਚ ਜਾ ਕੇ ਕਹੀ ਜਾਂਦੇ ਨੇ ਜੀ ਇਹ ਸਾਡੀ ਸਰਕਾਰ ਆ, ਉਹਦੀ ਸਰਕਾਰ ਆ। ਸਰ ਮੈਂ ਇੱਥੇ ਤੁਹਾਨੂੰ ਇੱਕ ਗੱਲ ਦੱਸਦਾ, ਤੁਸੀਂ ਰਿਸ਼ਤੇਦਾਰੀ ਦੀ ਇੱਕ ਇੱਥੇ ਗੱਲ ਚੱਲ ਰਹੀ ਆ ਜੀ। ਸਿਮਰਜੀਤ ਸਿੰਘ ਮਾਨ ਜੀ ਨੇ, ਬਿਲਕੁਲ ਮੈਨੂੰ ਪਤਾ ਜੀ, ਸਾਡੂ ਨੇ ਜੀ, ਬੜੇ ਸਤਿਕਾਰਯੋਗ ਨੇ ਸਾਡੇ, ਚਲੋ ਜੀ। ਉਹ ਬਜ਼ੁਰਗ ਹੋਣ ਦੇ ਨਾਤੇ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਜੀ। ਅੱਜ ਉਹ ਖਾਲਿਸਤਾਨ ਦਾ ਮੁੱਦਾ ਹਮੇਸ਼ਾ ਚੱਕਦੇ ਨੇ, ਚੱਕੀ ਜਾਂਦੇ ਆ ਜੀ। ਜਦੋਂ ਦੇ ਮੈਂ ਦੇਖ ਰਿਹਾ ਚੱਕੀ ਜਾ ਰਹੇ ਨੇ। ਚਲੋ ਉਹਨਾਂ ਦਾ ਰਾਈਟ ਆ, ਫਰੀडम ਆਫ ਸਪੀਚ, ਠੀਕ ਆ। ਇਹ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਆਂਦੀ ਆ ਜੀ, ਉਦੋਂ ਇਹ ਐਸਜੀਪੀਸੀ ਦੇ ਅੰਦਰ ਤੱਕ ਵੜ ਜਾਂਦੇ ਨੇ। ਬਿਲਕੁਲ। ਜਦੋਂ ਕੈਪਟਨ ਸਾਹਿਬ ਦੀ ਸਰਕਾਰ ਆਂਦੀ ਆ ਉਦੋਂ ਕਿਤੇ ਮੁਸ਼ਕਲ ਨਾਲ ਇਹ ਆਪਣੇ ਘਰੋਂ ਬਾਹਰ ਨਿਕਲਦੇ ਨੇ। ਤੁਹਾਡੀ ਗੱਲ ਮੈਂ ਵਿੱਚ ਹੀ ਰੋਕੂੰਗਾ ਸਰ। ਤੁਸੀਂ ਕਹਿੰਦੇ ਹੋ ਕਿ ਖਾਲਿਸਤਾਨ ਦੇ ਮੁੱਦੇ ਤੇ ਬੋਲਦੇ ਆ। ਜੇ ਖਾਲਿਸਤਾਨ ਦੇ ਮੁੱਦੇ ਤੇ ਇੱਕ ਕੋਈ ਮੁੰਡਾ, ਕੋਈ ਨੌਜਵਾਨ ਪੋਸਟ ਵੀ ਸ਼ੇਅਰ ਕਰ ਦਿੰਦਾ, ਉਹ ਤੇ ਸਵੇਰ ਨੂੰ ਪਰਚਾ ਹੋ ਕੇ ਯੂਏਪੀ ਦੇ ਤਹਿਤ ਅੰਦਰ ਲੱਗੀ ਹੁੰਦੀ ਆ, ਤੇ ਫਿਰ ਇਹਨਾਂ ਤੇ ਕਿਉਂ ਨਹੀਂ ਕਾਰਵਾਈ ਨਹੀਂ ਲੱਗੀ? ਕਿੱਦਾਂ ਲੱਗੂਗੀ ਮਹਾਰਾਜ? ਗੱਲ ਤੇ ਮੈਂ ਜਿਹੜੀ ਰਿਸ਼ਤੇਦਾਰੀ ਦੀ ਗੱਲ ਆ, ਮੈਂ ਤੁਹਾਨੂੰ ਉਹੀ ਤਾਂ ਹਵਾਲਾ ਦੇ ਰਿਹਾ ਜੀ। ਉਹ ਤਾਂ ਸ਼ਰੇਆਮ ਕਹਿੰਦੇ ਨੇ ਜੀ ਵੀ ਅਸੀਂ ਖਾਲਿਸਤਾਨ ਕਹਿ ਸਕਦੇ ਹਾਂ। ਖਾਲਿਸਤਾਨ ਸਾਡੇ ਪੰਜਾਬ ਦੇ ਵਿੱਚ, ਸਪੈਸ਼ਲੀ ਇੰਡੀਆ ਦੇ ਵਿੱਚ, ਵੈਸੇ ਤਾਂ ਮੈਂ ਪੂਰੀ ਗੱਲ ਕਰੂੰਗਾ, ਲੇਕਿਨ ਪੰਜਾਬ, ਆਪਾਂ ਪੰਜਾਬੀਆਂ ਤੇ ਪੰਜਾਬੀਅਤ ਦੀ ਗੱਲ ਕਰਾਂਗੇ। ਇੱਥੇ ਧੱਕਾ ਜਿਹੜਾ ਤੁਸੀਂ ਪਿਛਲੀ ਵਾਰ ਇੱਕ ਸ਼ੇਅਰ ਸੁਣਾਇਆ ਸੀ ਨਾ ਜੀ, ਬਿਲਕੁਲ ਬਿਲਕੁਲ, ਕਿ ਇੱਥੇ ਚੰਗਿਆਂ ਦੀ ਕੀਤੀ ਆ, ਮਾੜਾ ਭਰਦਾ ਜੀ, ਤੇ ਉਹ ਇੱਥੇ ਹੀ ਆ। ਇਹ ਪਰਚੇ ਵਾਲੇ ਤੁਸੀਂ ਕਦੀ ਐਨਾਲਾਈਸਿਸ ਕਰਕੇ ਦੇਖਿਓ, ਜਿਨ੍ਹਾਂ ਤੇ ਯੂਏਪੀਏ ਦੇ ਪਰਚੇ ਹੋਏ ਆ ਨਾ, ਤੁਸੀਂ ਉਹਨਾਂ ਨੂੰ ਐਨਾਲਾਈਸਿਸ ਕਰਕੇ ਦੇਖਿਓ, ਘਰੋਂ ਬੜੇ ਹਿਮਾਤੜ ਨੇ ਜੀ। ਔਰ ਮੈਂ ਉਹਨਾਂ ਨੇ ਕਿਸੇ ਦੇ ਬਹਿਕਾਵੇ 'ਚ ਆ ਕੇ ਕਰ ਦਿੱਤਾ ਜਾਂ ਕੀ ਕੀਤਾ, ਉਹ ਜਾਣਦਾ, ਉਹਨਾਂ ਦਾ ਰੱਬ ਜਾਣਦਾ, ਮੈਨੂੰ ਨਹੀਂ ਉਹਦੇ ਬਾਰੇ ਪਤਾ। ਲੇਕਿਨ ਮੈਂ ਉਸ ਯੂਥ ਨੂੰ ਕਹਿਣਾ, ਤੁਸੀਂ ਕਿਹੜੇ ਕੰਮਾਂ 'ਚ ਪਏ ਹੋ? ਹਾਂ, ਜੇ ਤੁਸੀਂ ਆਵਾਜ਼ ਹੀ ਚੱਕਣੀ ਆ, ਤੁਸੀਂ ਆਪਦੇ ਹੱਕਾਂ ਦੀ ਦੱਬ ਕੇ ਆਓ, ਤੁਹਾਨੂੰ ਕਿਹਨੇ ਰੋਕਿਆ? ਤਾਂ ਆਪਦੇ ਹੱਕਾਂ ਦੀ ਚੱਕੋ, ਆਪਦੇ ਐਜੂਕੇਸ਼ਨ ਮੰਗੋ, ਆਪਦੀਆਂ ਨੌਕਰੀਆਂ ਮੰਗੋ, ਆਪਣੇ ਪਿੰਡ ਲਈ ਆਵਾਜ਼ ਚੁੱਕੋ, ਆਪਣੇ ਸ਼ਹਿਰ ਲਈ ਚੱਕੋ। ਜਿਹੜੀ ਤੁਸੀਂ ਆ ਸਾਰੀ ਮੈਨੂੰ ਜਾਣਕਾਰੀ ਦੇਤੀ ਜੀ, ਐਮਐਲਏ ਦੀਆਂ ਵੀ ਦੇਤੀ, ਐਮਪੀ ਦੀਆਂ ਵੀ ਦੇਤੀ, ਰਾਜ ਸਭਾ ਦੇ ਮੈਂਬਰ ਜਾਂ ਐਕਸ ਐਮਐਲਏ ਵੀ ਇਦਾਂ ਦੇ ਨੇ ਜਿਹੜੇ ਖਾਸ, ਕੋਈ ਖਾਸ ਦੱਸੋ ਸਾਨੂੰ ਥੋੜੇ ਸੰਖੇਪ ਸ਼ਬਦਾਂ ਦੇ ਵਿੱਚ। ਰਾਜ ਸਭਾ ਦੇ ਵਿੱਚ ਜੀ ਇਸ ਟਾਈਮ 24% ਐਮਪੀ ਇਦਾਂ ਦੇ ਨੇ ਜਿਹੜੇ ਕ੍ਰਿਮੀਨਲ ਰਿਕਾਰਡ ਵਾਲੇ ਨੇ। ਉੱਥੇ ਵੀ ਮਤਲਬ ਹੈਗਾ ਬੇੜਾ ਗਰਕ, ਉੱਥੇ ਬੇੜਾ ਗਰਕ ਚਾਰੇ ਪਾਸੇ ਆ ਜੀ। ਜੀ। ਔਰ ਮੈਂ ਤੁਹਾਨੂੰ ਉਹਦੇ ਵਿੱਚ 88% ਜੀ ਐਮਪੀ ਜਿਹੜੇ ਆ ਉਹ ਕਰੋੜਪਤੀ ਆ ਭਾਈ ਸਾਹਿਬ। 88% ਰਾਜ ਸਭਾ ਦੇ। ਤੇ ਜਿਹੜੇ ਐਕਸ ਐਮਐਲਏ ਨੇ ਜੀ, ਉਹਨਾਂ ਦਾ ਕੀ ਹਿਸਾਬ ਆ? ਔਰ ਉੱਥੇ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਆ ਜੀ ਕਿ ਲੋਕ ਸਭਾ ਦੇ ਵਿੱਚ 88% ਐਮਪੀ ਕਰੋੜਪਤੀ ਆ, ਰਾਜ ਸਭਾ ਦੇ ਵਿੱਚ 89% ਕਰੋੜਪਤੀ ਆ ਜਿਹੜੇ ਐਮਪੀ ਨੇ। ਔਰ ਇੱਥੇ ਇੱਕ ਹੈਰਾਨੀਜਨਕ ਜਿਹੜਾ ਤੱਥ ਆ, ਜਿੱਦਾਂ ਆਪਾਂ ਉਹਦੇ ਵਿੱਚ ਇੱਕ ਕ੍ਰਿਮੀਨਲ ਐਨਾਲਾਈਸਿਸ ਕੀਤਾ ਸੀਗਾ, ਇਹਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਐਨਾਲਾਈਸਿਸ ਕਰਨਾ ਚਾਹੂੰਗਾ ਅਮੀਰੀ ਦਾ ਜੀ। ਇੱਕ ਇੱਥੇ ਲੋਕ ਸਭਾ ਦੇ ਐਮਪੀ ਨੇ, ਰਾਜ ਸਭਾ ਤੋਂ ਐਮਪੀ ਨੇ ਮਹਿੰਦਰ ਪ੍ਰਸਾਦ ਜੀ ਬਿਹਾਰ ਤੋਂ। ਇਹਨਾਂ ਦੀ ਟੋਟਲ ਚਲ ਅਚਲ ਸੰਪਤੀ ਜਿਹੜੀ ਆ ਉਹ 4000 ਕਰੋੜ ਪਲੱਸ ਆ। ਇੱਕ ਐਮਪੀ ਦੀ ਜਿਹੜੀ ਮਤਲਬ ਪ੍ਰਾਪਰਟੀ ਆ, ਟੋਟਲ ਆਪਾਂ ਕਹਿੰਦਾ ਸਾਰਾ ਪੈਸਾ ਜੋੜ ਕੇ ਪ੍ਰਾਪਰਟੀ 4000 ਕਰੋੜ ਰੁਪਇਆ। 4000 ਕਰੋੜ ਤੋਂ ਉੱਪਰ। ਕੀ ਬਾਤ ਹੈ। ਔਰ ਉਸ ਤੋਂ ਇਲਾਵਾ ਜਿਹੜੀ ਇਹਨਾਂ ਦੀ ਰੇਸ਼ੋ ਆ, ਕ੍ਰਾਈਮ ਰੇਸ਼ੋ, ਉਹ 24% ਇੱਥੇ ਨਹੀਂ ਰੁਕਦੀ ਜੀ। ਇਹਨਾਂ ਦੀ ਜਿਹੜੀ ਕਰੋੜਪਤੀ ਆ ਜੀ, ਉਹ 89% ਆ। ਮਤਲਬ ਰਾਜ ਸਭਾ ਦੇ ਜਿਹੜੇ ਹੈਗੇ ਨੇ ਮੈਂਬਰ ਨੇ, ਐਮਪੀ ਨੇ, ਉਹ 99% ਕਰੋੜਪਤੀ ਨੇ। 99% ਕਰੋੜਪਤੀ। ਇਹਦੇ ਨਾਲੋਂ 1% ਵੱਧ ਨੇ ਲੋਕ ਸਭਾ ਤੋਂ। ਤੇ ਗਰੀਬਾਂ ਦਾ ਫੇਰ ਨਹੀਂ ਸੋਚਦੇ ਜੀ, ਫੇਰ ਤਨਖਾਹਾਂ ਵੀ, ਭੱਤੇ ਉਹੀ ਆ, ਤੇ ਜਿਹੜਾ ਪੈਨਸ਼ਨ ਆ ਉਸ ਤੋਂ ਬਾਅਦ ਸਾਰਾ ਕੁਝ ਉਹੀ ਆ ਜੀ। ਨਾ ਹੁਣ ਜਦੋਂ ਐਮਪੀ ਦਾ ਉਦੋਂ ਪੈਨਸ਼ਨ ਆ ਉਹ ਵੀ ਲੈਣੀਆਂ ਜੀ। ਲੈਣੀਆਂ। ਅੱਛਾ, ਇੱਕ ਗੱਲ ਹੋਰ ਦੱਸਣਾ ਹੁਣ, ਦੱਸੋ ਇਹਨੂੰ ਮੈਂ ਇੱਕ ਕਲੀਅਰ ਐਨਾਲਾਈਸਿਸ ਕਰ ਦਿੰਦਾ ਜੀ। ਪੰਜਾਬ ਦੇ ਵਿੱਚ 117 ਐਮਐਲਏ ਜੀ, ਉਹਨਾਂ ਦੇ ਵਿੱਚੋਂ 81% ਕਰੋੜਪਤੀ ਜੀ। ਸਾਡੇ ਲੋਕ ਸਭਾ ਦੇ ਵਿੱਚ
ਟੋਟਲ 542 ਦੇ ਵਿੱਚੋਂ 539 ਦਾ ਐਨਾਲਿਸਿਸ ਰਿਪੋਰਟ ਹੈ ਸਾਡੇ ਕੋਲ ਜੀ। ਉਹਦੇ ਵਿੱਚੋਂ 88% ਕਰੋੜਪਤੀ ਕਰੋੜਪਤੀ। ਰਾਜ ਸਭਾ ਦੇ ਵਿੱਚ 89% ਕਰੋੜਪਤੀ ਜੀ। ਤੇ ਮੈਨੂੰ ਦੱਸੋ ਗਰੀਬੀ ਦੀ ਗੱਲ ਕੌਣ ਕਰੂਗਾ? ਉਹਨਾਂ ਨੂੰ ਗਰੀਬੀ ਦਾ ਦਰਦ ਹੀ ਕਿੱਥੇ ਪਤਾ ਜੀ ਫਿਰ। ਔਰ 4-4 ਹਜ਼ਾਰ ਕਰੋੜ ਵਾਲੇ ਬੰਦੇ ਸਾਡੇ ਐਮਪੀ ਰਾਜ ਸਭਾ ਦੇ ਵਿੱਚ ਬੈਠੇ। ਔਰ ਪੰਜਾਬ ਦੀ ਜੇ ਗੱਲ ਕਰੂੰ ਜੀ ਤੇ 100% ਐਮਪੀ ਕਰੋੜਪਤੀ ਆ। 13 ਦੇ 13 13 ਦੇ 13 13 ਦੇ 13 ਜੀ। ਵੈਰੀ ਗੁੱਡ। ਚਲੋ ਹੋ ਸਕਦਾ ਪੰਜਾਬ ਦਾ ਕੋਈ ਸੋਚ ਹੀ ਲੈਣ, ਜੇ ਕਰੋੜਪਤੀ ਬਣ ਤਾਂ ਸੋਚਣ ਤਾਂ ਸਹੀ। ਅਸੀਂ ਤਾਂ ਕਹਿੰਦੇ ਆ ਕਿ ਜੇ ਤੁਸੀਂ ਕਰੋੜਪਤੀ ਬਣ ਹੀ ਗਏ ਤਾਂ ਪੰਜਾਬ ਦੇ ਲੋਕਾਂ ਦੇ ਲਈ ਕੁਝ ਹੱਕਾਂ ਦੇ ਲਈ ਕੁਝ ਕਰ ਲਓ, ਪਰ ਉਹ ਨਹੀਂ, ਸਿਰਫ ਆਪਦੀਆਂ ਜਿਹੜੀਆਂ ਪ੍ਰਾਪਰਟੀਆਂ, ਆਪਦਾ ਬਿਜ਼ਨਸ ਉਹਨਾਂ ਤੱਕ ਸੀਮਤ ਨੇ। ਅੱਛਾ, ਤੁਸੀਂ ਮੈਨੂੰ ਇੱਕ ਗੱਲ ਪਹਿਲਾਂ ਆਫ ਰਿਕਾਰਡ ਦੱਸਦੇ ਸੀ ਕਿ ਜਿਹੜੇ ਐਕਸ ਐਮਐਲਏ ਨੇ ਪੰਜਾਬ ਦੇ, ਜੀ ਜੀ ਜੀ, ਉਹ ਕੁਝ ਖਾਸ ਨਾਮ ਤੁਸੀਂ ਦੱਸੇ ਸੀ ਜਿਹੜੇ 5-5 6-6 ਪੈਨਸ਼ਨਾਂ ਲੈਂਦੇ ਨੇ। ਦੇਖੋ ਇਹ ਮੇਰੀ ਆਰਟੀਆਈ ਦੀ ਰਿਪੋਰਟ ਆ। ਇਹ ਆਰਟੀਆਈ ਦੇ ਤਹਿਤ, ਇਹ ਮੇਰੇ ਆਰਟੀਆਈ ਦੇ ਤਹਿਤ ਆਈ ਆ ਜੀ। ਇਹਦੇ ਵਿੱਚ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਇਹ ਜਾਣਕਾਰੀ ਮੈਨੂੰ ਦਿਓ ਵੀ ਪੰਜਾਬ ਦੇ ਵਿੱਚ ਕਿੰਨੇ ਐਕਸ ਐਮਐਲਏ ਨੇ ਜਿਹੜੇ ਭੱਤੇ ਆਪਣੇ ਪੈਨਸ਼ਨਾਂ ਲੈ ਰਹੇ ਨੇ, ਪੈਨਸ਼ਨਾਂ ਲੈ ਰਹੇ ਆ ਜੀ। ਤੇ ਉਹ ਮੈਂ ਜਦੋਂ ਦੇਖੀ ਤੇ ਇਹ ਰਿਪੋਰਟ ਉਹਨਾਂ ਨੇ ਮੈਨੂੰ ਲੈਟਰ ਦਿੱਤੀ ਜਿਹਦੇ ਵਿੱਚ ਇੱਕ ਵੈਬਸਾਈਟ ਦਾ ਲਿੰਕ ਦਿੱਤਾ ਗਵਰਨਮੈਂਟ ਆਫ ਪੰਜਾਬ ਦਾ ਜੀ। ਤੇ ਉੱਥੋਂ ਫਿਰ ਮੈਂ ਕਲਿੱਕ ਕਰਕੇ ਰਿਪੋਰਟ ਲਈ ਹੈ। ਇਹ ਰਿਪੋਰਟ ਹੈਗੀ ਹੈ 25/11/2019 ਤੱਕ ਦੀ। 25/11/2019 ਤੱਕ, ਯਾਨੀ ਕਿ ਪਿਛਲੇ ਸਾਲ ਦੇ ਲਾਸਟ ਤੱਕ ਦੀ, ਠੀਕ ਹੈ। ਉਦੋਂ ਤੱਕ ਪੰਜਾਬ ਸਰਕਾਰ ਦੇ 273 ਐਕਸ ਐਮਐਲਏ ਸੀਗੇ। ਓਕੇ, ਪਹਿਲੀ ਗੱਲ 273 ਜਿਹੜੇ 273 ਮੌਜੂਦਾ ਨਹੀਂ ਹੈਗੇ ਐਕਸ ਐਮਐਲਏ ਸੀਗੇ ਜੀ। ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਪੈਨਸ਼ਨ ਲਈ ਗਈ ਸੀਗੀ ਜੀ, ਉਹ ਸੀਗੀ ਸਾਡੇ ਪੰਜਾਬ ਦੀ ਪੂਰਵ ਮੁੱਖ ਮੰਤਰੀ ਰਹੇ ਬੀਬੀ ਪੱਠਲ ਜੀ, ਰਜਿੰਦਰ ਕੌਰ ਪੱਠਲ ਜੀ। ਅਸੀਂ ਇੱਥੇ ਦਰਸ਼ਕਾਂ ਨੂੰ ਇੱਕ ਗੱਲ ਧਿਆਨ ਦੇ ਵਿੱਚ ਲਿਆ ਦਈਏ ਕਿ ਜਿਹੜੀ ਪੈਨਸ਼ਨ ਆ ਉਹ ਤਾਂ ਸਾਨੂੰ ਦੱਸਣਾ ਇੱਥੇ ਬਣਦਾ ਵਾ। ਜਿਹੜੀ ਇੱਕ ਐਮਐਲਏ ਪੈਨਸ਼ਨ ਲੈਂਦਾ ਵਾ ਜਾਂ 2 ਪੈਨਸ਼ਨਾਂ ਲੈਂਦਾ, 3 ਲੈਂਦਾ, 6 ਤੱਕ ਵੀ ਲੈਂਦੇ ਨੇ, ਉਹ ਉਸ ਸਮੇਂ ਮਿਲਦੀ ਆ ਜਦੋਂ ਉਹ ਐਮਐਲਏ ਨਹੀਂ ਹੁੰਦਾ। ਜਦੋਂ ਇੱਕ ਐਮਐਲਏ ਮੌਜੂਦਾ ਐਮਐਲਏ ਹੈ, ਉਹਨੂੰ ਸਿਰਫ ਐਮਐਲਏ ਦਾ ਸੈਲਰੀ ਤੇ ਭੱਤੇ ਹੀ ਮਿਲਦੇ ਨੇ। ਪਰ ਇੱਥੇ ਮੈਂ ਦੇਖਿਆ ਕਿ ਜਿਹੜਾ ਮੌਜੂਦਾ ਐਮਐਲਏ ਆ ਉਹਦੇ ਨਾਲੋਂ ਵੱਧ ਤਾਂ ਜਿਹੜਾ ਇੱਕ ਐਮਐਲਏ ਹਾਰ ਜਾਂਦਾ ਵਾ ਉਹ ਫਾਇਦੇ ਲੈ ਜਾਂਦਾ, ਉਹਨੂੰ ਪੈਸਾ ਵੱਧ ਮਿਲਦਾ ਵਾ। ਤੇ ਇੱਥੇ ਭਾਈ ਸਾਹਿਬ ਵੀਰ ਜੀ ਇਹ ਵੀ ਦੱਸਣਗੇ ਕਿ ਇੱਥੇ 5-5 6-6 ਪੈਨਸ਼ਨਾਂ ਲੈ ਰਹੇ ਨੇ ਇੱਕ ਐਮਐਲਏ। ਜੇ ਇੱਕ ਫੌਜ ਦੇ ਵਿੱਚੋਂ ਇੱਕ ਫੌਜੀ ਰਿਟਾਇਰ ਹੁੰਦਾ ਨਾ ਜੀ, ਉਹਨੂੰ ਇੱਕ ਪੈਨਸ਼ਨ ਮਿਲਦੀ ਆ। ਸਾਰੀ ਜ਼ਿੰਦਗੀ ਉਹਨੇ ਬਾਰਡਰ ਦੇ ਉੱਤੇ ਆਪਦੀ ਜਾਨ ਦੇ ਉੱਤੇ ਖੇਡ ਕੇ ਉਹ ਵਾਪਸ ਆਇਆ ਹੁੰਦਾ, ਸ਼ਾਇਦ ਆਪਦੀ ਕਿਸਮਤ ਦੇ ਨਾਲ ਬਚ ਕੇ। ਜੇ ਸ਼ਹੀਦ ਹੋ ਜਾਂਦਾ, ਉਹਨੂੰ ਇੱਕ ਵਾਰੀ ਪੈਸਾ ਮਿਲਦਾ, ਉਹਦੇ ਪਰਿਵਾਰ ਨੂੰ ਕੋਈ ਨਾ ਕੋਈ ਨੌਕਰੀ ਦੇ ਕੇ, ਉਸ ਤੋਂ ਬਾਅਦ ਸਾਰੀ ਜ਼ਿੰਦਗੀ ਪੁੱਛਿਆ ਨਹੀਂ ਜਾਂਦਾ। ਪਰ ਇੱਥੇ ਇੱਕ ਐਮਐਲਏ ਬਣ ਜਾਂਦਾ, ਇੱਕ ਵਾਰ ਜਦੋਂ ਦੂਸਰੀ ਵਾਰ ਹਾਰ ਗਿਆ ਤਾਂ ਤੀਸਰੀ ਵਾਰ ਜਿੱਤ ਗਿਆ, ਜਾਂ ਕਿੰਨੀ ਵਾਰ ਵੀ ਹਾਰਿਆ, ਉਨੀਆਂ ਪੈਨਸ਼ਨਾਂ ਦਾ ਉਹ ਹੱਕਦਾਰ ਲਗਾਤਾਰ ਬਣਦਾ। ਹਾਂਜੀ ਵੀਰ ਜੀ, ਹੁਣ ਦੱਸੋ ਕਿ ਤੁਸੀਂ ਵੀ ਦੱਸਿਆ ਬੀਬੀ ਰਜਿੰਦਰ ਕੌਰ ਪੱਠਲ 6 ਪੈਨਸ਼ਨਾਂ ਲੈ ਰਹੇ ਆ। 6 ਪੈਨਸ਼ਨਾਂ ਲੈ ਰਹੇ ਨੇ ਜੀ ਬੀਬੀ ਜੀ। ਔਰ ਉਸ ਤੋਂ ਬਾਅਦ ਇੱਕ ਸਾਡੇ ਨੇ ਸਰਵਨ ਸਿੰਘ ਫਲੋਰ ਜੀ, ਉਹ ਵੀ ਐਕਸ ਐਮਐਲਏ ਨੇ, ਉਹ ਵੀ 6 ਪੈਨਸ਼ਨਾਂ ਲੈ ਰਹੇ ਨੇ ਜੀ। ਔਰ ਇੱਕ ਸਾਡੇ ਪੰਜਾਬ ਦੇ ਪੂਰਵ ਖਜ਼ਾਨਾ ਮੰਤਰੀ ਵੀ ਰਹੇ ਨੇ ਲਾਲ ਸਿੰਘ ਜੀ, ਤੇ ਉਹ ਵੀ 6 ਪੈਨਸ਼ਨਾਂ ਲੈ ਰਹੇ ਨੇ। ਔਰ ਉਸ ਤੋਂ ਇਲਾਵਾ ਇੱਕ ਸਰਦਾਰ ਰਤਨ ਸਿੰਘ ਅਜਨਾਲਾ ਜੀ, ਜਿਹੜੇ ਐਮਪੀ ਵੀ ਰਹੇ ਨੇ ਖਡੂਰ ਸਾਹਿਬ ਤੋਂ ਰਹੇ ਨੇ ਜੀ, ਤੇ ਉਹ 4 ਵਾਰੀ ਐਕਸ ਐਮਐਲਏ ਆ। ਠੀਕ ਹੈ, ਯਾਨੀ 4 ਪੈਨਸ਼ਨਾਂ ਉਹ ਆ ਤੇ ਇੱਕ ਲੋਕ ਸਭਾ, ਇੱਕ ਐਮਪੀ ਦੀ। ਇਦਾਂ ਦੇ ਇਹੋ ਜਿਹੇ ਬਥੇਰੇ ਨਾਮ ਆ। 273 ਵਿੱਚੋਂ ਤੁਹਾਨੂੰ ਮੈਂ ਕਿੰਨੇ ਕੁ ਸੁਣਾਵਾਂ। ਇਹਦੇ ਵਿੱਚ ਇੱਕ ਵਾਲੇ ਤੇ ਮੁਸ਼ਕਿਲ ਨਾਲ ਮੇਰੇ ਖਿਆਲ ਨਾਲ 50-60 ਆ, ਇਸ ਤੋਂ 100 ਤੋਂ ਵੀ ਥੱਲੇ ਹੋਣੇ ਉਹਨਾਂ ਦੀ ਗਿਣਤੀ। ਜਿਹੜੇ ਉਸ ਤੋਂ 4-4 3-3 ਵਾਲੇ ਤੇ ਮੈਂ ਤੁਹਾਨੂੰ ਗਿਣਤੀ ਨਹੀਂ ਕਰਾ, ਇਹ ਤੇ ਮੈਂ ਤੇਰੇ ਸਿਰਫ ਤੁਹਾਨੂੰ ਉਹ ਦੱਸਿਆ ਜਿਹੜੇ 6 ਵਾਲੇ ਆ। ਇੱਥੇ ਇੱਕ ਐਮਐਲਏ ਜਿਹੜੀ ਇਹ ਫਿਰ ਪੈਨਸ਼ਨ ਬਣਦੀ ਆ ਜੀ, ਇਹ ਕਿੰਨੀ ਕੁ ਬਣਦੀ ਆ ਰਾਉਂਡ ਫਿਗਰ? ਇਹ ਰਾਉਂਡ ਫਿਗਰ ਜਿਹੜੀ ਇੱਕ ਐਮਐਲਏ ਆ ਉਹ ਲੱਖ ਦੇ ਲਾਗੇ ਛਾਗੇ ਪਹੁੰਚ ਜਾਂਦਾ ਆ। ਮਤਲਬ ਜੇ ਇੱਕ ਐਮਐਲਏ ਦੀ ਇੱਕ ਪੈਨਸ਼ਨ ਮੰਨ ਲਈਏ ਤਾਂ 1 ਲੱਖ, ਤਾਂ ਉਹਦੇ ਵਿੱਚ ਜੇ 6 ਪੈਨਸ਼ਨਾਂ ਨੇ ਤਾਂ 6 ਲੱਖ ਉਹਨੂੰ ਪੈਨਸ਼ਨ ਹੀ ਮਿਲ ਜਾਂਦੀ ਆ। ਉਸ ਪੱਤੇ ਪੁੱਤੇ ਅਲੱਗ ਜੀ ਜਿਹੜੇ ਨੇ। ਨਹੀਂ, ਮੈਂ ਉਹ ਪੱਤੇ ਪਾ ਕੇ ਗੱਲ ਕਰ ਰਿਹਾ ਜੀ। ਲੇਕਿਨ ਮੈਂ ਇੱਥੇ ਇਨਕਲੂਡ ਕਰਨਾ ਚਾਹੁੰਦਾ ਇਸ ਗੱਲ ਨੂੰ ਕਿ ਜਿਹੜਾ ਐਕਟ ਦੇ ਵਿੱਚ ਦਿੱਤਾ ਨੇ, ਕਿਹਾ ਜੀ 15,000 ਰੁਪਇਆ ਫਿਕਸ ਪੈਨਸ਼ਨ ਆ ਜੀ, ਤੇ 10,000 ਰੁਪਇਆ ਅਲਾਉਂਸ ਆ ਜੀ। ਉਹ 25,000 ਦੀ ਗੱਲ ਕਰਦੇ ਆ ਬਿਲਕੁਲ। ਤੇ ਉਹ ਜਦੋਂ ਪੱਤੇ ਪੁੱਤੇ ਪਾ ਕੇ ਦੇਖਿਆ ਤੇ 30 ਤੋਂ 40,000 ਰੁਪਇਆ ਇੱਕ ਐਮਐਲਏ ਦੀ ਪੈਨਸ਼ਨ ਬਣਦੀ ਆ ਆਰਾਮ ਨਾਲ। ਯਾਨੀ ਕਿ ਇਸ ਟਾਈਮ ਤਕਰੀਬਨ ਹਰ ਐਮਐਲਏ ਜਿਹੜਾ 6 ਵਾਰੀ ਜਾਂ 7 ਵਾਰੀ ਬਣ ਚੁੱਕਾ, ਉਹ 2-2 ਲੱਖ ਦੇ ਨੀਅਰ ਅਬਾਊਟ ਜਾਂ ਉਸ ਤੋਂ ਵੀ ਅਬਵ ਜਿਹੜੀ ਆ ਉਹ ਪੈਨਸ਼ਨਾਂ ਲੈ ਰਿਹਾ, ਪੈਨਸ਼ਨ ਲੈਂਦਾ ਜੀ ਬੈਠਾ ਇੱਥੇ। ਔਰ ਇਹਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਕੋਈ ਫਰਕ ਵੀ ਨਹੀਂ ਪੈਂਦਾ। ਹਾਂ, ਇੱਥੇ ਖਾਲੀ ਨਹੀਂ ਹੈਗਾ ਨਾ ਜੀ, ਨਾ ਨਾ, ਇੱਥੇ ਤਾਂ ਠੀਕ ਆ, ਬਿਲਕੁਲ ਠੀਕ ਆ। ਖਜ਼ਾਨਾ ਖਾਲੀ ਕਦੋਂ ਹੋਣਾ ਆ? ਜਦੋਂ ਆਮ ਲੋਕਾਂ ਨੂੰ 10 ਕਿਲੋ ਆਟਾ ਪੈਣਾ। ਨੰਬਰ 2, ਜਦੋਂ ਪੰਜਾਬ ਦੇ ਮੁਲਾਜ਼ਮਾਂ ਨੂੰ
ਜੀ ਉਹਨਾਂ ਦੀ ਸੈਲਰੀ ਦੇਣ ਦੀ ਵਾਰੀ ਆਣੀ ਆ, ਤੇ ਜਾਂ ਨੰਬਰ 2 ਦੇ ਉੱਤੇ ਜਿਹੜੇ ਸਟੂਡੈਂਟ ਵਿਚਾਲੇ ਪੜ੍ਹ ਰਹੇ ਨੇ ਉਹਨਾਂ ਨੂੰ ਸਕਾਲਰਸ਼ਿਪ ਦੇਣੀ ਆ, ਉਦੋਂ ਇਹਨਾਂ ਨੂੰ ਮੌਤ ਪੈ ਜਾਣੀ ਹੈ ਜੀ। ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੇਰੇ ਖੁਦ ਦੇ ਨਾਲ ਬੀਤੀ ਹੋਈ ਆ ਕਿ ਮੇਰੀ ਵਾਈਫ ਖੁਦ ਕਾਲਜ ਦੇ ਵਿੱਚ ਪੜ੍ਹਦੀ ਸੀ, 3 ਸਾਲ ਉਹ ਵਿਚਾਰੇ ਉੱਥੇ ਪੜ੍ਹੇ ਨੇ। ਉਹ ਕਾਲਜ ਵੀ ਮਤਲਬ ਕਹਿ ਸਕਦੇ ਵੀ ਐਡਾ ਵੱਡਾ ਅਦਾਰਾ ਵਾ, ਪਰ ਉਹਨਾਂ ਦੀ ਮੇਰੇ ਨਾਲ 3 ਸਾਲ ਇਹੀ ਲੜਾਈ ਰਹੀ ਆ। ਜਦ ਕਿ ਜੇ ਉੱਥੇ ਬੱਚੇ ਇਦਾਂ ਦੇ ਵੀ ਸੀਗੇ, ਬਹੁਤ ਸਾਰੇ ਬੱਚੇ ਇਦਾਂ ਦੇ ਸੀ ਜਿਨ੍ਹਾਂ ਨੇ ਐਸਸੀ ਸਕਾਲਰਸ਼ਿਪ ਕੈਟਾਗਰੀ ਦੇ ਵਿੱਚ ਸਕਾਲਰਸ਼ਿਪ ਭਰੀ ਜੀ। ਪਹਿਲੇ ਸਾਲ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਪਹਿਲੇ ਸਾਲ ਦੀ ਫੀਸ ਦੇ ਦਿਓ ਜੀ, ਤੁਸੀਂ ਅਗਲੇ ਸਾਲ ਤੁਹਾਡੀ ਸਕਾਲਰਸ਼ਿਪ ਆ ਜਾਣੀ ਆ ਜੀ, ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਪੜ੍ਹਾਈ ਕਰਿਓ ਬੇਫਿਕਰ ਹੋ ਕੇ, ਤੇ ਤੁਹਾਡੀ ਜਿਹੜੀ ਉਹ ਸਕਾਲਰਸ਼ਿਪ ਆਊਗੀ ਅਸੀਂ ਤੁਹਾਡੀ ਉਹਦੇ ਵਿੱਚ ਫੀਸ ਕੱਟੀ ਜਾਵਾਂਗੇ। ਪਰ 3 ਸਾਲ ਮੈਂ ਉਹਨਾਂ ਬੱਚਿਆਂ ਦਾ ਹਾਲਾਤ ਦੇਖੇ ਜੀ। ਉੱਥੇ ਮੈਨੂੰ ਪੱਤਰਕਾਰ ਉਹ ਬੱਚੇ ਬੁਲਾ ਲੈਂਦੇ ਸੀ ਵੀ ਭਾਜੀ ਸਾਡੇ ਨਾਲ ਧੱਕਾ ਹੋ ਰਿਹਾ, ਆਓ ਸਾਡੇ ਹੱਕ ਦੇ ਵਿੱਚ ਆਓ ਜਾਂ ਇਹਨਾਂ ਨਾਲ ਗੱਲ ਕਰੋ। ਤਾਂ ਜਦੋਂ ਕਾਲਜ ਨਾਲ ਗੱਲ ਕਰਦੇ ਸੀ ਉਹ ਕਹਿੰਦੇ ਅਸੀਂ ਕੀ ਕਰੀਏ ਜੀ, 5-5 ਸਾਲ ਤੋਂ ਸਾਨੂੰ ਸਰਕਾਰ ਨੇ ਸਕਾਲਰਸ਼ਿਪ ਦਾ ਪੈਸਾ ਹੀ ਨਹੀਂ ਭੇਜਿਆ। ਤੇ ਇੱਕ ਬੱਚਿਆਂ ਨੂੰ ਜਿਹੜੇ ਸਾਡੇ ਦੇਸ਼ ਦਾ ਭਵਿੱਖ ਨੇ ਉਹਨਾਂ ਦੀ ਐਜੂਕੇਸ਼ਨ ਵਾਸਤੇ ਤਾਂ ਪੈਸਾ ਨਹੀਂ, ਪਰ ਇੱਥੇ ਇੱਕ ਐਮਐਲਏ ਐਮਪੀਆਂ ਦੇ ਉੱਤੇ ਕਰੋੜਾਂ ਰੁਪਇਆ ਲੱਖਾਂ ਰੁਪਇਆ ਖਰਚ ਰਿਹਾ ਜੀ। ਦੇਖੋ ਇਹ ਮੰਦਭਾਗੀ ਗੱਲ ਇਹ ਆ ਕਿ ਇਹਨਾਂ ਨੂੰ ਜਦੋਂ ਇਹ ਕੋਈ ਸੰਵਿਧਾਨ ਬਣਾਉਂਦੇ ਆ ਜੀ, ਇਹਨਾਂ ਨੂੰ ਇਹ ਰਾਈਟ ਦਿੱਤਾ ਕਿੰਨੇ ਆ? ਅੱਜ ਦਾ ਸਵਾਲ ਸਾਡਾ ਇਹ ਆ ਜੀ, ਅਸੀਂ ਚੁਣੇ ਆ ਜੀ, ਜਾਂ ਜਦ ਅਸੀਂ ਚੁਣਨੇ ਹੀ ਅਮੀਰ ਆ, ਜੀ, ਅਸੀਂ ਚੁਣਨੇ ਹੀ ਅਨਪੜ੍ਹ ਆ, ਜੀ, ਅਸੀਂ ਚੁਣਨੇ ਹੀ ਉਹ ਲੋਕ ਕ੍ਰਿਮੀਨਲ ਆ, ਜੀ, ਤੇ ਸਾਡੇ ਉਹਨਾਂ ਤੋਂ ਆਪਾਂ ਉਮੀਦ ਕੀ ਕਰਾਂਗੇ ਫਿਰ? ਤੁਸੀਂ ਮੈਨੂੰ ਦੱਸ ਦਿਓ, ਇੱਕ ਰੇਪਿਸਟ ਆ, ਇੱਕ ਡਕੈਤ ਆ, ਇੱਕ ਮਰਡਰਰ ਆ, ਉਹਨਾਂ ਤੋਂ ਤੁਸੀਂ ਕੀ ਉਮੀਦ ਕਰੋਗੇ? ਜੇ 10-20 ਜਾਂ 25% ਕੋਈ ਇਮਾਨਦਾਰ ਹੈਗੇ ਨੇ ਉਹਨਾਂ ਨੂੰ ਇਹ ਕੰਮ ਨਹੀਂ ਕਰਨ ਦਿੰਦੇ ਹੋਣੇ ਜੀ। ਮੈਂ ਉਹੀ ਤਾਂ ਦੱਸ ਰਿਹਾ ਨਾ ਕਿ ਦੇਖੋ ਅੱਜ ਦੀ ਡੇਟ, ਮੈਂ ਹੁਣ ਤੁਸੀਂ ਰਾਜ ਸਭਾ ਹੋਗੀ, ਲੋਕ ਸਭਾ ਹੋਗੀ ਜੀ, ਤੇ ਪੰਜਾਬ ਦੀ ਵਿਧਾਨ ਸਭਾ ਹੋਗੀ, ਵਿਧਾਨ ਸਭਾ ਹੋਗੀ ਜੀ। ਲੇਕਿਨ ਅੱਜ ਮੈਂ ਤੁਹਾਨੂੰ ਪੂਰੇ ਇੰਡੀਆ ਦੀ ਗੱਲ ਕਰ ਦਿੰਦਾ। ਤੁਸੀਂ ਇੰਡੀਆ ਦੀ ਗੱਲ ਕੀਤੀ, ਮੈਂ ਪੂਰੇ ਇੰਡੀਆ ਦੇ ਐਮਐਲਏ ਦੀ ਗੱਲ ਕਰ ਦਿੰਦਾ। ਐਮਐਲਏ ਦੀ ਆਲ ਓਵਰ ਇੰਡੀਆ ਦੇ ਵਿੱਚ 4000 ਤੋਂ ਵੱਧ ਐਮਐਲਏ ਨੇ ਜੀ। ਉਹ ਰਾਉਂਡ ਫਿਗਰ 4073 ਆ ਜਾਂ 4043 ਆ, ਮੈਨੂੰ ਥੋੜਾ ਜਿਹਾ ਯਾਦ ਨਹੀਂ ਹੈ, ਇੱਥੇ ਲਿਖਿਆ ਹੋਣਾ ਜੀ। 4000 ਤੋਂ ਵੱਧ ਐਮਐਲਏ ਨੇ ਪੂਰੇ ਇੰਡੀਆ ਦੇ ਵਿੱਚ ਜੀ। ਉਹਨਾਂ ਦੇ ਵਿੱਚੋਂ 33% ਐਮਐਲਏ ਜਿਹੜੇ ਨੇ ਕ੍ਰਿਮੀਨਲ ਕੇਸ ਵਾਲੇ ਆ। ਮਤਲਬ ਉਹ ਕਹਿ ਲਓ ਵੀ ਜਿਵੇਂ ਕਹਿੰਦੇ ਨਾ ਬੱਚਾ 33% ਵਾਲਾ ਨੰਬਰ ਵਾਲਾ ਪਾਸ ਹੁੰਦਾ ਤਾਂ ਸਰਕਾਰ ਕਹਿੰਦੀ ਜੀ ਤੁਸੀਂ 33% ਕ੍ਰਿਮੀਨਲ ਹੋ, ਕੋਈ ਗੱਲ ਨਹੀਂ ਪਾਸ ਹੀ ਹੋ। 33% ਇੱਥੇ ਪਾਸ ਕਰ ਦਿੱਤਾ ਉਹਨਾਂ ਪਾਸ ਕਰਤੇ ਆ ਜੀ, ਗ੍ਰੇਸ ਮਾਰਕ ਦੇ ਕੇ। ਸੋਚ ਕੇ ਦੇਖੋ ਕਿੰਨੀ ਗੰਭੀਰ ਗੱਲ ਆ। ਦੇਸ਼ ਕਿਹੜੇ ਹਾਲਾਤਾਂ 'ਚ ਖੜਾ ਆ, ਬਿਲਕੁਲ। ਸਟੇਟਾਂ ਕਿਹੜੀਆਂ ਹਾਲਾਤਾਂ 'ਚ ਖੜੀਆਂ ਨੇ। ਇਹ ਪੂਰੇ ਇੰਡੀਆ ਦੇ ਐਮਐਲਏ 33% ਕ੍ਰਿਮੀਨਲ ਕੇਸ ਵਾਲੇ ਨੇ, ਜਿਨ੍ਹਾਂ ਨੇ ਸਟੇਟਾਂ ਦੇ ਵਿੱਚ ਕਾਨੂੰਨ ਬਣਾਉਣੇ ਨੇ, ਲਾਅ ਐਂਡ ਆਰਡਰ ਮੇਨਟੇਨ ਕਰਨਾ ਆ, ਧੀਆਂ ਭੈਣਾਂ ਦੀ ਰਾਖੀ ਕਰਨੀ ਆ, ਐਜੂਕੇਸ਼ਨ ਨੂੰ ਦੇਖਣਾ ਆ, ਸਿਸਟਮ ਬਣਾਉਣਾ। ਔਰ ਉਸ ਤੋਂ ਬਾਅਦ ਜਿਹੜੇ ਇੰਡੀਆ ਦੇ ਕਾਨੂੰਨ ਨੂੰ ਬਣਾਉਣਾ ਆ, ਉਹਨਾਂ ਦੇ ਵਿੱਚੋਂ 43% ਐਮਪੀ ਜਿਹੜੇ ਨੇ ਉਹ ਦਾਗੀ ਨੇ, ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਚੱਲਦੇ ਨੇ। ਰਾਜ ਸਭਾ ਦੇ ਵਿੱਚ 24% ਨੇ ਜੀ। ਤੇ ਮੈਨੂੰ ਦੱਸੋ ਭਾਈ ਸਾਹਿਬ, ਕਿਹੜੇ ਇੰਡੀਆ ਦੀ ਗੱਲ ਕਰਦੇ ਹੋ, ਕਿਹੜੇ ਆਜ਼ਾਦ ਮੁਲਕ ਦੀ ਗੱਲ ਕਰਦੇ ਹੋ? ਕਿਹੜੇ ਦੇਸ਼ ਦੇ ਵਿੱਚ? ਭਗਤ ਸਿੰਘ ਬਿਲਕੁਲ ਸਹੀ ਕਹਿੰਦੇ ਸੀਗੇ ਵੀ ਤੁਸੀਂ ਗੋਰਿਆਂ ਤੋਂ ਆਜ਼ਾਦ ਹੋ ਜਾਓਗੇ, ਪਰ ਇੱਥੇ ਕਾਲੇ ਆ ਜਾਣੇ ਆ, ਔਰ ਉਹ ਆ ਚੁੱਕੇ ਆ। ਉਹ ਬੰਦਿਆਂ ਨੂੰ ਮੈਂ ਕਹਿੰਦਾ ਉਹ ਭਵਿੱਖ ਵੀ ਜਾਣਦੇ ਸੀਗੇ, ਉਹਨਾਂ ਨੇ ਪ੍ਰੈਜ਼ੈਂਟ ਲਈ ਤਾਂ ਲੜਿਆ ਹੀ ਲੜਿਆ, ਭਵਿੱਖ ਉਹਨਾਂ ਨੂੰ ਬੜਾ ਕਲੀਅਰ ਦਿਸ ਗਿਆ ਸੀਗਾ, ਸ਼ਾਇਦ ਇਸੇ ਲਈ ਉਹਨਾਂ ਨੇ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ। ਡਾਕਟਰ ਅੰਬੇਡਕਰ ਨੇ ਇੱਕ ਗੱਲ ਕਹੀ ਸੀ ਕਿ ਜੇ ਮੈਂ ਸੰਵਿਧਾਨ ਜਿੰਨਾ ਮਰਜ਼ੀ ਵਧੀਆ ਲਿਖ ਦੇਵਾਂ, ਪਰ ਜੇ ਉਹਨੂੰ ਲਾਗੂ ਕਰਨ ਵਾਲੇ ਨਾ ਚੰਗੇ ਹੋਏ ਤਾਂ ਸਭ ਤੋਂ ਪਹਿਲਾਂ ਅੱਗ ਲਾਉਣ ਵਾਲਾ ਉਸ ਸੰਵਿਧਾਨ ਨੂੰ ਮੈਂ ਹੋਊਂਗਾ, ਮੈਂ ਵਿਅਕਤੀ ਹੋਊਂਗਾ। ਤੇ ਜੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਮੈਂ ਜਿੰਨਾ ਮਰਜ਼ੀ ਸੰਵਿਧਾਨ ਵਧੀਆ ਲਿਖ ਦੇਵਾਂ, ਪਰ ਜੇ ਉਹਨੂੰ ਲਾਗੂ ਕਰਨ ਵਾਲੇ ਚੰਗੇ ਨਾ ਹੋਏ ਤਾਂ ਉਸ ਸੰਵਿਧਾਨ ਦਾ ਕੋਈ ਫਾਇਦਾ ਨਹੀਂ। ਪਰ ਜੇ ਮੈਂ ਜਿੰਨਾ ਮਰਜ਼ੀ ਨਿਕੰਮਾ ਸੰਵਿਧਾਨ ਲਿਖ ਦੇਵਾਂ, ਪਰ ਉਹਨੂੰ ਲਾਗੂ ਕਰਨ ਵਾਲੇ ਇਮਾਨਦਾਰ ਹੋਏ ਨਾ, ਤਾਂ ਸਾਡਾ ਦੇਸ਼ ਬਹੁਤ ਵਧੀਆ ਹੋ ਜਾਊਗਾ। ਪਰ ਮੈਂ ਸੋਚਦਾ ਕਿ ਉਹਨਾਂ ਦੀ ਸੋਚ ਸਹੀ ਸੀ ਕਿ ਉਹਨਾਂ ਨੇ ਸੰਵਿਧਾਨ ਬਹੁਤ ਵਧੀਆ ਲਿਖਤਾ, ਬਹੁਤ ਵਧੀਆ ਧਾਰਾਵਾਂ ਨੇ, ਕਾਨੂੰਨ ਦੀਆਂ ਸਖਤ ਧਾਰਾਵਾਂ ਨੇ, ਪਰ ਉਹਨਾਂ ਨੂੰ ਲਾਗੂ ਕਰਨ ਵਾਲੇ ਸਾਡੇ ਦੇਸ਼ ਦੇ ਵਿੱਚ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਮੈਂ ਇਹਦੇ ਬਾਰੇ ਥੋੜਾ ਜਿਹਾ ਪੜ੍ਹਿਆ ਜੀ, ਸੰਵਿਧਾਨ ਸਾਡਾ ਇੰਡੀਆ ਦਾ ਵਰਲਡ ਦੇ ਕਈ ਮੁਲਕਾਂ ਦਾ ਸੰਵਿਧਾਨ ਮੰਗਾਇਆ ਗਿਆ ਸੀਗਾ। ਜੀ 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 ਜੀ। ਜਿਹਦੇ ਵਿੱਚੋਂ ਅਮਰੀਕਾ, ਇੰਗਲੈਂਡ ਜੀ, ਕਈ ਮੁਲਕ ਸੀਗੇ ਵਧੀਆ ਜੀ। ਉਹਨਾਂ ਦੇ ਸੰਵਿਧਾਨ ਦੀ ਕਾਪੀਆਂ ਮੰਗਾਈਆਂ ਗਈਆਂ ਜੀ, ਉਹਨਾਂ ਨੂੰ ਐਨਾਲਾਈਸਿਸ ਕਰਕੇ ਇੰਡੀਆ ਦਾ ਸੰਵਿਧਾਨ ਲਿਖਿਆ ਗਿਆ। ਮਤਲਬ ਕਹਿ ਸਕਦੇ ਹੋ ਸਮੁੰਦਰ ਦੇ ਵਿੱਚੋਂ ਮੋਤੀ ਚੁਗ ਚੁਗ ਕੇ ਸੰਵਿਧਾਨ ਲਿਖਿਆ ਉਹਨਾਂ ਨੇ ਜੀ। ਬਿਲਕੁਲ, ਉਹ ਦਿਲੋਂ ਸਲੂਟ ਆ ਉਹਨਾਂ ਨੂੰ ਜੀ। ਉਹਨਾਂ ਨੇ ਜਦੋਂ ਸੰਵਿਧਾਨ ਲਿਖ ਦਿੱਤਾ, ਦੇਖੋ ਉਹਨਾਂ ਨੇ ਜਾਤ ਪਾਤ ਦਾ ਸਪੈਸ਼ਲੀ ਵਿਰੋਧ ਕੀਤਾ ਸੀ ਕਿ ਨਹੀਂ? ਬਿਲਕੁਲ ਕੀਤਾ ਸੀ ਜੀ। ਅੱਜ ਜਾਤ ਪਾਤ ਤੇ ਮੈਂ ਕਹਿੰਦਾ ਸਰਕਾਰੀ ਠੈਂਪ ਲਾਤੀ ਇਹਨਾਂ ਨੇ ਜੀ ਜੀ ਜੀ। ਅੱਜ ਇਹ ਜਨਰਲ, OBC, SC, ST ਇਹ ਕੀ ਆ ਭਾਈ? ਨਹੀਂ, ਸਾਡੇ ਦੇਸ਼ ਵਿੱਚ ਤਾਂ ਇੰਨਾ ਮਾੜਾ ਹਾਲ ਆ, ਇੱਕ ਸਾਡੇ ਦੇਸ਼ ਦੇ ਰਾਸ਼ਟਰਪਤੀ ਨੂੰ ਮੰਦਿਰ ਦੇ ਵਿੱਚ ਵੜਨ ਨਹੀਂ ਦਿੱਤਾ ਜਾਤ ਕਰਕੇ। ਬਿਲਕੁਲ ਸਹੀ ਗੱਲ। ਇਦੋਂ ਬਾਅਦ ਬੇੜਾ ਕਰਕੇ ਕੀ ਹੋਊਗਾ? ਕੀ ਕਰ ਹੋ ਜਾਊਗਾ? ਤੇ ਸਾਡੇ ਯੂਥ ਸੋਚ ਵੀ ਨਹੀਂ ਰਿਹਾ। ਉਹ ਕੁਝ ਨਹੀਂ ਸੋਚਣਾ ਜੀ। ਯੂਥ ਕਹੀ ਤੇ ਜਾਂਦੇ, ਯੂਥ ਬਿਜ਼ੀ ਆ।
ਯੂਥ ਉਹ ਦੇਖ ਰਹੀ ਹੈ ਫੇਸਬੁੱਕ ਦੇ ਉੱਤੇ ਔਰ ਉਹਨਾਂ ਦੇ ਉੱਤੇ ਵੱਖ-ਵੱਖ ਚੈਨਲਾਂ ਦੇ ਉੱਤੇ ਦੇਖ ਰਹੀ ਹੈ, ਗਾਣੇ ਇੰਜੋਏ ਕਰ ਰਹੀ ਆ ਕਿਹੜੇ ਸਿੰਗਰ ਨੇ ਤੇ ਗਾਣਾ ਬਾਹਰ ਜਾਣ ਦੇ ਜੁਗਾੜ ਲਾ ਰਹੀ ਆ, ਆਪਣੇ ਮਾਪਿਆਂ ਨੂੰ ਪਰੇਸ਼ਾਨ ਕਰ ਰਹੀ ਆ। ਇੱਥੇ ਕੁਝ ਨਹੀਂ ਕਰਨਾ ਉਹਨਾਂ ਨੇ, ਜਿਨ੍ਹਾਂ ਕੋਲ ਪੈਸੇ ਹੈ ਨਹੀਂ ਉਹ ਬੈਂਕ ਦੇ ਜਾਂ ਕਰਜ਼ਾਈ ਹੋਣ ਨੂੰ ਫਿਰਦੇ ਆ, ਹੋਰ ਕੁਝ ਨਹੀਂ ਕਰਨਾ। ਆ ਪਿੱਛੇ ਜੇ ਮੈਂ ਦੇਖਿਆ ਕਿ ਕੁਝ ਲੋਕਡਾਊਨ ਦੇ ਵਿੱਚ ਖੁੱਲਣ ਤੋਂ ਬਾਅਦ ਉਹ ਸਾਰੀਆਂ ਦੁਕਾਨਾਂ ਜਾਂ ਸਾਰਾ ਕੁਝ ਛੋਟ ਦਿੱਤੀ ਸਰਕਾਰ ਨੇ, ਤਾਂ ਬਹੁਤ ਸਾਰੇ ਜਿਹੜੇ ਯੂਥ ਦੇ ਨੌਜਵਾਨ ਨੇ ਉਹ ਸੜਕਾਂ ਤੇ ਬੈਨਰ ਲੈ ਕੇ ਖੜੇ ਸੀ ਕਿ ਆਈਲਟ ਸੈਂਟਰ ਖੋਲੋ ਜੀ। ਬਿਲਕੁਲ, ਅਸੀਂ ਤਾਂ ਆਈਲਟਸ ਕਰਕੇ ਬਾਹਰ ਜਾਣਾ ਵਾ। ਦੇਖੋ ਮੈਂ ਇੱਕ ਕੱਲ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਮੈਂ ਆਪ ਹੀ ਪਾਈ ਸੀ ਜੀ, ਕਿ ਜਦੋਂ ਸਾਡੇ ਪੰਜਾਬ ਦਾ ਜਿਹੜਾ ਧਾਰਾ ਆ ਜੀ, ਇੱਥੇ ਤੁਸੀਂ ਕਿਸੇ ਬੱਚੇ ਨੂੰ ਪੁੱਛ ਕੇ ਦੇਖੋ। ਮੈਂ ਜਦੋਂ +2 'ਚ ਪੜ੍ਹਦਾ ਸੀਗਾ ਤੇ ਉਦੋਂ ਸਾਡੇ ਨਾ ਪ੍ਰਿੰਸੀਪਲ ਆ ਕੇ ਪੁੱਛਦੇ ਹੁੰਦੇ ਨਾ ਵੀ ਤੁਸੀਂ ਕੀ ਬਣਨਾ, ਵੀ ਹੁਣ ਤੇ ਤੁਹਾਡਾ ਵੀ ਤੁਸੀਂ ਬਾਹਰ ਨਿਕਲੋਗੇ ਸਕੂਲ ਲਾਈਫ ਤੋਂ। ਤੇ ਮੇਰੀ ਕਲਾਸ ਦੇ ਵਿੱਚ ਮੋਰ ਦੈਨ 70% ਬੱਚਿਆਂ ਨੇ ਕਿਹਾ ਸੀ ਕਿ ਮੈਡਮ ਜੀ ਅਸੀਂ ਕੁਛ ਨਹੀਂ ਕਰਨਾ, ਅਸੀਂ ਤੇ ਬਾਹਰ ਜਾਣਾ ਜੀ। ਤੇ ਇਹ ਗੱਲ ਅੱਜ ਤੋਂ ਮੈਂ ਤਕਰੀਬਨ 15-16 ਸਾਲ ਪੁਰਾਣੀ ਕਰ ਰਿਹਾ। ਕੀਤਾ ਵੀ ਕੀ ਜਾਵੇ ਜੀ, ਕਿਸਾਨੀ ਇੱਥੇ ਮਾਰਤੀ ਲੀਡਰਾਂ ਨੇ ਜੀ, ਕਿਉਂਕਿ ਇੱਕ ਕਿਸਾਨ ਫਾਹਾ ਲੈਂਦਾ ਤਾਂ ਉਹਨੂੰ ਕੋਈ ਨਹੀਂ ਪੁੱਛਦਾ, ਇੱਕ ਐਕਟਰ ਫਾਹਾ ਲੈਂਦਾ ਤਾਂ ਉਹ CBI ਦੀਆਂ ਜਾਂਚਾਂ ਹੋ ਜਾਂਦੀਆਂ ਨੇ ਜੀ। ਤੇ ਕੀ ਉਮੀਦ ਰੱਖਦੇ ਹੋ? ਤਰਲੋਚਨ ਜੀ ਇੱਥੇ ਮੈਂ ਇੱਕ ਗੱਲ ਕਨਕਲੂਡ ਕਰਨਾ ਚਾਹੁੰਦਾ ਹੋਰ, ਤੁਸੀਂ ਕਿਸਾਨੀ ਦੀ ਗੱਲ ਕੀਤੀ ਆ, ਬੜੀ ਸੋਹਣੀ ਗੱਲ ਆ। ਅੱਜ ਜਿੰਨੇ ਵੀ MP MLA ਆ ਇਹਦੇ ਵਿੱਚੋਂ 50-60% ਤੋਂ ਵੱਧ ਜਿਹੜੇ ਲੋਕ ਨੇ ਜੀ, ਉਹਨਾਂ ਨੇ ਜਿਹੜਾ ਆਪਣਾ ਜ਼ਰੀਆ ਕਮਾਈ ਦਾ ਦੱਸਿਆ ਆ ਜੀ, ਉਹਦੇ ਵਿੱਚ ਉਹਨੇ ਲਿਖਿਆ ਵੀ ਐਗਰੀਕਲਚਰ ਲੈਂਡ ਤੇ ਰੈਂਟਲ ਇਨਕਮ ਸਾਨੂੰ ਆਉਂਦੀ ਆ। ਇਹ ਕਿਹੜੀ ਐਗਰੀਕਲਚਰ ਦੀ ਕਮਾਈ ਆ ਜਿਹੜੇ ਇਹ ਕਰੋੜਪਤੀ ਬਣੀ ਜਾਂਦੇ ਆ ਤੇ ਸਾਡੇ ਕਿਸਾਨ ਪੰਜਾਬ ਦੇ ਉਹ ਫਾਹੇ ਲਈ ਜਾਂਦੇ ਆ? ਫਾਹੇ ਲਈ ਜਾਂਦਾ ਜੀ। ਇਹ ਬੜਾ ਵੱਡਾ ਕੁਐਸਚਨ ਮਾਰਕ ਆ। ਉਹ ਬਾਈ ਮੈਂ ਤਾਂ ਕਹਿੰਦਾ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਅੱਗੇ, ਜੇ ਤੁਸੀਂ ਦੇਖਦੇ ਹੋ ਸਾਨੂੰ ਵੀ ਦੱਸ ਦਿਓ ਇਹ ਜੀ ਕਿਹੜੀ ਖੇਤੀ ਕਰਦੇ ਹੋ ਤੁਸੀਂ, ਉਹ ਟੈਕਨੀਕ ਵੀ ਦੱਸ ਦਿਓ, ਕਿਹੜੀ ਖੇਤੀ ਕਰਦੇ ਹੋ, ਉਹ ਤਰੀਕਾ ਵੀ ਦੱਸ ਦਿਓ ਵੀ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਵਿਚਾਰੇ ਬਚਾ ਲਈਏ ਉਹਨਾਂ ਨੂੰ, ਜਿਹੜੇ ਫਾਹੇ ਲੈਂਦੇ ਆ, ਜਿਹੜੇ ਲਿਮਟਾਂ ਲੈ ਕੇ। ਤੁਹਾਡੇ ਬੱਚੇ ਲੰਡਨ ਯੂਨੀਵਰਸਿਟੀ ਤੋਂ ਪੜ੍ਹ ਕੇ ਆਉਂਦੇ ਨੇ ਤੇ ਦੇਖੋ ਬੱਚੇ ਬਾਹਰ ਉਹਦੀ ਪੜ੍ਹਦੇ ਆ, ਫਿਰ ਤੂੰ ਇਹਦਾ ਮਤਲਬ ਤੁਸੀਂ ਮੰਨਦੇ ਹੋ ਕਿ ਸਾਡੇ ਪੰਜਾਬ ਦਾ ਸਕੂਲ ਸਿਸਟਮ ਠੀਕ ਨਹੀਂ ਹੈ? ਨਹੀਂ ਜੀ, ਇਹ ਖੁਦ ਕੁਐਸਚਨ ਮਾਰਕ ਲਾ ਰਹੇ, ਅਸੀਂ ਕਿੱਥੇ ਲਾ ਰਹੇ ਹਾਂ? ਬਿਲਕੁਲ। ਤੁਸੀਂ ਪੜ੍ਹਾਓ ਇੱਕ ਵਾਰੀ MP MLA ਦੇ ਬੱਚੇ ਕਿਉਂ ਨਹੀਂ ਸਰਕਾਰੀ ਸਕੂਲ 'ਚ ਪੜ੍ਹਦੇ? ਅੱਛਾ, ਪਿੱਛੇ ਜੇ ਇੱਕ ਚੀਜ਼ ਦਾ ਇਸ ਚੀਜ਼ ਦਾ ਵੀ ਰੌਲਾ ਪਿਆ ਸੀਗਾ ਕਿ ਸਰਕਾਰ ਨੇ ਕਹਿੰਦੇ ਜੀ ਨੋਟੀਫਿਕੇਸ਼ਨ ਇਸ ਚੀਜ਼ ਦਾ ਕਰਤਾ, ਪਬਲਿਕ ਦੇ ਵਿੱਚ ਚਰਚਾ ਸੀਗੀ ਕਿ 8ਵੀਂ ਤੱਕ ਬੱਚੇ ਫੇਲ ਨਹੀਂ ਕਰਨੇ ਜੀ। ਹੁਣ ਤੁਸੀਂ ਦੱਸੋ ਜੇ 8ਵੀਂ ਤੱਕ ਬੱਚੇ ਫੇਲ ਨਹੀਂ ਹੋਣਗੇ, 9ਵੀਂ 10ਵੀਂ ਉਹਨਾਂ ਤੋਂ ਕਿੱਥੇ ਨਿਕਲੂਗੀ? ਤੇ ਇਹ ਇੱਕ ਸਾਜ਼ਿਸ਼ ਨਹੀਂ ਸੀ ਕਿ ਜੇ 9ਵੀਂ 10ਵੀਂ ਨਿਕਲੂਗੀ ਨਹੀਂ ਤੇ ਅੱਗੇ ਜਾ ਕੇ ਉਹ ਹੱਕ ਮੰਗਣਗੇ, ਆਪਣੀਆਂ ਨੌਕਰੀਆਂ ਮੰਗਣਗੇ? ਇਹ ਇਹਨਾਂ ਨੂੰ ਅਨਪੜ੍ਹ ਰੱਖਣ ਦਾ ਤਰੀਕਾ ਸੀਗਾ। ਹੁਣ ਉਹਨਾਂ ਨੂੰ ਪਤਾ ਕਿ ਜਿੱਦਾਂ ਹੀ 12ਵੀਂ ਤੋਂ ਨਿਕਲਣਗੇ ਇਹ ਥੋੜਾ ਜਿਹਾ ਸੰਵਿਧਾਨ ਵੀ ਪੜ੍ਹਨਗੇ ਅੱਗੇ ਜਾ ਕੇ। ਬਿਲਕੁਲ, ਕਿਉਂਕਿ ਜਦੋਂ ਜਿਹਨੇ ਗ੍ਰੈਜੂਏਸ਼ਨ 'ਚ ਜਾਣਾ ਹਿਸਟਰੀ ਵੀ ਲਊਗਾ, ਇਕਨੋਮਿਕਸ ਪੜੂਗਾ, ਪੋਲੀਟੀਕਲ ਸਾਇੰਸ ਪੜੂਗਾ ਤੇ ਉਹਦੇ ਵਿੱਚ ਰਾਈਟਸ ਦੀ ਗੱਲ ਆਊਗੀ ਜੀ। ਤੇ ਜਿੱਦਾਂ ਹੀ ਰਾਈਟ ਦੀ ਗੱਲ ਹੋ, ਇਹਨਾਂ ਨੂੰ ਪਹਿਲਾਂ ਹੀ ਸਮਾਰਟਫੋਨ ਦੇ ਕੇ ਇਹਨਾਂ ਨੂੰ ਦੱਸ ਦਿਓ ਵੀ ਤੁਸੀਂ ਇਹਦੇ ਆਦੀ ਹੋ। ਅੱਜ ਇਹ ਨਵਾਂ ਨਸ਼ਾ ਆ, ਇਹ ਨਵਾਂ ਨਸ਼ਾ ਆ, ਗੰਦਾ ਆ। ਮੈਂ ਕਹਿੰਦਾ ਜੀ ਜਿਹੜਾ ਚਿੱਟਾ ਨਸ਼ਾ ਜਿਹਦੇ ਸਾਡੇ ਨੌਜਵਾਨ ਮਾਰੇ, ਮੈਂ ਕਹਿੰਦਾ ਜੀ ਮੋਬਾਈਲ ਦਾ ਨਸ਼ਾ ਇਹ ਉਦੋਂ ਵੀ ਮਾੜਾ ਵਾ। ਇਹ ਫੋਨ ਤਾਂ ਸ਼ਾਇਦ ਇਸ ਕਰਕੇ ਬਣੇ ਸੀ ਕਿ ਲੋਕ ਇੱਕ ਦੂਜੇ ਦੇ ਨੇੜੇ ਆ ਜਾਣਗੇ, ਪਰ ਇਹਨਾਂ ਨੇ ਦੂਰ ਕਰਤੇ ਜੀ। ਸਾਡਾ ਯੂਥ ਆ ਜਿਹੜਾ ਉਹ ਇਸ ਟਾਈਮ ਨਾ ਤਾਂ ਸਾਡੇ ਹਿਸਟਰੀ ਨੂੰ ਪੜ੍ਹ ਰਿਹਾ। ਇਹ ਜ਼ਰੂਰੀ ਨਹੀਂ ਜੀ, ਮੈਂ ਇੱਥੇ ਫੋਨ ਨੂੰ ਗਲਤ ਨਹੀਂ ਕਹਿੰਦਾ, ਫੋਨ ਦੇ ਵਿੱਚ ਬੜਾ ਕੁਛ ਆ ਜਿਹਦੇ ਤੋਂ ਐਜੂਕੇਸ਼ਨ ਵੀ ਲਈ ਜਾ ਸਕਦੀ ਹੈ। ਟੈਕਨੋਲੋਜੀ ਜਿਹੜੀ ਆ ਨਾ, ਕੋਈ ਵੀ ਹੋਵੇ ਜੀ, ਪੋਜ਼ਿਟਿਵ ਐਂਡ ਨੈਗੇਟਿਵ ਦੋ ਚੀਜ਼ਾਂ ਨੇ। ਉਹ ਤੋਂ ਸਿੱਖਿਆ ਵੀ ਬਹੁਤ ਕੁਝ ਜਾ ਸਕਦਾ ਜੀ। ਬਿਲਕੁਲ, ਜੇ ਆਪਾਂ ਸਿੱਖਣ ਦੀ ਗੱਲ ਆਈ, ਪਰ ਸਾਡੇ ਸਿੱਖਣ ਦੇ ਲਈ ਪ੍ਰੇਰਣਾ ਤੇ ਹੋਣੀ ਚਾਹੀਦੀ ਹੈ ਨਾ। ਪਰ ਸਾਡੇ ਜ਼ਿਆਦਾਤਰ ਹੁਣ ਚਲੋ ਅਸੀਂ ਵੀ ਨਿਊਜ਼ ਚੈਨਲਾਂ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ, ਪਰ ਸਾਡੇ ਚੈਨਲਾਂ ਦੇ ਉੱਤੇ ਤਾਂ ਜ਼ਿਆਦਾਤਰ ਇਹ ਦਿਖਾਇਆ ਜਾਂਦਾ ਫਲਾਨਾ ਸਿੰਗਰ ਜੀ, ਫਲਾਨਾ ਐਕਟਰ ਜੀ, ਫਲਾਨਾ ਆ ਜੀ। ਮੈਂ ਉੱਥੇ ਯੂਥ ਫਿਰ ਉਹਨਾਂ ਵੱਲ ਹੀ ਜਾਊਗਾ ਜੀ। ਦੇਖੋ ਜੋ ਦਿਖਾਵਾਂਗੇ, ਪਰ ਭਾਈ ਸਾਹਿਬ ਤੁਹਾਡੇ ਚੈਨਲਾਂ ਦਾ ਕੀ ਕਸੂਰ ਆ ਜੀ? ਮਾਈਂਡ ਨਾ ਕਰਿਓ, ਇਹ ਗੱਲ TRP ਦੇ ਉੱਤੇ ਡਿਪੈਂਡ ਕਰਦੀ ਹੈ। ਦਰਸ਼ਕ ਦੇਖਦੇ ਆ ਜੀ। ਜੇ ਅੱਜ ਮੈਂ ਕਹਿੰਦਾ ਮੰਨ ਲਓ ਆਪਾਂ ਇਹ ਇੰਟਰਵਿਊ ਕੀਤਾ, ਕਿੰਨੀ ਮਿਹਨਤ ਆ ਤੁਹਾਡੀ, ਠੀਕ ਹੈ, ਮੈਨੂੰ ਨਹੀਂ ਪਤਾ ਵੀ ਇਹ ਕਿੰਨੇ ਕੁ ਲੋਕੀ ਦੇਖਣਗੇ, ਹੋ ਸਕਦਾ 2000 ਹੀ ਦੇਖਣ ਜਾਂ 10000 ਦੇਖਣ, ਜਾਂ ਪਤਾ ਨਹੀਂ ਰੱਬ ਜਾਣੇ ਕਿੰਨਾ ਦੇਖਣ। ਜਿਹੜਾ ਤੁਸੀਂ ਪਿਛਲੀ ਵਾਰੀ ਇੰਨੇ ਸੀਰੀਅਸ ਖੁਲਾਸੇ ਕੀਤੇ ਜੀ ਜੀ, ਤੁਹਾਡੀ 1.5-2 ਸਾਲ ਦੀ ਉਹ ਮਿਹਨਤ, ਆਪਦੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਤੁਸੀਂ ਲੈ ਕੇ ਆਏ ਹੋ। ਉਹ 1.5 ਤੋਂ 2 ਲੱਖ ਬੰਦਾ ਦੇਖ ਕੇ ਕਹਿੰਦਾ ਜੀ ਚਲੋ ਠੀਕ ਆ ਜੀ, ਇਹਨਾਂ ਨੇ ਬਹੁਤ ਵਧੀਆ ਕੀਤਾ। ਤੇ ਇੱਕ ਮੈਂ ਇੱਥੇ ਨਾਮ ਨਹੀਂ ਲੈਣਾ, ਇੱਕ ਮੈਂ ਆਗੂ ਦੀ ਇੰਟਰਵਿਊ ਕਰਕੇ ਆਉਣਾ ਵਾ ਤੇ ਉਹਦੇ ਵਿੱਚ ਹੋਇਆ ਕੁਛ ਨਹੀਂ, ਉਹਦੇ ਕੁਐਸਚਨ ਨੇ, ਮੇਰੇ ਕੁਐਸਚਨ ਨੇ, ਉਹਦੇ ਆਨਸਰ ਨੇ, ਮੇਰੇ ਆਨਸਰ ਨੇ, ਤਾਂ ਉਹ 3 ਮਿਲੀਅਨ ਤੋਂ ਉੱਤੇ ਲੋਕ ਦੇਖਦੇ ਆ। ਤੇ ਹੁਣ ਉਸ ਤੋਂ ਦੱਸੋ ਅਸੀਂ ਚੈਨਲ ਵਾਲੇ ਵੀ ਕੀ ਕਰੀਏ? ਨਹੀਂ ਤੁਸੀਂ, ਮੈਂ ਤੁਹਾਨੂੰ ਲੋਕਾਂ ਨੇ ਸਾਨੂੰ ਆਦਤ ਪਾਤੀ ਆ ਜੀ। ਭਾਜੀ ਸਾਹਿਬ, ਹਰ ਚੀਜ਼ ਦੇ ਲਈ ਲੋਕੀ ਜ਼ਿੰਮੇਦਾਰ। ਅੱਜ ਮੈਂ ਕਹਿੰਦਾ, ਮੈਂ ਇੰਨੇ ਪੋਲੀਟੀਕਲ ਲੀਡਰਾਂ ਤੇ ਇਲਜ਼ਾਮ ਲਾਏ, ਪਾਰਟੀਆਂ ਤੇ ਇਲਜ਼ਾਮ ਲਾਏ। ਅੱਜ ਮੈਂ ਕਹਿੰਦਾ ਇਹ ਸਿਸਟਮ ਕੱਲਾ ਪੋਲੀਟੀਕਲ ਲੀਡਰਾਂ ਦਾ ਨਹੀਂ ਬਣਾਇਆ ਹੋਇਆ। ਅਸੀਂ ਉਹ ਲੋਕਤੰਤਰ ਦੇ ਸਭ ਤੋਂ ਵੱਡੇ ਹਿੱਸੇ ਤੇ ਅਸੀਂ ਆ। ਅਸੀਂ ਤਾਂ ਵਧੀਆ ਪੱਤਰਕਾਰੀ ਕਰਨੀ ਚਾਹੁੰਦੇ ਆ ਜੀ। ਠੀਕ ਹੈ, ਅੱਜ ਜੇ ਮੈਂ ਜੋ ਦੇਖੂੰਗਾ
ਕਿਹੜੀ ਫਿਲਮ ਆ ਜਿਹੜੀ 100 ਕਰੋੜ ਤੋਂ ਉੱਪਰ ਜਾਂਦੀ ਹੈ? ਕਈ ਵਾਰ ਤੁਸੀਂ ਦੇਖੋ ਨਾ ਕਿਸੇ ਫਿਲਮ ਦੀ ਸਟੋਰੀ ਹੁੰਦੀ ਆ, ਨਾ ਗਾਣੇ ਆ, ਨਾ ਲੈਣਾ ਆ, ਨਾ ਦੇਣਾ ਆ, ਲੇਕਿਨ ਉਹਦਾ ਜਦੋਂ ਕਾਰੋਬਾਰ ਦੇਖਦੇ ਆ 500 ਕਰੋੜ ਚਲਾ ਜਾਂਦਾ। ਇੱਕ ਇਹੋ ਜਿਹੀ ਫਿਲਮ ਬਣਦੀ ਆ ਜਿਹਦੇ 'ਚ ਸਮਾਜਿਕ ਮੁੱਦਿਆਂ ਨੂੰ, ਬੜੇ ਝਕਝੋਰ ਕਰਨ ਵਾਲੇ ਮੁੱਦਿਆਂ ਨੂੰ ਚੱਕਿਆ ਜਾਂਦਾ ਆ ਵੀ ਇੱਕ ਵਾਰੀ ਜਨਤਾ ਨੂੰ ਚੱਕਿਆ ਜਾਵੇ, ਉਹਨਾਂ ਮੁੱਦਿਆਂ ਤੱਕ ਪਹੁੰਚਣੀ ਚਾਹੀਦੀ। ਸਟੋਰੀ ਹੁੰਦੀ ਉਹਨਾਂ ਦੇ ਵਿੱਚ, ਐਕਟਿੰਗ ਵੀ ਹੁੰਦੀ ਆ, ਪਰ ਉਹ ਦੇਖਦੇ ਆ ਕਿ ਉਹ ਜਿਹੜੇ ਡਾਇਰੈਕਸ਼ਨ ਔਰ ਪ੍ਰੋਡਿਊਸਰ ਨੇ ਉਹ ਸਰਕਾਰਾਂ ਤੋਂ ਮੰਗ ਕਰਦੇ ਰਹਿ ਜਾਂਦੇ ਆ ਵੀ ਸਾਡੀ ਮੂਵੀ ਨੂੰ ਟੈਕਸ ਫ੍ਰੀ ਕਰ ਦਿਓ, ਕਿਉਂਕਿ ਉਹਨਾਂ ਨੂੰ ਘਾਟਾ ਪੈਣ ਡਿਆ। ਘਾਟਾ ਪੈ ਰਿਹਾ ਸਾਨੂੰ ਪੱਤਰਕਾਰਾਂ ਨੂੰ। ਅਸੀਂ ਤਾਂ ਜੀ ਵਧੀਆ ਪੱਤਰਕਾਰੀ ਕਰਨੀ ਚਾਹੁੰਦੇ ਆ, ਜਿੱਦਾਂ ਅਸੀਂ ਤੁਹਾਡੇ ਵਧੀਆ ਇੰਨੇ ਜ਼ਰੂਰੀ ਵਿਸ਼ੇ ਜਿਹੜਾ ਸਾਡੇ ਸਮਾਜ ਦੀ ਲੋੜ ਆ ਉਹਨੂੰ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਆ। ਪਰ ਜੇ ਸਾਨੂੰ ਲੋਕ ਐਪਰੀਸ਼ੀਏਟ ਹੀ ਨਹੀਂ ਕਰਨਗੇ, ਸਾਨੂੰ ਤਾਂ ਕੰਟੈਂਟ ਕ੍ਰੀਏਟਰ ਬਣਾ ਕੇ ਰੱਖਤਾ ਜੀ। ਅਸੀਂ ਤਾਂ ਪੱਤਰਕਾਰੀ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਐਪਰੀਸ਼ੀਏਟ ਕਰਨ ਇਹ ਲੋਕ, ਤਾਂ ਅਸੀਂ ਅੱਗੇ ਤੋਂ ਹੋਰ ਲੈ ਕੇ ਆਈਏ, ਅੱਗੇ ਤੋਂ ਹੋਰ। ਪਰ ਸਾਨੂੰ ਤਾਂ ਇਹਨਾਂ ਨੇ ਉਹ ਦਿਖਾਤਾ ਜੀ, ਉਹ ਫਲਾਨਾ ਦਿਖਾ ਦਿਓ ਜੀ, ਉਹ ਧਮਕੜਾ ਦਿਖਾ ਦਿਓ ਜੀ, ਉਹਨੇ ਕੀ ਉਹ ਕਿਹੜਾ ਗਾਣਾ ਕੱਢਿਆ ਤੇ 1 ਲੱਖ ਗਾਣਾ ਕੱਢਤਾ ਤੇ ਫਲਾਨਾ ਕੱਢਤਾ, ਆਹ ਦਿਖਾ ਦਿਓ ਜੀ, ਅਸੀਂ ਤਾਂ ਇਹ ਦੇਖਣਾ ਤੇ ਅਸੀਂ ਵੀ ਕੀ ਕਰੀਏ। ਮੈਂ ਦੇਖੋ ਕਿਸੇ ਸਿੰਗਰ ਦਾ ਨਾਮ ਨਹੀਂ ਲੈਣਾ, ਉਹ ਇੱਕ ਸਿੰਗਰ ਇੱਕ ਪੋਸਟ ਪਾਉਂਦਾ ਆ ਜੀ ਕਿ ਮੈਂ ਆਪਣਾ ਤੁਹਾਨੂੰ ਪੋਸਟਰ ਦੱਸੂਗਾ, ਤੁਸੀਂ ਮੈਨੂੰ ਇੰਨੇ ਲੱਖ ਕਮੈਂਟ ਕਰ ਦਿਓ ਜੀ। ਤੇ ਮੈਂ ਹੈਰਾਨ ਹੁੰਨਾ ਕਿ ਉਸ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਉਹ ਸਿਰਫ ਇੰਨਾ ਲਿਖ ਕੇ ਪਾਉਂਦਾ ਆ ਤੇ 6 ਤੋਂ 7 ਮਿਲੀਅਨ ਲੋਕ ਉੱਤੇ ਮੈਸੇਜ ਕਰ ਦਿੰਦੇ ਆ। ਭਾਈ ਸਾਹਿਬ, ਉਹ ਮੈਸੇਜ ਕਰ ਦਿੰਦੇ ਆ ਵੀ ਤੂੰ ਪੋਸਟਰ ਪਾ ਛੇਤੀ, ਤੇ ਉਸ ਤੋਂ ਬਾਅਦ ਉਹ ਪੋਸਟਰ ਰਿਲੀਜ਼ ਕਰ ਦਿੰਦਾ ਆ। ਸਿਰਫ ਇਹ ਤੇ ਸਾਡੇ ਪੰਜਾਬ ਦੀ ਗੱਲ ਕਰ ਰਿਹਾ ਮੈਂ, ਇਹ ਸਾਡੀ ਯੂਥ ਦਾ ਹਾਲ ਆ। ਤੇ ਮੈਂ ਨਹੀਂ ਸਮਝਦਾ ਕਿ ਇਹਦੇ ਵਿੱਚ ਇਕੱਲੇ ਲੀਡਰਾਂ ਨੂੰ ਆਪਾਂ, ਤੁਸੀਂ ਵੀ ਗਾਂ ਤੋਂ ਧਿਆਨ ਰੱਖਿਓ ਤਰਲੋਚਨ ਜੀ, ਇਕੱਲੇ ਲੀਡਰਾਂ ਦੇ ਗੱਲ ਨਾ ਪਈ ਜਾਈਓ। ਨਹੀਂ, ਸਾਡੇ ਤਾਂ ਇਹ ਸਾਡੇ ਲੋਕਾਂ ਦੀਆਂ ਗਲਤੀਆਂ ਨੇ। ਲੋਕਾਂ ਨੇ ਜੋ ਚੰਗਾ ਸੁਣਨਾ ਨਹੀਂ, ਚੰਗਾ ਦੇਖਣਾ ਨਹੀਂ, ਚੰਗਾ ਚਾਹੁੰਨਾ ਨਹੀਂ, ਤਾਂ ਅਸੀਂ ਸਮਾਜ ਨੂੰ ਵਧੀਆ ਕਿੱਥੋਂ ਭਾਲਦੇ ਹਾਂ? ਕਿੱਥੋਂ ਅਸੀਂ ਆਪਦੇ ਬੱਚਿਆਂ ਨੂੰ ਸੋਚਦੇ ਹਾਂ ਕਿ ਸਾਡਾ ਬੱਚੇ ਨੂੰ ਐਜੂਕੇਸ਼ਨ ਦੇਣਗੇ ਸਰਕਾਰਾਂ, ਜਾਂ ਸਾਡੇ ਬੱਚਿਆਂ ਨੂੰ ਸਕਾਲਰਸ਼ਿਪ ਦੇ ਕੇ ਪੜ੍ਹਾਉਣਗੀਆਂ ਜੀ? ਅੱਜ ਵੀ ਤੁਸੀਂ ਦੇਖ ਲਿਓ, ਮੈਂ ਦੇਖੋ ਕੈਪਟਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ, ਕੈਪਟਨ ਸਾਹਿਬ, ਪੰਜਾਬ ਨੂੰ ਸਮਾਰਟ ਫੋਨ ਦੀ ਲੋੜ ਨਹੀਂ, ਸਮਾਰਟ ਸਰਕਾਰ ਦੀ ਲੋੜ ਆ। ਤੁਸੀਂ ਸਮਾਰਟ ਸੋਚੋ, ਪੰਜਾਬ ਦਾ ਇੱਕ ਬੰਦਾ ਤੁਹਾਡੇ ਨਾਲ ਆ, ਲੇਕਿਨ ਇੱਥੇ ਉਹਨਾਂ ਬਾਰੇ ਕਿਸੇ ਨੇ ਗੱਲ ਨਹੀਂ ਕਰਨੀ। ਭਾਈ ਸਾਹਿਬ ਜੀ ਕੁਝ ਨਹੀਂ ਬੋਲਣਾ। ਅਸੀਂ ਫਿਰ ਦੇਖਿਓ 2022 ਚ ਇਲੈਕਸ਼ਨ ਆ, ਇਹਨਾਂ ਨੇ ਕੋਈ ਨਾ ਕੋਈ ਸ਼ਗੂਫਾ ਛੱਡ ਦੇਣਾ ਆ ਜੀ, ਲੋਕੀ ਫੇਰ ਮਗਰ ਹੋ ਜਾਣੇ। ਤੇ ਅਸੀਂ ਤਾਂ ਕਹਿੰਦੇ ਆ ਜੀ ਕਿ ਅਸੀਂ ਵੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਦਿਓ, ਮੰਗ ਤੇ ਨਾ ਬਣਾਓ, ਕਾਮੇ ਬਣਾ ਦਿਓ, ਤਾਂ ਕਿ ਉਹ ਕਮਾ ਕੇ ਆਪਦੀ ਪਰਿਵਾਰਾਂ ਤੱਕ ਨੂੰ ਪਾਲ ਸਕਣ। ਸਰ ਰੁਜ਼ਗਾਰ ਦੇ ਦੇਣਗੇ ਤੇ ਫਿਰ ਉਹ ਲੋਕੀ ਸਮਰਥ ਹੋ ਜਾਣਗੇ। ਦੇਖੋ ਜੀ, ਜੇ ਇੱਥੇ ਮੈਂ ਇਹ ਵੀ ਗੱਲ ਸਪਸ਼ਟ ਕਰ ਦਵਾਂ ਜੀ, ਇਹਦੇ ਵਿੱਚ ਮੈਨੂੰ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ। ਜੇ ਨੌਜਵਾਨੀ ਬਾਹਰ ਚਲੇ ਜਾਊਗੀ, ਕਿਸਾਨੀ ਫਾਹੇ ਲੈ ਕੇ ਮਰ ਜਾਊਗੀ, ਜਿਹੜੀ ਨੌਜਵਾਨੀ ਆ ਉਹ ਬੇਰੁਜ਼ਗਾਰ ਹੋ ਕੇ ਧੱਕੇ ਖਾਊਗੀ, ਤਾਂ ਜੇ ਉਹ ਬਾਹਰ ਨੂੰ ਚਲੇ ਆਉਗੇ ਤਾਂ ਇਹ ਰਾਜ ਕਿਹਦੇ ਤੇ ਕਰਨਗੇ ਫਿਰ? ਇਹ ਇਹਨਾਂ ਨੂੰ ਵੀ ਤਾਂ ਸੋਚਣ ਦੀ ਲੋੜ ਆ ਨਾ ਜੀ। ਇਹਨਾਂ ਨੂੰ ਬਹੁਤ ਇਹ ਦੇਖੋ ਜੀ, ਇਹਨਾਂ ਨੂੰ ਪਤਾ ਨਹੀਂਗਾ ਇਹ ਕੀ ਕਰਨ ਡੇ ਆ। ਨਾ ਤੇ ਸਾਡੇ ਵੋਟਰਾਂ ਨੂੰ ਪਤਾ ਆ ਜੀ, ਨਾ ਸਾਡੇ ਲੀਡਰਾਂ ਨੂੰ ਪਤਾ ਆ। ਕੁਝ ਨੌਜਵਾਨੀ ਨਸ਼ੇ ਤੇ ਲਾਤੀ, ਕੁਝ ਮੋਬਾਈਲਾਂ ਤੇ ਲਾਤੀ, ਕੁਝ ਮੈਂ ਇੱਕ ਤੁਹਾਨੂੰ, ਤੁਸੀਂ ਹੁਣ ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਕੁਝ ਨੌਜਵਾਨੀ ਸਾਡੀ ਧਰਮ ਤੇ ਵੀ ਲਾਤੀ। ਸਹੀ ਗੱਲ, ਉਹ ਧਰਮ ਖੇਡੀ ਜਾਂਦੇ ਆ। ਮੈਂ ਤੁਹਾਨੂੰ ਆਖਰੀ ਪੁੱਛਣ ਦੇ ਵਿੱਚ ਇਹ ਸਵਾਲ ਪੁੱਛਣ ਲੱਗਿਆ ਕਿ ਆ ਕੋਈ ਮੁੱਦਾ ਹੁੰਦਾ ਜੀ, ਤੁਹਾਡੇ 8 ਜਾਂ 10 ਕੁ ਹੋਣੇ ਨੇ ਜੀ ਜਿਹੜੇ ਆਗੂ ਨੇ ਪੰਜਾਬ ਦੇ ਵਿੱਚ, ਤਾਂ ਮੈਂ ਕਹਿ ਸਕਦਾ ਜੀ। ਉਹ ਮੈਂ ਕੱਲ ਵੀ ਇੱਕ ਪਰਸੋਂ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜਦੋਂ ਬਰਸਾਤ ਪੈਂਦੀ ਆ ਨਾ, ਜਿਵੇਂ ਮੀਂਹ ਪਏ ਤੋਂ ਡੱਡੀਆਂ ਬਾਹਰ ਆ ਜਾਂਦੀਆਂ ਨੇ, ਇੱਕਦਮ ਝੱਟ ਬਾਹਰ ਆ ਜਾਂਦੇ ਨੇ ਜੀ ਉਹ। ਤੇ ਮੈਨੂੰ ਇੱਕ ਗੱਲ ਦੱਸੋ, ਆ ਹੁਣ ਜਿੰਦੂ ਨੇ ਕੋਈ ਅਪਸ਼ਬਦ ਵਰਤਿਆ, ਅਸੀਂ ਵੀ ਕਹਿੰਦੇ ਆ ਜੇ ਉਹਨੇ ਵਰਤੇ ਆ, ਵੈਸੇ ਮੈਂ ਥੋੜਾ ਜਿਹਾ ਸੁਣਿਆ ਉਹਨੂੰ, ਜੇ ਵਰਤੇ ਨੇ ਉਹਨੇ ਤਾਂ ਗਲਤ ਆ, ਕਿਸੇ ਧਰਮ ਦੇ ਖਿਲਾਫ ਵੀ ਸਾਨੂੰ ਬੋਲਣਾ ਨਹੀਂ ਚਾਹੀਦਾ। ਪਰ ਮੈਨੂੰ ਆਖਰ ਦੇ ਵਿੱਚ ਇੱਕ ਇਹ ਗੱਲ ਦੱਸੋ ਕਿ ਇਹ ਜਿਹੜੇ 5 7 8 10 ਬੰਦੇ ਬੋਲਦੇ ਨੇ, ਕੀ ਹਿੰਦੂ ਧਰਮ ਇਹਨਾਂ ਦਾ ਜਾਂ ਇਕੱਲਿਆਂ ਦਾ? ਦੇਖੋ ਪਹਿਲੀ ਗੱਲ ਤੇ ਇਹ ਆ ਕਿ ਮੈਂ ਕਲੀਅਰ ਕਹਿਣਾ ਵੀ ਹਿੰਦੂ ਧਰਮ ਇਹਨਾਂ ਇਕੱਲਿਆਂ ਦਾ ਨਹੀਂ। ਤੁਸੀਂ ਹਿੰਦੂ ਆਗੂ ਹੋ, ਮੈਂ ਤੁਹਾਨੂੰ ਤਾਂ ਆਏ ਕੁਐਸਚਨ ਪੁੱਛਿਆ। ਮੈਂ ਤੁਹਾਨੂੰ ਇਹਦਾ ਜਵਾਬ ਦਿੰਦਾ, ਮੈਂ ਤਾਂ ਭੱਜੂਗਾ ਨਹੀਂ, ਮੈਂ ਤੁਹਾਨੂੰ ਖੁੱਲ ਕੇ ਜਵਾਬ ਦਊਂਗਾ। ਜੀ ਹਿੰਦੂ ਧਰਮ ਕਿਸੇ ਇੱਕ ਬੰਦੇ ਦਾ ਠੇਕੇਦਾਰ ਨਹੀਂ ਆ। ਬਿਲਕੁਲ ਜੀ, ਉਹਦੇ ਵਿੱਚ ਮੈਂ ਵੀ ਹੁੰਦਾ ਤੇ ਜਿਹੜੇ 5 7 10 ਦੀ ਤੁਸੀਂ ਗੱਲ ਕਰਦੇ ਉਹ ਵੀ ਹੁੰਦੇ ਆ ਜੀ। ਮੈਂ ਮੀਡੀਆ ਤੇ ਦੇਖ ਰਿਹਾ, ਮੈਂ ਸੋਚ ਰਿਹਾ ਇਹਦੇ ਨਾਲ ਨੁਕਸਾਨ ਹੋ ਰਿਹਾ। ਬਿਲਕੁਲ ਹੋਣਾ ਜੀ, ਸਾਡਾ ਹਿੰਦੂ ਧਰਮ ਦਾ ਨੁਕਸਾਨ ਹੋਇਆ। ਪਹਿਲਾਂ ਮੁਸਲਮਾਨਾਂ ਨੇ, ਮੈਂ ਕਲੀਅਰ ਗੱਲ ਕਰੂੰਗਾ ਇਹ, ਔਰ ਇਹ ਤੱਥ ਦੇ ਆਧਾਰ ਤੇ ਆ, ਮੁਸਲਮਾਨਾਂ ਨੇ ਪਹਿਲਾਂ ਆਪਣੇ ਹੱਥ ਚੱਕੀ ਇੱਕ ਹਿਸਾਬ ਦੀ, ਕੁਝ ਗਲਤ ਅਨਸਰਾਂ ਨੇ, ਸਾਰੇ ਨਹੀਂ, ਸਾਰੇ ਕੋਈ ਨਹੀਂ ਹੁੰਦਾ, ਕਿਸੇ ਧਰਮ ਚ ਬਿਲਕੁਲ ਕਿਸੇ ਮਰਦ। ਅੱਜ ਰਿਜ਼ਲਟ ਇਹ ਆ ਕਿ ਜਦੋਂ ਅਮਰੀਕਨ 에ਅਰਪੋਰਟ ਤੇ ਤੁਸੀਂ ਜਾਂਦੇ ਹੋ ਜੀ, ਤੇ ਖਾਨ ਜਾਂ ਕੋਈ ਇਹੋ ਜਿਹਾ ਨਾਮ ਅੱਗੇ ਲੱਗਦੇ ਹੀ ਉਹ ਤੁਹਾਨੂੰ ਵੱਖਰੇ ਲੈ ਜਾਂਦੇ ਆ। ਆਪਣੇ ਫਿਲਮ ਸਟਾਰ ਤੱਕ ਨਹੀਂ ਬਖਸ਼ੇ ਉਹਨਾਂ ਨੇ, ਕੁਝ ਬੰਦਿਆਂ ਨੇ ਗਲਤੀਆਂ ਕਰਕੇ, ਕੁਝ ਬੰਦਿਆਂ ਨੇ। ਅੱਛਾ, ਉਸ ਤੋਂ ਬਾਅਦ ਸਿੱਖੀਜ਼ਮ ਨੂੰ ਇਹਨਾਂ ਨੇ ਅੱਡੇ ਹੱਥੇ ਲਿਆ, ਖਾਲਿਸਤਾਨ ਨੂੰ ਲੈ ਕੇ ਬਾਹਰ ਪੰਨੂ ਵਰਗੇ ਮਤਲਬ ਲੋਕਾਂ ਨੇ ਸਿੱਖੀ ਨੂੰ ਬਦਨਾਮ, ਇਹ ਸੋਚਦੇ ਸੀ ਸਿੱਖੀ ਦੇ ਹਿਤੈਸ਼ੀ ਆ। ਓਏ ਤੂੰ ਇੱਥੇ ਪੰਜਾਬ ਦੇ ਵਿੱਚ ਆ ਕੇ ਦੇਖ ਭਾਈ,
ਕਿ ਤੂੰ ਸਾਡੇ ਨੌਜਵਾਨ ਜਿਹੜੇ ਤੂੰ ਸਿੱਖ ਦਾ ਹਿਤੈਸ਼ੀ ground level ਉਹ ਤੇ ਸਿੱਖ ਨਸ਼ਾ ਹੀ ਯੂਥ ਕੁਛ ਹੀ ਹੋ ਆ ਰਿਹਾ, ਉਹ ground level ਤੇ ਕੁਛ ਜਿਨ੍ਹਾਂ ਨਸ਼ਾ ਦੇ ਹੀ ਹੋ ਰਿਹਾ। UAPA ਲੱਗ ਗਿਆ ਉਹ ਜ਼ਿੰਦਗੀ ਦੇ ਵਿੱਚ ਕੀ ਕਰਨਗੇ, ਉਹਨਾਂ ਦੇ ਪਰਿਵਾਰਾਂ ਨੂੰ ਕੌਣ ਭੁਗਤੂਗਾ। ਅੱਛਾ ਅੱਜ ਉਹ ਹਾਲ ਹੋ ਗਿਆ ਕਿ ਕਿਤੇ ਨਾ ਕਿਤੇ ਸਿੱਖ, ਜਿੱਥੇ ਇੱਕ ਪੰਜਾਬ ਦੇ ਇੰਡੀਆ ਦੇ ਵਿੱਚ ਇੱਕ ਪਛਾਣ ਹੁੰਦੀ ਸੀ ਵੀ ਸਿੱਖ ਜਿਹੜਾ ਵਾ ਉਹ ਧਰਮ ਦਾ ਰਾਖਾ ਆ, ਅੱਜ ਉਹ ਇੱਕ ਕੁਐਸਚਨ ਮਾਰਕ ਬਣਨਾ ਸ਼ੁਰੂ ਹੋ ਗਿਆ। ਭਾਈ ਸਾਹਿਬ ਮੈਂ ਤਲੋਚਨ ਦੀ ਬੜੇ ਕਲੀਅਰ ਦੱਸਣਾ ਚਾਹੁੰਦਾ, ਇਹੀ ਸਾਡੇ ਹੁਣ ਹਿੰਦੂਆਂ ਨਾਲ ਹੋਣਾ ਸ਼ੁਰੂ ਹੋ ਗਿਆ ਵਾ। ਜੇ ਨਹੀਂ ਰੁਕੇ ਤੇ ਇੱਕ ਦਿਨ ਇਹ ਜਿਹੜਾ ਹੈ ਹਿੰਦੂ ਰਾਸ਼ਟਰ ਦੀ ਮੰਗ ਕਰਦੇ, ਮੈਂ ਹਿੰਦੂ ਰਾਸ਼ਟਰ ਦੀ ਬਿਲਕੁਲ ਮੰਗ ਨਹੀਂ ਕਰਦਾ, ਮੈਨੂੰ ਨਹੀਂ ਚਾਹੀਦਾ। ਜਿੱਥੇ ਇੱਕ ਧਰਮ ਦੀ ਗੱਲ ਹੋਏਗੀ ਉੱਥੇ ਕੁਝ ਨਹੀਂ ਹੋਣਾ। ਬਿਲਕੁਲ ਨਾ ਤੇ ਅਸੀਂ ਖਾਲਿਸਤਾਨ ਦੇ ਹੱਕ 'ਚ ਆ, ਨਾ ਅਸੀਂ ਹਿੰਦੂ ਰਾਸ਼ਟਰ ਦੇ ਹੱਕ 'ਚ। ਅਸੀਂ ਤਾਂ ਸਾਂਝੀਵਾਲਤਾ ਦੇ ਪੈਰੋਕਾਰ। ਯਾਰ ਮੈਂ ਪੰਜਾਬ 'ਚ ਜੰਮਿਆ, ਪੰਜਾਬ ਕਿਸੇ ਪਿਓ ਦਾ ਆ ਜੀ, ਪੰਜਾਬ ਪੰਜਾਬੀਆਂ ਦਾ, ਗੁਰੂਆਂ ਦੀ ਪੀਰਾਂ ਦੀ ਧਰਤੀ ਆ, ਸਾਨੂੰ ਬਖਸ਼ ਕੇ ਗਏ ਨਹੀਂ ਜੋ। ਤੇ ਉਹ ਇੱਥੇ ਇਹ ਜਿਹੜੇ ਲੋਕ ਨੇ ਇਹ ਆਪਣਾ ਤੇ ਨੁਕਸਾਨ, ਇਹ ਸਿਰਫ ਇਹਨੇ ਆਪਣੇ ਹਿੱਤ ਨੇ। ਭਾਵੇਂ ਤੁਸੀਂ ਸ਼ਿਵ ਸੈਨਾ ਵਾਲੇ ਲਾ ਲਓ, ਭਾਵੇਂ ਖਾਲਿਸਤਾਨ ਵਾਲੇ ਲਾ ਲਓ, ਜਿਹੜੇ ਮਰਜ਼ੀ ਲਾ ਲਓ, ਇਹ ਸਾਰੇ ਜਿਹੜੇ ਆਪਣੇ ਹਿੱਤਾਂ ਦੇ ਲਈ ਨੇ। ਇਹਦੇ ਵਿੱਚ ਧਰਮ ਦੀ ਲੜਾਈ ਮੈਂ ਉਹਨੂੰ ਸਮਝਦਾ, ਦੇਖੋ ਧਰਮ ਦੀ ਲੜਾਈ ਕਿਹਨੂੰ ਕਹਿੰਦੇ ਆ। ਤੁਸੀਂ ਮੈਂ ਹਿੰਦੂ ਧਰਮ ਦਾ, ਮੈਂ ਹਿੰਦੂ ਧਰਮ ਦੀ ਗੱਲ ਕਰੂੰਗਾ ਜੀ। ਮੰਦਰਾਂ ਦੇ ਵਿੱਚ ਕੋਈ ਕੁਰੀਤੀ ਚੱਲ ਰਹੀ ਹੈ ਜੀ, ਕਿ ਤੁਸੀਂ ਆਵਾਜ਼ ਚੁੱਕੀ। ਬਿਲਕੁਲ ਗੋਲਕਾਂ ਦੀਆਂ ਲੜਾਈਆਂ ਹੁੰਦੀਆਂ ਜੀ, ਕਿ ਤੁਸੀਂ ਆਵਾਜ਼ ਚੁੱਕੀ ਜੀ। ਦੇਵੀ ਦੇਵਤਿਆਂ ਦੇ ਨਾਮ ਤੇ ਇੰਨੇ ਸਰੂਪ ਬਣਾ ਕੇ ਦੂਜੇ ਦਿਨ ਉਹਨਾਂ ਦਾ ਮਜ਼ਾਕ ਬਣਾ ਦਿੱਤਾ ਜਾਂਦਾ ਆ, ਬਿਲਕੁਲ, ਕਿ ਤੁਸੀਂ ਉਹਦੀ ਆਵਾਜ਼ ਚੁੱਕੀ ਜੀ। ਹਿੰਦੂ ਮੰਦਿਰ ਐਕਟ ਦੀ ਮੈਂ 2017 ਵਿੱਚ ਮੰਗ ਕੀਤੀ, ਬੜੀ ਸਟਰੋਂਗ ਕੀਤੀ ਕਿ ਹਿੰਦੂ ਮੰਦਿਰ ਐਕਟ ਬਣਾਇਆ ਜਾਵੇ ਜੀ। ਕਿਉਂ ਬਣਾਇਆ ਜਾਵੇ? ਕਿਉਂਕਿ ਸਾਡੇ ਇੱਕ ਲੈਵਲ ਹੋਵੇ ਜੀ, ਸਾਰੇ ਉਹਦੇ ਥੱਲੇ ਆਓ। ਜਿੱਦਾਂ SGPC ਕੰਮ ਕਰਦੀ ਹੈ, ਭਾਵੇਂ ਦੇਖੋ ਘਪਲੇ ਉਹਦੇ 'ਚ ਵੀ ਹੋਣੇ ਆ, ਪਰ ਐਟਲੀਸਟ ਇੱਕ ਤੁਹਾਡੇ ਕੋਲ ਸੰਸਥਾ ਤੇ ਹੈ ਜਿਹੜੀ ਕੋਈ ਹੁਕਮਨਾਮਾ ਜਾਰੀ ਕਰ ਸਕਦੀ ਆ, ਕਿਸੇ ਨੂੰ ਪਨਿਸ਼ ਕਰ ਸਕਦੀ ਆ ਜੀ। ਸਾਡੇ ਕੋਲ ਤੇ ਕੋਈ ਨਹੀਂ ਹੈਗਾ। ਬਿਲਕੁਲ, ਸ਼ਿਵ ਸੈਨਾ ਫਲਾਣਾ ਉੱਠਿਆ ਉਹਨੇ ਲੱਗ ਗਿਆ, ਬਜਰੰਗ ਦਲ ਵਾਲੇ ਉੱਠੇ ਉਹ ਸ਼ੁਰੂ ਹੋ ਗਏ, ਮੈਂ ਉੱਠਿਆ ਮੈਂ ਸ਼ੁਰੂ ਹੋ ਗਿਆ। ਤੇ ਜਿੰਨੇ ਲੋਕੀ ਹੋਣੇ ਉਨੀ ਮੂੰਹ। ਸਾਡਾ ਇੱਕ ਲੈਵਲ ਨਹੀਂ ਹੈਗਾ ਕਿ ਅਸੀਂ ਇੱਕ ਜਗ੍ਹਾ ਇਕੱਠੇ ਹੋ ਕੇ ਉਸ ਆਵਾਜ਼ ਨੂੰ ਚੱਕ ਸਕੀਏ। ਮੈਂ ਤਾਂ ਇੱਥੇ ਤੱਕ ਇਹ ਵੀ ਕਹਿਣਾ ਜੀ ਕਿ ਇਹਨਾਂ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਲੈਣ ਦੇ ਲਈ ਨਾ ਇੱਕ ਕਮੇਟੀ ਜਾਂ ਕੋਈ ਅਧਿਕਾਰੀ ਹੋਣੇ ਚਾਹੀਦੇ ਨੇ। ਜਿਹੜੇ ਵੀ ਧਰਮ ਦਾ ਕੋਈ ਗਲਤ ਬੰਦਾ ਬੋਲਦਾ ਨਾ ਜੀ, ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ, ਤਾਂ ਕਿ ਇਹਨਾਂ ਦੇ ਥੋੜਾ ਜਿਹਾ ਟਿਕਾਅ ਹੋਵੇ। ਹੁਣ ਗੱਲ ਉਹੀ ਆ ਗਈ ਆ ਜੀ, ਕਿੱਦਾਂ ਹੋਊਗੀ? ਜਦੋਂ ਇਹਨਾਂ ਲੋਕਾਂ ਦੇ ਤੁਸੀਂ ਇੰਟਰਵਿਊਜ਼ ਦੇਖਦੇ ਹੋ, ਇਹਨੂੰ ਵੱਧ ਤੋਂ ਵੱਧ ਦੇਖਦੇ ਕਿਹੜੇ ਲੋਕ ਆ? ਇਹੀ ਲੋਕ ਦੇਖਦੇ ਆ ਜੀ। ਮੈਂ ਕਹਿੰਦਾ ਮਿਲੀਅਨ ਦੇ ਹਿਸਾਬ ਨਾਲ ਦੇਖਣ ਲੱਗ ਜਾਂਦੇ ਆ। ਅੱਛਾ, ਕਾਰਵਾਈ ਕਿਹਨਾਂ ਨੇ ਪਾਉਣੀ ਆ? ਕਾਰਵਾਈ ਪਾਉਣੀ ਆ ਜਿਹੜੇ MLA MP ਨੇ, ਮਿਨਿਸਟਰ ਨੇ, ਉਹ ਆਲਰੇਡੀ ਇਦਾਂ ਦੇ ਬੈਠੇ ਹੋਏ ਨੇ। ਤੇ ਤੁਸੀਂ ਦੱਸੋ ਖਾਲਿਸਤਾਨ ਵਾਲੇ, ਹੁਣ ਆਪਾਂ ਪਹਿਲਾਂ ਗੱਲ ਕਰਕੇ ਹਟੇ, ਖਾਲਿਸਤਾਨ ਵਾਲੇ ਮੁੱਦੇ ਤੇ ਉਹਨਾਂ ਲੋਕਾਂ ਦੇ ਪਰਚੇ ਹੋਏ ਹੋਣੇ, ਤੁਸੀਂ ਰਿਕਾਰਡ ਕੱਢ ਲਿਓ, ਜਿਹੜੇ ਬਿਲਕੁਲ ਹੀ ਮਾਤੜ ਨੇ, ਔਰ ਉਹਨਾਂ ਨੂੰ ਉਹ ਕਿਸੇ ਦੀ ਚੱਕ ਦੇ ਵਿੱਚ ਆ ਕੇ ਕੀਤਾ ਹੋਣਾ, ਜਾਂ ਜਜ਼ਬਾਤੀ ਹੋ ਕੇ। ਯਾਰ ਮੈਂ ਕਹਿੰਦਾ ਸਿਮਰਨਜੀਤ ਸਿੰਘ ਮਾਨ ਸਾਹਿਬ ਸ਼ੁਰੂ ਤੋਂ, ਮਤਲਬ ਉਹਨਾਂ ਨੇ ਤੇ ਇਲੈਕਸ਼ਨ ਹੀ ਇਸ ਮੁੱਦੇ ਤੇ ਲੜੇ ਸੀਗੇ ਜੀ। ਉਹ ਹਜੇ ਤੱਕ ਉਹਨਾਂ ਤੇ ਜਿਹੜਾ ਕਾਨੂੰਨ ਲੱਗਾ ਸੀ ਉਹ ਹਟਾਤਾ ਜੀ। ਕੈਪਟਨ ਸਰਕਾਰ ਆਂਦੇ ਹੀ ਜਿਹੜਾ ਉਹਨਾਂ ਤੇ ਕਾਨੂੰਨ ਲੱਗਾ ਸੀ, ਦੇਸ਼ ਵਿਰੋਧੀ ਧਾਰਾ ਲੱਗੀਆਂ ਸੀ, ਉਹ ਹਟਾ ਦਿੱਤੀਆਂ ਨੇ। ਚਲੋ, ਤੇ ਜਿਹੜਾ ਆਮ ਯੂਥ ਆ ਉਹਨੂੰ ਰਗੜੀ ਜਾ ਰਹੇ ਨੇ ਜੀ। ਤੇ ਇਹ ਬੜਾ ਵੱਡਾ ਕੁਐਸਚਨ ਮਾਰਕ ਆ। ਇੱਥੇ ਗੱਲ ਧਰਮਾਂ ਤੋਂ ਆ, ਇਹੀ ਰੋਲਾ ਆ ਇਹਨਾਂ ਦੇ ਉੱਤੇ। ਅੱਜ ਜਦੋਂ ਭਾਈ ਸਾਹਿਬ ਇਹ ਸਾਜ਼ਿਸ਼ ਇਹਨਾਂ ਨੂੰ ਗੋਰਿਆਂ ਨੇ ਜਿੱਦਾਂ ਕੀਤਾ ਸੀ ਨਾ, ਇਹਨਾਂ ਨੂੰ ਲੜਾਓ, ਆਪਸ ਦੇ ਵਿੱਚ ਪਾੜ ਕੇ ਰੱਖੋ। ਫਿਰ ਮੈਂ ਤਾਂ ਇੱਥੇ ਕਹਿਣ ਤੋਂ ਗਰੇਜ਼ ਨਹੀਂ ਕਰੂੰਗਾ। ਫਿਰ ਇਹ ਜਿਹੇ ਜਿਹੜੇ ਅਖੌਤੀ ਲੀਡਰ ਆਪਣਿਆਂ ਨੂੰ ਆਗੂ ਬਣਦੇ, ਫਿਰ ਇਹਨਾਂ ਨੂੰ ਸਰਕਾਰਾਂ ਦੀ ਸ਼ਹਿ ਹੁੰਦੀ ਹੈ, ਤਾਂਹੀਓ ਬੋਲਦੇ ਆ ਜੀ। ਫਿਰ ਇਹਨਾਂ ਕੋਲ ਇੰਨੇ ਕੁਝ ਕਿੱਦਾਂ ਆ ਗਿਆ ਮੈਨੂੰ ਦੱਸੋ? ਹਾਂ, ਸੋ ਮੈਨੂੰ ਚੰਗਾ ਲੱਗਿਆ, ਬਹੁਤ ਵਧੀਆ ਕਿ ਤੁਸੀਂ ਇਦਾਂ ਦੀਆਂ ਜਾਣਕਾਰੀਆਂ ਜਿਹੜੀਆਂ ਉਹ ਸਾਡੇ ਸਾਹਮਣੇ ਲੈ ਕੇ ਆਉਂਦੇ ਹੋ। ਮੈਂ ਦਰਸ਼ਕਾਂ ਨੂੰ ਇੱਥੇ ਹੱਥ ਜੋੜ ਕੇ, ਮੀਡੀਆ ਕਦੇ ਹੱਥ ਨਹੀਂ ਜੋੜਦਾ ਹੁੰਦਾ, ਪਰ ਮੈਂ ਹੱਥ ਜੋੜ ਕੇ ਇੱਕ ਵਿਅਕਤੀਗਤ ਤੌਰ ਦੇ ਉੱਤੇ ਬੇਨਤੀ ਕਰਦਾ ਕਿ ਅਜੇ ਸ਼ਰਮਾ ਜੀ ਦੀ ਇੰਨੀ ਮਿਹਨਤ ਕੀਤੀ ਹੋਈ, ਤੁਸੀਂ ਜਿਹੜੇ ਹਿੰਦੂ ਆਗੂ ਨੇ ਉਹਨਾਂ ਦੀਆਂ ਮੇਰੇ ਨਾਲ ਕੀਤੀਆਂ ਹੋਈਆਂ ਇੰਟਰਵਿਊਆਂ ਦੇਖਦੇ ਹੋ, ਬੜਾ ਹੀ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਦੇਖਦੇ ਹੋ, ਉੱਥੋਂ ਲੱਭਦਾ ਤੇ ਨਿਕਲਦਾ ਕੁਛ ਨਹੀਂ। ਪਰ ਮੈਂ ਕਹਿੰਦਾ ਜਿਹੜੀ ਅਜੇ ਸ਼ਰਮਾ ਜੀ ਵੀ ਇੱਕ ਹਿੰਦੂ ਆਗੂ ਨੇ, ਜਿਹੜੀ ਇਹਨਾਂ ਨੇ ਜਾਣਕਾਰੀਆਂ ਲੈ ਕੇ ਆਉਂਦੀਆਂ ਨੇ, ਸਾਡਾ ਫਿਊਚਰ ਸੁਧਾਰਨ ਵਾਲਾ, ਸਾਡਾ ਭਵਿੱਖ ਆ ਜਿਹੜਾ ਨੌਜਵਾਨੀ ਦਾ, ਉਹ ਸੁਧਾਰਨ ਵਾਲੀਆਂ ਨੇ। ਜੇ ਤੁਸੀਂ ਇਸ ਚੀਜ਼ ਨੂੰ ਸੀਰੀਅਸ ਲੈ ਕੇ ਇਹਨਾਂ ਚੀਜ਼ਾਂ ਨੂੰ ਅੱਗੇ, ਇਸ ਚੀਜ਼ ਦਾ ਅਵੇਅਰ ਹੋ ਕੇ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਅਮਲ ਕਰ ਲਓ, ਜਿਹੜੀ ਵੋਟ ਦਾ ਹੱਕ ਆ ਸਾਡਾ, ਉਹਨੂੰ ਸਹੀ ਤਰੀਕੇ ਦੇ ਨਾਲ ਬਿਨਾਂ ਕਿਸੇ ਲਾਲਚ ਤੋਂ ਵਰਤ ਲਓ, ਚੰਗੇ ਬੰਦਿਆਂ ਨੂੰ ਰਾਜਨੀਤੀ ਦੇ ਦਾਇਰੇ ਦੇ ਵਿੱਚ ਲੈ ਕੇ ਆਓਗੇ ਤਾਂ ਸਾਡਾ ਭਵਿੱਖ, ਸਾਡਾ ਦੇਸ਼, ਸਾਡਾ ਪੰਜਾਬ ਸੂਬਾ ਜਿੱਥੇ ਅਸੀਂ ਰਹਿੰਦੇ ਆ, ਉਹ ਚੰਗਾ ਹੋਊਗਾ। ਉੱਥੇ ਸਾਡੇ ਚੰਗੇ ਭਵਿੱਖ ਦੇ, ਸਾਡੇ ਬੱਚਿਆਂ ਦੇ ਆਉਣ ਵਾਲੇ ਸਮੇਂ ਦੇ ਵਿੱਚ
ਜਿਹੜੀਆਂ ਆਪਣੇ ਵਿਦਿਅਕ ਅਦਾਰੇ ਨੇ ਉਹਨਾਂ ਪ੍ਰਤੀ ਚੰਗਾ ਸੋਚਿਆ ਜਾਊਗਾ, ਚੰਗੀਆਂ ਨੀਤੀਆਂ ਬਣਾਈਆਂ ਜਾਣਗੀਆਂ। ਸੋ ਮੈਂ ਇੱਥੇ ਆਖਰ ਦੇ ਵਿੱਚ ਇੱਕ ਸ਼ੇਅਰ ਕਹਿ ਕੇ ਅੰਤ ਕਰਦਾ ਕਿ ਸਾਡੇ ਪੰਜਾਬ ਦਾ ਹਾਲ ਕੀ ਆ, ਇਹ ਸ਼ੇਅਰ ਜ਼ਾਹਰ ਕਰੂਗਾ ਤੁਹਾਨੂੰ ਕਿ ਜਥੇਦਾਰੀਆਂ ਦੀ ਖਾਤਰ ਨੇ ਪੱਗਾਂ ਲਹਿੰਦੀਆਂ, ਸਾਨੂੰ ਕੋਈ ਤਾਂ ਬਚਾਓ ਧੀਆਂ ਭੈਣਾਂ ਕਹਿੰਦੀਆਂ, ਧਰਮਾਂ ਦੇ ਨਾਂ ਤੇ ਤਰਲੋਚਨ ਲੋਕੀ ਜਾਂਦੇ ਨੇ ਭਿੜੀ, ਹੁਣ ਰਿਹਾ ਨਹੀਂ ਪੰਜਾਬ ਸਾਡਾ ਸੋਨੇ ਦੀ ਚਿੜੀ, ਹੁਣ ਰਿਹਾ ਨਹੀਂ ਪੰਜਾਬ ਸਾਡਾ ਸੋਨੇ ਦੀ ਚਿੜੀ। ਸੋ ਬਹੁਤ ਬਹੁਤ ਧੰਨਵਾਦ ਭਾਜੀ। ਥੈਂਕ ਯੂ ਸਰ, ਥੈਂਕ ਯੂ, ਧੰਨਵਾਦ ਜੀ। ਥੈਂਕ ਯੂ।